ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦੇ ਇਸ ਵਿਸ਼ੇਸ਼ ਸ਼ੋਅ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਆਪ ਜਾਣਦੇ ਹੋ ਕਿ ਸੰਗਤ ਟੈਲੀਵਿਜ਼ਨ ਸੰਗਤਾਂ ਲਈ ਸੰਗਤਾਂ ਵੱਲੋਂ ਹੀ ਚਲਾਇਆ ਜਾਂਦਾ ਹੈ ਤੇ ਜਿਹੜੀ ਗੱਲ ਸੰਗਤਾਂ ਲਈ ਜਾਣਨੀ ਜ਼ਰੂਰੀ ਹੋਵੇ ਉਹ ਆਪ ਸਭ ਦੇ ਸਨਮੁਖ ਕੀਤੀ ਜਾਂਦੀ ਹੈ। ਅੱਜ ਮੈਂ ਇੱਕ ਵੱਖਰੇ ਤਰ੍ਹਾਂ ਦੇ ਵਿਸ਼ੇ ਤੇ ਵੱਖਰੀ ਤਰ੍ਹਾਂ ਦੀ ਸ਼ਖਸੀਅਤ ਨੂੰ ਲੈ ਕੇ ਆਇਆ ਹਾਂ। ਪੰਜਾਬ ਦਾ ਸੱਭਿਆਚਾਰ ਆਪਣੇ ਆਪ 'ਚ ਵਿਲੱਖਣ ਹੈ, ਸਾਰੀ ਦੁਨੀਆ ਤੋਂ ਵੱਖਰਾ, ਔਰ ਦੁਨੀਆ ਦੀ ਸੱਭਿਅਤਾ ਦਾ ਪੰਘੂੜਾ ਪੰਜਾਬ ਨੂੰ ਆਖਿਆ ਗਿਆ ਹੈ। ਪੰਜਾਬ ਦੇ ਆਰਟ, ਪੰਜਾਬ ਦੀਆਂ ਕਲਾਵਾਂ ਬਹੁਤ ਵੱਖਰੇ ਤਰ੍ਹਾਂ ਦੀਆਂ ਨੇ ਔਰ ਪੰਜਾਬ ਦਾ ਸੰਗੀਤ ਵੀ ਦੁਨੀਆ ਨਾਲੋਂ ਵੱਖਰੇ ਤਰ੍ਹਾਂ ਦਾ ਹੈ। ਪੰਜਾਬ ਦੇ ਪੁਰਾਣੇ ਆਰਟ ਦੇ ਵਿੱਚ, ਪੰਜਾਬ ਦੇ ਸੱਭਿਆਚਾਰ ਦੇ ਵਿੱਚ ਇੱਕ ਕਲਾ ਹੋਇਆ ਕਰਦੀ ਸੀ ਦਾਸਤਾਨ ਗੋਈ। ਉਹਦੀ ਗੱਲ ਇੱਕ ਵਾਰ ਮਿਟ ਗਈ ਸੀ, ਦੁਬਾਰਾ ਜਿਸ ਸ਼ਖਸ ਨੇ ਸ਼ੁਰੂ ਕੀਤੀ ਆ ਉਸ ਸ਼ਖਸ ਨੂੰ ਅੱਜ ਉਚੇਚੇ ਤੌਰ ਤੇ ਸੰਗਤ ਟੈਲੀਵਿਜ਼ਨ ਦੇ ਸਟੂਡੀਓ ਅੰਦਰ ਬੁਲਾਇਆ ਗਿਆ। ਮੇਰੀ ਮੁਰਾਦ ਹੈ ਲਾਹੌਰ ਤੋਂ ਬਦਰ ਖਾਨ ਜੀ, ਉਹਨਾਂ ਦੀ ਆਮਦ ਨੂੰ ਜੀ ਆਇਆਂ ਆਖਦੇ ਆ, ਫਤਿਹ ਸਾਂਝੀ ਕਰਦੇ ਆ। ਬਦਰ ਖਾਨ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਗੱਲ ਹੋਰ ਸਾਂਝੀ ਕਰਦਾ ਜਾਵਾਂ। ਬਦਰ ਖਾਨ ਜੀ ਜਿੱਥੇ ਐਕਟਰ ਨੇ, ਉਹਨਾਂ ਨੇ ਫਿਲਮਾਂ 'ਚ ਕੰਮ ਕੀਤਾ, ਪੰਜਾਬੀ ਫਿਲਮਾਂ 'ਚ ਕੰਮ ਕੀਤਾ, ਬੇਸ਼ੱਕ ਉਹ ਲਾਹੌਰ ਵਾਲੇ ਪਾਸੇ ਦੀਆਂ ਨੇ, ਬੇਸ਼ੱਕ ਅੰਮ੍ਰਿਤਸਰ ਵਾਲੇ ਪਾਸੇ ਦੀਆਂ ਨੇ। ਉਹਨਾਂ ਨੇ ਥੀਏਟਰ 'ਚ ਕੰਮ ਕੀਤਾ, ਲਾਹੌਰ ਥੀਏਟਰ 'ਚ ਕੰਮ ਕੀਤਾ, ਬੜਾ ਨਾਮਨਾ ਕਮਾਇਆ। ਡਾਇਰੈਕਸ਼ਨ ਦੇ ਵਿੱਚ ਵੀ ਕੰਮ ਕੀਤਾ ਔਰ ਨਾਲ ਉਹਨਾਂ ਨੇ ਫਿਲਮਾਂ ਦੀਆਂ ਕਹਾਣੀਆਂ ਵੀ ਲਿਖੀਆਂ ਔਰ ਥੀਏਟਰ ਦੇ ਲਈ ਵੀ ਕਹਾਣੀਆਂ ਲਿਖੀਆਂ, ਇੱਕ ਲੇਖਕ ਦੇ ਤੌਰ ਤੇ। ਪਰ ਸਾਰਾ ਕੁਝ ਕਰਦਿਆਂ ਇੱਕ ਲੇਖਕ ਦੇ ਤੌਰ ਤੇ ਮਕਬੂਲ ਹੋ ਕੇ, ਥੀਏਟਰ ਦੇ ਤੌਰ ਤੇ ਮਕਬੂਲ ਹੋ ਕੇ, ਫਿਲਮ ਐਕਟਰ ਦੇ ਤੌਰ ਤੇ ਮਕਬੂਲ ਹੋ ਕੇ, ਇੱਕ ਡਾਇਰੈਕਟਰ ਦੇ ਤੌਰ ਤੇ ਪ੍ਰਵਾਨ ਹੋ ਕੇ, ਫਿਰ ਉਹਨਾਂ ਦਾ ਧਿਆਨ ਪੰਜਾਬ ਦੀ ਛੁਪੀ ਹੋਈ ਕਲਾ ਵੱਲ ਗਿਆ, ਜਿਹਨੂੰ ਆਪਾਂ ਦਾਸਤਾਨ ਗੋਈ ਦੇ ਨਾਂ ਤੇ ਯਾਦ ਕਰਦੇ ਹਾਂ। ਔਰ ਆਪਾਂ ਜੇ ਕਿਤੇ ਆਪਣੇ ਵਿਰਸੇ ਵੱਲ ਨਿਗਾਹ ਮਾਰ ਕੇ ਦੇਖੀਏ, ਆਪਾਂ ਛੋਟੇ ਹੁੰਦੇ, ਮੇਰੀ ਉਮਰ ਦੇ ਜਿਹੜੇ ਲੋਕ ਨੇ, ਉਹਨਾਂ ਨੇ ਜ਼ਰੂਰ ਆਪਣੀਆਂ ਦਾਦੀਆਂ ਤੋਂ, ਨਾਨੀਆਂ ਤੋਂ, ਚਾਚੀਆਂ ਤੋਂ, ਤਾਈਆਂ ਤੋਂ, ਬਜ਼ੁਰਗਾਂ ਤੋਂ ਇਹ ਛੋਟੇ ਹੁੰਦਿਆਂ ਕਹਾਣੀਆਂ ਸੁਣੀਆਂ ਹੋਣਗੀਆਂ। ਅੱਜ ਉਹ ਰਿਵਾਜ ਉੱਡ ਗਿਆ ਹੈ ਔਰ ਭੱਠੀਆਂ ਤੇ ਬੈਠ ਕੇ ਸੱਥਾਂ ਲੱਗਦੀਆਂ ਹੁੰਦੀਆਂ ਸੀ। ਪੰਜਾਬ ਦੇ ਪਿੰਡਾਂ 'ਚ ਸੱਥਾਂ ਲੱਗਦੀਆਂ ਹੁੰਦੀਆਂ, ਪਿੰਡ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਦਾਸਤਾਨ ਕਹਿਣ ਵਾਲੇ ਦਾਸਤਾਨ ਗੋ ਹੁੰਦੇ ਸਨ। ਅੱਜ ਮੁੱਕੀ ਹੋਈ ਕਲਾ ਨੂੰ, ਮਰੀ ਹੋਈ ਕਲਾ ਨੂੰ, ਭੁੱਲੀ ਵਿਸਰੀ ਕਲਾ ਨੂੰ ਦੁਬਾਰਾ ਲੈ ਕੇ ਆਏ ਨੇ ਬਦਰ ਖਾਨ ਜੀ। ਔਰ ਇਹਨਾਂ ਨੇ ਇਸ ਕਲਾ ਦੇ ਵਿੱਚ ਆ ਕੇ ਫਿਰ ਜਿਹੜਾ ਵੱਡਾ ਕੰਮ ਕੀਤਾ ਹੈ, ਜਿਸ ਕਰਕੇ ਅੱਜ ਇੱਥੇ ਸੰਗਤ ਟੈਲੀਵਿਜ਼ਨ ਸਟੂਡੀਓ ਵਿੱਚ ਵੀ ਆਏ ਨੇ, ਕਿ ਇਹਨਾਂ ਨੇ ਜਿੱਥੇ ਬਾਕੀ ਦਾਸਤਾਨ ਆਖੀ, ਲਾਹੌਰ ਸ਼ਹਿਰ ਦੀ ਦਾਸਤਾਨ ਆਖੀ, ਪੰਜਾਬ ਦੇ ਬਾਕੀ ਨਾਮਵਰ ਕਲਾਕਾਰਾਂ ਬਾਰੇ, ਨਾਮਵਰ ਸਾਹਿਤਕਾਰਾਂ ਬਾਰੇ ਗੱਲ ਆਖੀ, ਉੱਥੇ ਇਹਨਾਂ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਗੁਰਦੁਆਰੇ, ਜਿਨ੍ਹਾਂ ਬਾਰੇ ਆਪਾਂ ਅਰਦਾਸ 'ਚ ਰੋਜ਼ ਕਹਿੰਦੇ ਹਾਂ ਕਿ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਉਹਨਾਂ ਗੁਰਦੁਆਰਿਆਂ ਦੀ ਦਾਸਤਾਨ ਵੀ ਆਖੀ, ਵੱਖ-ਵੱਖ ਤੇ ਥਾਵਾਂ 'ਤੇ ਜਾ ਕੇ 7 ਗੁਰੂ ਘਰਾਂ ਦੀ ਦਾਸਤਾਨ ਇਹਨਾਂ ਨੇ ਆਖੀ ਔਰ ਆਪਣੇ ਅੰਦਾਜ਼ ਦੇ ਵਿੱਚ ਆਖੀ, ਤੇ ਨਾਲ ਖਾਲਸਾ ਰਾਜ ਦੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਵੀ ਆਖੀ। ਔਰ ਹੁੰਦੇ ਜੀ ਬਦਰ ਖਾਨ ਦਾ ਸੁਬੋਧਨ। ਬਦਰ ਖਾਨ ਜੀ ਐਡੀ ਵੱਡੀ ਮਕਬੂਲੀਅਤ ਹਾਸਲ ਕਰਨ ਤੋਂ ਬਾਅਦ ਲੇਖਕ ਦੇ ਤੌਰ ਤੇ, ਡਾਇਰੈਕਟਰ ਦੇ ਤੌਰ ਤੇ, ਐਕਟਰ ਦੇ ਤੌਰ ਤੇ ਦਾਸਤਾਨ ਗੋਈ ਵੱਲ ਕਿਉਂ ਆਇਆ? ਭਾਜੀ, ਸਭ ਤੋਂ ਪਹਿਲੇ ਤਾਂ ਮੈਂ ਸੰਗਤ ਟੀਵੀ ਦਾ ਸ਼ੁਕਰੀਆ ਅਦਾ ਕਰਨਾ, ਤੁਹਾਡਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਸਾਨੂੰ ਆਪਣੇ ਸਟੂਡੀਓ ਦੇ ਵਿੱਚ ਬੁਲਾਇਆ ਜੀ। ਦਾਸਤਾਨ ਗੋਈ ਜੀ ਇੱਕ ਸਾਡੀ ਰਿਵਾਇਤ ਸੀ, ਤੁਸੀਂ ਬਿਆਨ ਕਰ ਚੁੱਕੇ ਹੋ ਕਿ ਇਹ ਸਾਡਾ ਵਿਰਸਾ ਹੈਗਾ ਸੀ ਜੀ। ਸਾਡੇ ਘਰ ਦੇ ਵਿੱਚ ਮੇਲਿਆਂ ਠੇਲਿਆਂ ਦੇ ਵਿੱਚ ਦਾਸਤਾਨਾਂ, ਕਿਸੇ ਕਹਾਣੀਆਂ ਸੁਣਾਈਆਂ ਜਾਂਦੀਆਂ ਸਨ। ਫਿਰ ਜਿਵੇਂ ਨਵੀਂ ਟੈਕਨੋਲੋਜੀ ਆਈ, ਫਿਲਮ, ਟੀਵੀ, ਰੇਡੀਓ ਆ ਗਿਆ, ਸੋਸ਼ਲ ਮੀਡੀਆ ਆ ਗਿਆ, ਤੇ ਲੋਕ ਇੱਥੇ ਦੂਰ ਹੁੰਦੇ ਗਏ ਤੇ ਉਹ ਫਿਰ ਚੀਜ਼ ਨਾ ਆਹਿਸਤਾ ਕਰਕੇ ਖਤਮ ਹੋ ਗਈ ਤੇ ਹੁਣ ਜਾ ਕੇ ਦੁਬਾਰਾ ਜ਼ਿੰਦਾ ਹੋ ਰਹੀ ਹੈ। ਸ਼ਮਸੁਰਰਹਿਮਾਨ ਫਾਰੂਕੀ ਸਾਹਿਬ ਨੇ ਉਹਨੂੰ ਜ਼ਿੰਦਾ ਕੀਤਾ ਜੀ ਤੇ ਅਸੀਂ ਸਮਝੋ ਉਹਨਾਂ ਦੇ ਸ਼ਾਗਿਰਦੀ ਹੈ, ਅਸੀਂ ਉਹਨਾਂ ਨੂੰ ਸ਼ੁਰੂ ਕੀਤਾ ਜੀ। ਮੈਂ ਉਰਦੂ ਦੇ ਵਿੱਚ ਕਾਫੀ ਦਾਸਤਾਨਾਂ, ਮੇਰੀਆਂ 3-4 ਬੜੀਆਂ ਮਸ਼ਹੂਰ ਦਾਸਤਾਨਾਂ ਨੇ ਜੀ। ਦਾਸਤਾਨ ਸ਼ਹਿਰ ਲਾਹੌਰ ਦੀ, ਮੰਟੋ, ਖੁਸਰੋ, ਸਾਹਿਰ ਸਾਹਿਬ। ਇਹਦੇ ਵਿੱਚ ਜੀ ਮੈਨੂੰ ਖਿਆਲ ਆਇਆ ਕਿ ਉਹ ਜਿਸ ਵੇਲੇ ਮੈਂ ਦਾਸਤਾਨ ਲਾਹੌਰ ਦੀ ਸੁਣਾਉਣਾ ਨਾ ਜੀ, ਤਾਂ ਲੋਕ ਮੈਨੂੰ ਕਹਿ ਰਹੇ ਹੁੰਦੇ ਨੇ ਕਿ ਜੀ ਬਦਰ ਖਾਨ ਜੀ, ਸਾਨੂੰ ਇੰਝ ਲੱਗਾ ਹੈ ਕਿ ਤੁਸੀਂ ਤੁਹਾਡੀ ਅਸੀਂ ਕਥਾ ਜਾਂ ਦਾਸਤਾਨ ਸੁਣ ਕੇ ਸਾਨੂੰ ਇੰਝ ਲੱਗਾ ਹੈ ਅਸੀਂ ਪੂਰਾ ਲਾਹੌਰ ਘੁੰਮ ਲਿਆ ਜੀ। ਤੇ ਮੈਨੂੰ ਇੱਥੋਂ ਖਿਆਲ ਆਇਆ, ਮੈਂ ਕਿਉਂਕਿ ਅਸੀਂ ਬਾਹਰ ਦੇ ਮੁਲਕਾਂ 'ਚ ਆ ਜਾ ਰਹੇ ਹਾਂ, ਤੇ ਮੈਂ ਕਿਹਾ ਦੇਖੋ ਜੀ ਕਿ ਜਿਹੜੇ ਸਾਡੇ ਗੁਰੂ ਘਰ ਪੰਜਾਬ ਦੇ ਵਿੱਚ ਹੈਗੇ ਨੇ ਔਰ ਜਿਹੜੀਆਂ ਸਾਡੀਆਂ ਸੰਗਤਾਂ ਬਾਹਰ ਦੇ ਮੁਲਕਾਂ ਵਿੱਚ ਰਹਿੰਦੀਆਂ ਨੇ, ਉਹਨਾਂ ਦਾ ਵੀ ਦਿਲ ਕਰਦਾ ਹੋਏਗਾ ਦਰਸ਼ਨ ਕਰਨ ਨੂੰ। ਤੇ ਜਦ ਮੈਨੂੰ ਲੋਕ ਕਹਿ ਰਹੇ ਨੇ ਕਿ ਯਾਰ ਤੁਸੀਂ, ਤੁਹਾਡੀ ਦਾਸਤਾਨ ਸੁਣ ਕੇ ਅਸੀਂ ਲਾਹੌਰ ਸਾਰਾ ਘੁੰਮ ਲਿਆ ਹੈ, ਮੈਂ ਕਿਹਾ ਕਿਤੇ ਹੀ ਨਹੀਂ ਹੋ ਸਕਦਾ ਕਿ ਮੈਂ
ਕਥਾ ਇੰਜ ਦੀ ਸੁਣਾਵਾਂ ਕਿ ਜਿਹੜੇ ਲੋਕ ਉੱਥੇ ਨਹੀਂ ਜਾ ਸਕਦੇ, ਔਰਤਾਂ, ਸਾਡੀ ਲੇਡੀਜ਼, ਬੱਚੇ, ਬਜ਼ੁਰਗ, ਤੇ ਮੈਂ ਉਹਨਾਂ ਨੂੰ ਉਹ ਕਥਾ ਦੇ ਰਾਹੀਂ, ਮੇਰੀ ਕਥਾ ਦੇ ਰਾਹੀਂ ਉਹ ਆਪਣੇ ਗੁਰੂ ਘਰਾਂ ਦੇ ਦਰਸ਼ਨ ਕਰ ਲੈਣ। ਇਸ ਤੋਂ ਵੱਡੀ ਸੇਵਾ ਹੋਰ ਭਾਜੀ ਕੀ ਹੋ ਸਕਦੀ ਹੈ? ਕੀ ਬਾਤ ਹੈ, ਕੀ ਬਾਤ। ਜਦੋਂ ਤੁਸੀਂ ਲਾਹੌਰ ਦੀ ਦਾਸਤਾਨ ਆਖੀ, ਹਾਂਜੀ, ਲਾਹੌਰ ਦੀ ਦਾਸਤਾਨ, ਕਿਉਂਕਿ ਸਾਡੇ ਬਜ਼ੁਰਗ ਆਖਦੇ ਹੁੰਦੇ ਸੀਗੇ, ਅੱਜ ਵੀ ਕਈ ਬਜ਼ੁਰਗ ਕਹਿੰਦੇ ਹੋਣਗੇ ਕਿ ਜਿੰਨਾ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਹਾਂ, ਇਹ ਤਕੀਆ ਕਲਾਮ ਹੈ ਜੀ। ਹਾਂ ਜੀ, ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਜੰਮਿਆ ਹੀ ਨਹੀਂ। ਤੇ ਉਦੋਂ ਪੰਜਾਬ ਦੇ ਵਿੱਚ ਇੱਕ ਸ਼ਹਿਰ ਲਾਹੌਰ ਹੀ ਹੋਇਆ ਕਰਦਾ ਸੀ, ਬਾਕੀ ਦਾ ਕੋਈ ਸ਼ਹਿਰ ਹੋਇਆ ਨਹੀਂ ਕਰਦਾ। ਪੰਜਾਬ ਦਾ ਜਾਨੀ ਕਿ ਜਿਹੜਾ ਸਭ ਤੋਂ ਮੁੱਢ ਕਦੀਮੀ ਸ਼ਹਿਰ ਹੈ, ਉਹ ਸ਼ਹਿਰ ਜਿਹਦੇ ਅੰਦਰ 1000 ਸਾਲ ਤੋਂ ਪੁਰਾਣਾ ਕਿਲ੍ਹਾ ਹੈ ਜੀ, ਪ੍ਰਿਥਵੀ ਰਾਜ ਚੌਹਾਨ ਤੋਂ ਲੈ ਕੇ ਹੁਣ ਤੱਕ ਉਹ ਕਿਲ੍ਹਾ ਅੱਜ ਵੀ ਕਾਇਮ ਹੈ। ਉਹਨੂੰ ਆਪਾਂ ਹੁਣ ਮਹਾਰਾਜਾ ਰਣਜੀਤ ਸਿੰਘ ਦੇ ਕਿਲ੍ਹੇ ਦੇ ਤੌਰ ਤੇ ਵੀ ਯਾਦ ਕਰਦੇ ਹਾਂ। ਉਹ ਕਿਲ੍ਹਾ ਅੱਜ ਵੀ ਕਾਇਮ ਹੈ। ਤੇ ਇਹ ਉਹ 1000 ਸਾਲ ਪੁਰਾਣੇ ਕਿਲ੍ਹੇ ਵਾਲਾ ਸ਼ਹਿਰ ਜੇ ਪੰਜਾਬ 'ਚ ਕੋਈ ਹੈ ਤੇ ਲਾਹੌਰ ਹੀ ਹੈ। ਲਾਹੌਰ ਦੀ ਦਾਸਤਾਨ ਕਹਿਣ ਲੱਗਿਆ ਕੀ ਕਹਿੰਦੇ ਉਹਦੇ 'ਚ? ਦੇਖੋ ਭਾਜੀ, ਇਹ ਲਾਹੌਰ ਐਸਾ ਸ਼ਹਿਰ ਹੈ ਕਿ ਕੋਈ ਵੀ ਫਨਕਾਰ, ਰਾਈਟਰ, ਡਾਇਰੈਕਟਰ, ਐਂਕਰ, ਸ਼ਾਇਰ, ਅਦੀਬ, ਜਦ ਤੱਕ ਉਹਨੂੰ ਲਾਹੌਰ ਕਬੂਲ ਨਹੀਂ ਕਰੇਗਾ ਔਰ ਲਾਹੌਰ ਦੀ ਮੋਹਰ ਨਹੀਂ ਨਾ ਲੱਗੇਗੀ, ਦੁਨੀਆ 'ਚ ਉਹਦਾ ਨਾਂ ਨਹੀਂ ਹੋ ਸਕਦਾ। ਲਾਹੌਰ 'ਚ ਤੁਸੀਂ ਨਾਮ ਪੈਦਾ ਕਰ ਲਿਆ ਨਾ, ਤੁਹਾਡਾ ਨਾਮ ਪੂਰੀ ਦੁਨੀਆ 'ਚ ਹੋ ਜਾਏਗਾ। ਇਹ ਜੀ ਮੈਂ ਫਿਰ ਰਿਸਰਚ ਕੀਤੀ ਸਾਰੀ ਪੂਰੇ ਲਾਹੌਰ ਦੀ, ਕਿਸ ਲਾਹੌਰ ਸ਼ਹਿਰ ਦਾ ਨਾਮ ਕਿੰਨੇ ਰੱਖਿਆ, ਠੀਕ ਹੈ ਜੀ। ਤੇ ਇਹਦੇ ਜਿਹੜੇ 12 ਦਰਵਾਜ਼ੇ ਆ, ਇਹਨਾਂ 'ਚੋਂ ਕਿੰਨੇ ਦਰਵਾਜ਼ੇ ਦਾ ਨਾਮ ਅਸੀਂ ਗਲਤ ਲੈਂਦੇ ਆ। ਉਹ ਸਾਡੇ ਮੋਚੀ ਦਰਵਾਜ਼ਾ, ਹੁਣ ਉਹਦਾ ਮੋਚੀ ਦਰਵਾਜ਼ਾ ਨਾਮ ਨਹੀਂ ਹੈਗਾ, ਉਹਦਾ ਨਾਮ ਮੋਤੀ ਦਰਵਾਜ਼ਾ। ਮੋਤੀ ਦਰਵਾਜ਼ਾ। ਫਿਰ ਸਾਡੇ ਲੋਹਾਰੀ ਦਰਵਾਜ਼ਾ, ਉਹਦਾ ਨਾਮ ਲਾਹੌਰੀ ਦਰਵਾਜ਼ਾ, ਠੀਕ ਹੈ ਜੀ। ਫਿਰ ਹੋਰ ਚੀਜ਼ਾਂ ਬਹੁਤ ਨੇ। ਸਾਡਾ ਜਿਹੜਾ ਉਹ ਵਾਲਡ ਸਿਟੀ ਹੈ ਨਾ ਜੀ, ਜਿਹੜਾ ਦੀਵਾਰ ਦੇ ਅੰਦਰ ਸ਼ਹਿਰ ਹੈ, ਉੱਥੇ ਬੜੀ ਮੋਨੂਮੈਂਟਸ ਨੇ ਔਰ ਬੜੀਆਂ ਯਾਦਗਾਰਾਂ ਨੇ। ਪੰਜਵੀਂ ਬਾਦਸ਼ਾਹੀ ਸ਼ਹੀਦ ਹੋਏ ਉੱਥੇ ਗੁਰੂ ਅਰਜਨ ਦੇਵ ਜੀ ਸਾਹਿਬ ਦਾ ਕੈਦਖਾਨਾ ਹੈ ਉੱਥੇ, ਜਿੱਥੇ ਆਪ ਜੀ ਕੈਦ ਰਹੇ, ਠੀਕ ਹੈ ਜੀ। ਸ਼ਹੀਦੀ ਅਸਥਾਨ ਹੈ। ਫਿਰ ਉੱਥੇ ਬਲਾਕੀ ਸ਼ਾਹ ਦੀ ਹਵੇਲੀ ਹੈ, ਦਾਰਾ ਸ਼ਿਕੋ ਦਾ ਚੌਕ ਹੈ, ਹਵੇਲੀ ਮੀਆਂ ਖਾਂ ਹੈ, ਬੜਾ ਕੁਛ ਹੈ ਜੀ ਅੰਦਰ। ਛੱਜੂ ਦਾ ਚੁਬਾਰਾ ਵੀ, ਛੱਜੂ ਦਾ ਚੁਬਾਰਾ ਵੀ ਹੈਗਾ ਜੀ ਉੱਥੇ। ਭਾਈ ਬੁੱਧੂ ਮਹਿਤਾ ਜੀ ਦਾ, ਜੀ, ਠੀਕ ਹੈ ਜੀ। ਹਸੂ ਤੇਲੀ ਦੀ ਬੈਠਕ ਹੈ ਜਨਾਬ ਉੱਥੇ। ਫਿਰ ਲਾਲ ਖੂਹ ਦੀ ਬਰਫੀ ਹੈ ਜਿਹੜੀ ਹਜ਼ਰਤ ਮੀਆਂ ਮੀਰ ਸਾਹਿਬ ਉਹ ਬਰਫੀ ਖਰੀਦ ਕੇ ਉੱਥੋਂ ਲੈ ਕੇ ਤੇ ਆਪਣੇ ਦੋਸਤ ਗੁਰੂ ਸਾਹਿਬ ਨੂੰ ਅੰਦਰ ਉਹ ਰੋਸ਼ਨਦਾਨ ਥੱਲੋਂ ਉਹ ਭੇਜਦੇ ਹੁੰਦੇ ਸਨ ਕਿ ਮੇਰੇ ਯਾਰ ਦੀ ਭੁੱਖ ਮਿਟ ਜਾਵੇ ਜੀ। ਉਹ ਲਾਲ ਖੂਹ ਵੀ ਅੱਜ ਤੱਕ ਮੌਜੂਦ ਹੈ ਜੀ। ਉਹ ਬੇਰੀ ਦਾ ਦਰਖਤ ਵੀ ਮੌਜੂਦ ਹੈ ਜਿਹਨੂੰ ਅੱਜ ਵੀ ਬੇਰ ਲੱਗਦੇ ਨੇ ਜੀ। ਫਿਰ ਇਸੇ ਸ਼ਹਿਰ ਦੇ ਵਿੱਚ ਕੋਹਿਨੂਰ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਤਾਜ ਦੇ ਵਿੱਚ ਵੀ ਸਜਿਆ ਰਿਹਾ, ਉਹ ਇਸੇ ਸ਼ਹਿਰ 'ਚ 50,000 ਦਾ ਵਿਕਿਆ ਜੀ। ਠੀਕ ਹੈ ਨਾ ਜੀ। ਤੇ ਉਹ ਮੈਂ ਸਾਰੀ ਹਿਸਟਰੀ ਇਕੱਠੀ ਕੀਤੀ ਜੀ। ਤੇ ਖੈਰ ਨਾਲ ਉਹਦਾ ਜੀ ਹੁਣ 100 ਸ਼ੋਅ ਹੋਣ ਵਾਲਾ। ਜਦੋਂ ਲਾਹੌਰ ਸ਼ਹਿਰ ਦੀ ਦਾਸਤਾਨ ਕਹਿੰਦੇ ਹੋ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਵੀ ਗੱਲ ਕਰਦੇ ਹੋ ਜੀ। ਮਹਾਰਾਜਾ ਰਣਜੀਤ ਸਿੰਘ ਦਾ ਉਹਦੇ ਵਿੱਚ ਇੱਕ ਪੋਰਸ਼ਨ ਹੈਗਾ ਜੀ। ਦੋ ਗੱਲਾਂ ਨੇ ਉਹਦੇ ਵਿੱਚ। ਇੱਕ ਹੈ ਜੀ ਲਾਹੌਰ ਕੀ ਬਿੱਲੋ ਔਰ ਉਸकी ਰਾਨੀਆਂ, ਠੀਕ ਹੈ ਨਾ ਜੀ। ਔਰ ਦੂਸਰਾ ਹੈਗਾ ਜੀ ਹਰੀ ਸਿੰਘ ਨਲਵਾ ਪਹਿਲੀ ਵਾਰੀ ਮਹਾਰਾਜਾ ਨੂੰ ਕਿੱਦਾਂ ਮਿਲੇ ਜੀ। ਉਹ ਇੱਕ ਕੁਸ਼ਤੀ ਦਾ ਮੁਕਾਬਲਾ ਸੀ ਤੇ ਪਹਿਲੀ ਵਾਰੀ ਇੱਕ 12-14 ਸਾਲ ਦਾ ਮੁੰਡਾ ਤੇ ਗੁਜਰਾਂਵਾਲੇ ਤੋਂ ਆਇਆ। ਕੁਸ਼ਤੀ ਦਾ ਲਾਹੌਰ 'ਚ ਖਾੜੇ ਹੁੰਦੇ ਸਨ ਕਿਲੇ ਲਾਹੌਰ ਦੇ ਨਾਲ, ਜਿੱਥੇ ਮਹਾਰਾਜਾ ਦੀ ਸਮਾਧੀ ਜੀ, ਉੱਥੇ ਜਨਾਬ ਮੁਕਾਬਲੇ ਹੁੰਦੇ ਸੀ। ਤੇ ਉੱਥੇ ਪਹਿਲੀ ਵਾਰੀ ਹਰੀ ਸਿੰਘ ਨਲਵਾ ਸ਼ੇਰੇ, ਮਤਲਬ ਪੰਜਾਬ ਕਹਿ ਲਓ ਕਿ ਮਹਾਰਾਜਾ ਦਾ ਸ਼ੇਰ, ਉਹ ਪਹਿਲੀ ਵਾਰੀ ਮਹਾਰਾਜਾ ਰਣਜੀਤ ਸਾਹਿਬ ਨੂੰ ਉੱਥੇ ਉਸ ਅਖਾੜੇ ਦੇ ਔਰ ਕੁਸ਼ਤੀ ਦੌਰਾਨ ਮਿਲਿਆ ਜੀ। ਉੱਥੇ ਮਹਾਰਾਜਾ ਨੇ ਉਹਨਾਂ ਨੂੰ ਫਿਰ ਆਪਣੇ ਕੋਲ ਰੱਖ ਲਿਆ। ਲਾਹੌਰ ਦੀ ਵੀ ਗੱਲ ਹੋ ਗਈ, ਤੁਸੀਂ ਮੰਟੋ ਦੀ ਵੀ ਗੱਲ ਕੀਤੀ, ਉਹ ਲਿਟਰੇਚਰ ਦੀ ਗੱਲ ਹੋ ਗਈ, ਅਮੀਰ ਖੁਸਰੋ ਦੀ ਗੱਲ ਹੋਈ, ਉਹ ਵੀ ਲਿਟਰੇਚਰ ਦੀ ਗੱਲ ਹੋ ਗਈ। ਕਿ ਅਮੀਰ ਖੁਸਰੋ ਤਾਂ ਬਹੁਤ ਵੱਡੀ ਹਸਤੀ ਹੋਏ ਆ ਜੀ, ਬੜੇ ਵੱਡੀ ਹਸਤੀ ਨੇ ਜੀ। ਬੜਾ ਕੁਝ ਉਹਨਾਂ ਨੇ ਇਜਾਦ ਕੀਤਾ, ਮਤਲਬ ਇਨਵੈਂਟ ਕੀਤਾ ਦੁਨੀਆ ਦੇ ਉੱਤੇ। ਦੇਖੋ ਜੀ, ਕਹਿੰਦੇ ਨੇ ਅਸੀਂ ਇਹ ਫਲਾਣੇ ਬੰਦੇ ਦਾ ਕੌਲ ਹੈ, ਉਹਨੇ ਕਿਹਾ ਹੈ, ਅਖਾਣ ਹੈ ਉਹਦਾ ਕੌਲ, ਫਿਰ ਕਵਾਲੀ, ਫਿਰ ਪਹੇਲੀ। ਆਪਾਂ ਪਹੇਲੀਆਂ ਪਾਉਂਦੇ ਹਾਂ। ਕੌਲ, ਕਵਾਲੀ, ਪਹੇਲੀ, ਨਜ਼ਮ, ਖਿਆਲ, ਤਰਾਨਾ, ਢੋਲਕ, ਤਬਲਾ, ਸਿਤਾਰ ਔਰ ਇਹ ਉਰਦੂ ਜ਼ੁਬਾਨ। ਇਹ ਅਮੀਰ ਖੁਸਰੋ ਨੇ, ਅਮੀਰ ਖੁਸਰੋ ਦੀ ਦੇਣ ਹੈ। ਤੇ ਉਹਦੀ ਤੁਸੀਂ ਗਾਥਾ ਆਖੀ ਜੀ, ਮੰਟੋ ਦੀ ਆਖੀ, ਸ਼ਹਿਰ ਲੁਧਿਆਣਵੀ ਦੀ ਗਾਥਾ ਆਖੀ, ਲੁਧਿਆਣਵੀ ਸਾਹਿਬ ਦੀ ਕਹੀ ਜੀ, ਬਿਲਕੁਲ ਕਹੀ। ਉਹ ਲੁਧਿਆਣੇ ਤੋਂ ਲੈ ਕੇ ਬਾਲੀਵੁੱਡ ਤੱਕ ਨਾਮ ਬੋਲਿਆ ਸ਼ਹਿਰ ਲੁਧਿਆਣਾ ਦਾ ਕਿਸੇ ਸਮੇਂ ਦੇ ਵਿੱਚ। ਅੱਜ ਵੀ ਉਹਨਾਂ ਦੇ ਗੀਤ ਗਾਏ ਸੁਣੇ ਜਾਂਦੇ ਨੇ। ਔਰ ਇਹ ਸਾਰਾ ਕੁਝ ਕਰਦੇ ਕਰਦੇ ਗੁਰੂ ਘਰ ਦੀ ਦਾਸਤਾਨ ਵੀ ਤੁਸੀਂ ਕਹੀਆਂ। ਇਹ ਵੀ ਇੱਕ ਦਾਸਤਾਨ ਹੈ ਜੀ, ਛੋਟੀ ਜਿਹੀ। ਇਧਰ ਕਿਦਾਂ ਇਹ ਛੋਟੀ ਜਿਹੀ ਦਾਸਤ। ਲਾਸਟ ਈਅਰ ਮੈਂ ਆਇਆ ਜੀ, ਤੇ ਇੱਥੇ ਕੌਂਸਲੇਟ ਦੇ ਵਿੱਚ ਨਾ ਜੀ ਮੇਰੀ ਦਾਸਤਾਨ ਸੀ, ਦਾਸਤਾਨ ਸ਼ਹਿਰ ਲਾਹੌਰ ਕੀ। ਤੇ ਸਾਡੇ ਬੜੇ ਪਿਆਰੇ ਮੇਰੇ ਵੱਡੇ ਬਜ਼ੁਰਗ ਹੀ ਨੇ, ਮੇਰੇ ਦੋਸਤ ਵੀ ਨੇ, ਵੱਡੇ ਭਾਈ ਵੀ ਨੇ, ਭਾਈ ਦਿਲਬਾਗ ਸਿੰਘ ਜੀ। ਉਹ ਦਾਸਤਾਨ ਖਤਮ ਹੋਈ ਤੇ ਉਹ ਜਿਹੜੇ ਮੇਰੇ ਨਾਲ ਮੇਰੇ ਦੋਸਤ ਗਏ, ਮੇਰੇ ਪ੍ਰੋਡਿਊਸਰ ਕਾਸ਼ਿਫ ਭਾਈ, ਉਹ ਲੋਕਾਂ ਦੇ ਕੋਲੋਂ ਕਮੈਂਟਸ ਲੈਣ ਲੱਗ ਪਏ ਕਿ ਤੁਹਾਨੂੰ ਇਹ ਪਰਫਾਰਮੈਂਸ ਕਿੱਦਾਂ ਦੀ ਲੱਗੀ ਜੀ। ਉਹ ਜਿੰਨੇ ਵੀ ਲੋਕ ਸਨ ਜੀ, ਉਹ ਸਾਰੇ ਕਹਿ ਰਹੇ ਸਨ ਕਿ ਜੀ ਸਾਨੂੰ ਇੰਝ ਲੱਗਾ ਹੈ ਕਿ ਬਦਰ ਸਾਹਿਬ ਨੇ ਇੰਗਲੈਂਡ ਵਿੱਚ ਬੈਠਿਆਂ ਹੋਇਆਂ, ਬਰਮਿੰਗਮ ਵਿੱਚ ਬੈਠਿਆਂ ਹੋਇਆਂ, ਬਗੈਰ ਵੀਜ਼ੇ ਤੇ ਬਗੈਰ ਟਿਕਟ ਦੇ ਸਾਨੂੰ ਪੂਰਾ ਲਾਹੌਰ ਘੁਮਾਤਾ ਜੀ। ਇਹ ਹੁਣ ਗੱਲ ਮੈਂ ਸੁਣੀ, ਸਾਰੇ ਲੋਕ ਇਹੀ ਗੱਲ ਕਰ ਰਹੇ ਸਨ ਕਿ ਜੀ ਤੁਸੀਂ ਸਾਨੂੰ ਲਾਹੌਰ ਜ਼ਿੰਦਾ ਕਰਤਾ, ਲਾਹੌਰ ਦੀ ਯਾਦ ਤਾਜ਼ਾ ਕਰਤੀ। ਤਾਂ ਭਾਜੀ ਮੇਰੇ ਦਿਲ ਵਿੱਚ ਇਹ ਖਿਆਲ ਆਇਆ ਕਿ ਦੇਖੋ,
ਜਿਸ ਤਰ੍ਹਾਂ ਸਾਡਾ ਦਿਲ ਕਰਦਾ ਹੈ ਆਪਣਾ ਮੱਕਾ ਮਦੀਨਾ ਦੇਖਣ ਵਾਸਤੇ ਜੀ। ਤੇ ਮੈਂ ਕਿਹਾ ਜਿਹੜੀਆਂ ਸੰਗਤਾਂ ਦੂਸਰੇ ਮੁਲਕਾਂ ਦੇ ਵਿੱਚ ਰਹਿੰਦੀਆਂ ਨੇ ਔਰ ਖਾਸ ਤੌਰ ਤੇ ਬਜ਼ੁਰਗ ਬੱਚੇ ਔਰ ਖਵਾਤੀਨ ਲੇਡੀਜ਼ ਜਿਹੜੀਆਂ ਨੇ ਜਿਹੜੇ ਉੱਥੇ ਆਪਣੇ ਗੁਰੂ ਘਰਾਂ ਦੇ ਦਰਸ਼ਨ ਨਹੀਂ ਕਰ ਸਕਦੀਆਂ ਤੇ ਬਦਰ ਖਾਨ ਜੀ ਕਿਉਂ ਨਾ ਇੱਕ ਐਸੀ ਕਥਾ ਇੱਕ ਐਸੀ ਦਾਸਤਾਨ ਤਿਆਰ ਕੀਤੀ ਜਾਵੇ ਕਿ ਜੋ ਸੁਣਾ ਕੇ ਤੇ ਮੈਂ ਆਪਣੀ ਕਥਾ ਦੇ ਰਾਹੀਂ ਉਹਨਾਂ ਨੂੰ ਗੁਰੂ ਘਰਾਂ ਦੇ ਦਰਸ਼ਨ ਕਰਾ ਸਕਾਂ ਜੀ। ਇਹ ਹੀ ਮੇਰਾ ਮਕਸਦ ਸੀ ਜੀ। ਤੇ ਮੈਂ ਜਨਾਬ ਫਿਰ ਉਹ ਹੈਗੀ ਜੀ, ਉਹਦਾ ਨਾਂ ਹੈ ਕਥਾ 7 ਗੁਰੂ ਘਰਾਂ ਦੀ। ਉਹ ਮੈਂ 7 ਗੁਰੂ ਘਰਾਂ ਦਾ ਵਿਜ਼ਿਟ ਕੀਤਾ ਜੀ, ਆਪ ਜਾ ਕੇ ਅੱਛਾ ਜੀ। ਉੱਥੋਂ ਦੇ ਲੋਕਾਂ ਨੂੰ ਮਿਲਿਆ। ਫਿਰ ਜੋ ਉਹ ਨਾਲ ਫਿਰ ਮੈਂ ਤਾਂ ਕਿ ਇਹ ਜੋਗਰਾਫੀਆ ਨਾਲ ਲੱਗੇ, ਮੈਂ ਨਾਲ ਛੋਟਾ ਬਾਬਾ ਜੀ ਦੇ ਨਾਲ ਜਿਹੜੇ ਜੁੜੇ ਹੋਏ ਕਿੱਸੇ ਸਨ ਉਹਨਾਂ ਨੂੰ ਮੈਂ ਉਸ ਕਥਾ ਦਾ ਹਿੱਸਾ ਬਣਾਇਆ ਜੀ। ਉਹ ਜਨਮ ਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਮੇਰੀ ਕਥਾ ਸ਼ੁਰੂ ਹੁੰਦੀ ਹੈ ਜੀ ਤੇ ਕਰਤਾਰਪੁਰ ਸਾਹਿਬ ਤੇ ਖਤਮ ਹੁੰਦੀ ਹੈ। ਅਸਲ 'ਚ ਜਦੋਂ ਆਪਾਂ ਕਹਿੰਦੇ ਕਥਾ 7 ਗੁਰੂ ਘਰਾਂ ਦੀ, ਇਹ ਨਾਂ ਦੇ ਵਿੱਚ ਵੀ ਇੱਕ ਰਮਜ ਹੈ। ਕਥਾ 7 ਗੁਰੂ ਘਰਾਂ ਦੀ, ਯਾਨੀ ਕਿ ਸੱਚੇ ਸਤਿਗੁਰੂ ਦੀ ਗੱਲ, 7 ਦਾ ਮਤਲਬ ਸੱਚਾ ਵੀ, ਔਰ 7 ਇੱਥੇ ਹਿੰਦਸਾ ਵੀ ਆ ਗਿਆ ਜੀ। ਵੇਖੋ 7 ਗੁਰੂਆਂ ਦੀ ਤੁਸੀਂ ਗੱਲ ਕਹੀ ਹੈ। ਅੱਛਾ, ਮੈਨੂੰ ਨਾਮ ਨਹੀਂ ਸੀ ਮਿਲ ਰਿਹਾ ਜੀ, ਟਾਈਟਲ ਨਹੀਂ ਸੀ ਮਿਲ ਰਿਹਾ। ਮੈਂ ਕਦੇ ਰੱਖਾਂ ਕਿ 7 ਗੁਰਦੁਆਰਾ ਯਾਤਰਾ 7 ਗੁਰਦੁਆਰਿਆਂ ਦੀ, ਕਦੇ ਮੈਂ ਕਹਾਂ ਦਰਸ਼ਨ ਦਾਸਤਾਨ ਦਰਸ਼ਨਾਂ ਦੀ। ਇਹ ਹੁਣ ਪਤਾ ਨਹੀਂ ਇਹ ਉਹ ਬਾਬਾ ਜੀ ਦੀ ਮਿਹਰ ਹੋਈ ਹੈ ਜੀ, ਇਹ ਉਹਨਾਂ ਨੇ ਇਨਾਮ ਦਿੱਤਾ ਹੈ। ਔਰ ਉਸ ਦੌਰਾਨ ਜਦੋਂ ਮੈਂ ਰਿਸਰਚ ਕਰ ਰਿਹਾ ਸੀ ਨਾ ਜੀ, ਮੇਰੇ ਨਾਲ 1-2 ਬੜੇ ਖੂਬਸੂਰਤ ਯਾਨੀ ਕਿ ਹਾਦਸੇ ਵੀ ਹੋਏ ਨੇ ਜੀ। ਗਰਮੀ ਦਾ ਮੌਸਮ ਸੀ ਜੀ, ਛੁੱਟੀਆਂ ਹੋ ਗਈਆਂ, ਇੱਥੋਂ ਮੈਂ ਗਿਆ, ਬੱਚਿਆਂ ਨੂੰ ਮੈਂ ਵਾਪਸ ਭੇਜਤਾ ਪਿੰਡ ਜੀ। ਛੁੱਟੀਆਂ ਮੈਂ ਕਿਹਾ ਜਾਓ ਤੁਸੀਂ ਘਰ, ਤੇ ਮੈਂ ਰਿਸਰਚ ਤੇ ਨਿਕਲਣ ਲੱਗਾ। ਬੜੀ ਗਰਮੀ ਭਾਜੀ, ਤੇ ਮੈਂ ਯਾਨੀ ਦਿਲ ਵੀ ਘਬਰਾ ਰਿਹਾ ਹੈ। ਤੇ ਫਿਰ ਮੈਂ ਜਿਸ ਵੇਲੇ ਗੁਰਦੁਆਰਾ ਰੋੜੀ ਸਾਹਿਬ ਗਿਆ ਨਾ ਇਮਨਾਬਾਦ, ਅੱਛਾ ਜੀ, ਤੇ ਉਹ ਮੈਨੂੰ ਅੰਦਰ ਲੈ ਕੇ ਚੱਲ ਗਏ। ਹੁਣ ਤੱਕ ਮੈਂ ਜਿੰਨੇ ਗੁਰਦੁਆਰੇ ਤੇ ਵਿਜ਼ਿਟ ਕਰ ਰਿਹਾ ਸਾਂ, ਮੈਨੂੰ ਅੰਦਰ ਨਹੀਂ ਸੀ ਜਾਣ ਦੀ ਮੈਨੂੰ ਇਜਾਜ਼ਤ ਹੈ, ਮਤਲਬ ਨਹੀਂ ਸੀ ਜਾ ਪਾਇਆ। ਆਮ ਹਾਲਾਤ ਦੇ ਵਿੱਚ ਇੱਥੇ ਮੈਂ ਸੰਗਤਾਂ ਨੂੰ ਗੱਲ ਦੱਸਦਾ ਕਿ ਆਮ ਹਾਲਾਤ ਦੇ ਵਿੱਚ ਇਜਾਜ਼ਤ ਤੋਂ ਬਿਨਾਂ, ਕਿਉਂਕਿ ਉੱਥੇ ਜਿਹੜੇ ਗੁਰਦੁਆਰੇ ਨੇ ਉਹ ਪ੍ਰੋਟੈਕਟਡ ਨੇ, ਉਹਨਾਂ ਦੇ ਮੂਹਰੇ ਪਹਿਰੇ ਹੁੰਦੇ ਨੇ। ਆਮ ਹਾਲਾਤ ਵਿੱਚ ਇਜਾਜ਼ਤ ਤੋਂ ਬਿਨਾਂ ਉੱਥੋਂ ਦੇ ਜਿਹੜੇ ਲੋਕਲ ਮੁਸਲਿਮ ਵੀਰ ਨੇ, ਬੇਸ਼ੱਕ ਉਹਨਾਂ ਦੀ ਸ਼ਰਧਾ ਵੀ ਹੋਵੇ, ਉਹ ਗੁਰਦੁਆਰੇ ਦੇ ਅੰਦਰ ਨਹੀਂ ਜਾ ਸਕਦੇ। ਇਜਾਜ਼ਤ ਲੈ ਕੇ ਜਾਣਾ ਪੈਂਦਾ, ਦੱਸ ਕੇ ਜਾਣਾ ਪੈਂਦਾ ਸਾਰਾ ਕੁਝ। ਗੁਰਪੁਰਬ ਦੇ ਦਿਨਾਂ 'ਚ ਵੀ ਬੰਦਿਸ਼ਾਂ ਹੁੰਦੀਆਂ ਨੇ, ਜਿਹੜੀਆਂ ਬਾਹਰੋਂ ਸੰਗਤਾਂ ਜਾਂਦੀਆਂ ਨੇ ਉਹਨਾਂ ਲਈ ਵਿਸ਼ੇਸ਼ ਸਹੂਲਤਾਂ ਰੱਖੀਆਂ ਜਾਂਦੀਆਂ ਨੇ। ਸੋ ਜਦੋਂ ਉੱਥੇ ਜਾਣਾ ਹੁੰਦਾ ਹੈ, ਜਾਂ ਤਾਂ ਪ੍ਰਬੰਧਕ ਦੀ ਮਰਜ਼ੀ ਨਾਲ ਜਾ ਸਕਦੇ ਹੋ, ਜਾਂ ਜਿਹੜੇ ਪੈਰੇ ਵਾਲੇ ਉਹਨਾਂ ਦੀ ਮਰਜ਼ੀ ਨਾਲ ਜਾ ਸਕਦੇ ਹੋ। ਔਰ ਤੁਹਾਨੂੰ ਮੌਕਾ ਮਿਲ ਗਿਆ ਜੀ ਗੁਰਦੁਆਰਾ ਹੁਣ ਜੀ। ਮੈਨੂੰ ਗਰਮੀ ਹੁਣ ਪਈ ਤੇ ਪਸੀਨੇ, ਤੇ ਗੱਡੀ ਦਾ ਏਸੀ ਵੀ ਕੰਮ ਨਹੀਂ ਕਰ ਰਿਹਾ ਜੀ। ਇੰਨੀ ਗਰਮੀ ਕਹਿਰ ਦੀ, ਜੂਨ ਜੁਲਾਈ ਗਰਮੀਆਂ ਦੀ ਛੁੱਟੀਆਂ। ਹਾਂਜੀ ਹਾਂਜੀ। ਉਹ ਬਹਰਹਾਲ ਜੀ ਮੈਂ ਅੰਦਰ ਗਿਆ ਤੇ ਪਹਿਲੇ ਤੇ ਮੈਨੂੰ ਉਹ ਗੁਰੂ ਘਰ ਦੇਖ ਕੇ ਹੀ ਮੈਨੂੰ ਠੰਡਕ ਦਾ, ਉਹ ਬੜੇ ਉੱਥੇ ਦਰਖਤ ਔਰ ਬੜਾ ਸੋਹਣਾ ਸਜਿਆ ਹੋਇਆ ਜੀ। ਗੁਰਦੁਆਰਾ ਰੋੜੀ ਸਾਹਿਬ ਦੀ ਇਮਾਰਤ ਪੁਰਾਣੀ, ਜਿਹੜੀ 1947 ਤੋਂ ਪਹਿਲਾਂ ਬਣੀ ਹੋਈ ਸੀ, ਪੁਰਾਣਾ ਗੇਟ ਬਣਿਆ ਹੋਇਆ ਜਿਹੜਾ ਉੱਤੇ ਲਿਖਿਆ ਹੋਇਆ ਰੋੜਾਂ ਦੀ ਗੁਰਕਰੀ ਵਿਛਾਈ। ਔਰ ਗੁਰੂ ਨਾਨਕ ਸਾਹਿਬ ਨੇ ਉੱਥੇ ਤਪੱਸਿਆ ਕੀਤੀ ਹੈ। ਰੋੜਾਂ ਦੀ ਗੁਰਕਰੀ ਵਿਛਾਈ। ਭਾਈ ਗੁਰਦਾਸ ਜੀ ਨੇ ਉਹਦੇ ਉੱਤੇ ਇੱਕ ਤਰ੍ਹਾਂ ਦੀ ਗੱਲ ਵੀ ਸਾਡੇ ਕੋਲ ਇੱਕ ਸਬੂਤ ਵੀ ਛੱਡ ਦਿੱਤਾ। ਭਾਈ ਗੁਰਦਾਸ ਜੀ ਨੇ ਉਹਦੇ ਉੱਤੇ ਲਿਖ ਕੇ ਰੋੜਾਂ ਦੀ ਗੁਰਕਰੀ ਵਿਛਾਈ, ਭਾਰੀ ਕਦੀ ਤਪੱਸਿਆ ਰੋੜਾਂ ਦੀ ਗੁਰਕਰੀ ਵਿਛਾਈ ਵਾਲੀ ਗੱਲ ਕਰਕੇ। ਔਰ ਉੱਥੇ ਗੁਰੂ ਨਾਨਕ ਸਾਹਿਬ ਉਦੋਂ ਬੈਠੇ ਸਨ ਜਦੋਂ ਐਮਨਾਬਾਦ ਦੇ ਉੱਤੇ ਬਾਬਰ ਨੇ ਹਮਲਾ ਕੀਤਾ ਹੋਇਆ ਸੀ। ਆਪਣੇ ਆਪ 'ਚ ਕਮਾਲ ਦਾ ਗੁਰਦੁਆਰਾ ਹੈ, ਬਾਗ ਹੈ ਨਾਲ, ਚਾਰਦੀਵਾਰੀ ਦੇ ਅੰਦਰ ਜਾਂਦੇ ਹਨ ਜੀ। ਉਹ ਜਿਹੜੀ ਗਰਮੀ ਔਰ ਜੋ ਦਿਲ ਘਬਰਾ ਰਿਹਾ ਸੀ ਨਾ ਜੀ, ਉਹ ਸ਼ਾਂਤ ਹੋ ਗਿਆ। ਹੁਣ ਇੱਥੇ ਤੱਕ ਤੇ ਠੀਕ ਹੋ ਗਿਆ। ਉਸ ਤੋਂ ਬਾਅਦ ਉਹ ਆਪਣੇ ਜਿਹੜੇ ਉੱਥੋਂ ਦੇ ਕੇਅਰ ਟੇਕਰ ਨੇ ਔਰ ਗ੍ਰੰਥੀ ਨੇ, ਉਹ ਆਏ ਤੇ ਮੈਂ ਉਹਨਾਂ ਨੂੰ ਤਾਰਫ ਕਰਾਇਆ ਕਿ ਜੀ ਮੇਰਾ ਨਾਮ ਬਦਰ ਖਾਨ ਹੈ, ਮੈਂ ਪਾਕਿਸਤਾਨ ਦਾ ਆਰਟਿਸਟ ਹਾਂ। ਉਹਨਾਂ ਨੇ ਮੇਰਾ ਕੋਈ ਸ਼ੋਅ ਟੀਵੀ ਤੇ ਚੱਲਦੇ, ਕਹਿੰਦੇ ਜੀ ਮੈਂ ਤੁਹਾਨੂੰ ਦੇਖਿਆ ਹੋਇਆ ਜੀ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਭਾਜੀ ਮੈਂ ਹੁਣ ਤੱਕ ਜਿੰਨਾ ਵਿਜ਼ਿਟ ਕੀਤਾ ਹੈ ਬਾਹਰੋਂ ਹੀ ਹੋ ਕੇ ਜਾਈ ਜਾ ਰਿਹਾ, ਇਹ ਤੁਸੀਂ ਮੈਨੂੰ ਅੰਦਰ ਨਹੀਂ ਲਿਜਾ ਸਕਦੇ, ਮੈਂ ਅੰਦਰ ਵੀ ਦਰਸ਼ਨ ਕਰਨਾ ਚਾਹੁੰਦਾ। ਉਹਨਾਂ ਨੇ ਬੜੀ ਮਿਹਰਬਾਨੀ ਕੀਤੀ ਜੀ, ਉਹਨਾਂ ਨੇ ਦਰਵਾਜ਼ਾ ਖੋਲ੍ਹ ਦਿੱਤਾ, ਤਾਲਾ ਲੱਗਾ ਸੀ, ਖੋਲ੍ਹ ਦਿੱਤਾ ਜੀ, ਮੈਨੂੰ ਅੰਦਰ ਲੈ ਗਏ। ਭਾਜੀ ਮੈਂ ਅੰਦਰ ਬੈਠਾ ਤੇ ਮੈਨੂੰ ਇੰਝ ਲੱਗਾ ਕਿ ਜਿਵੇਂ ਯੱਖ ਠੰਡਾ ਕਮਰਾ ਹੈ, ਕੁਛ ਵੀ ਨਹੀਂ ਸੀ ਚੱਲ ਰਿਹਾ। ਹਾਲਾਂਕਿ ਏਸੀ ਵੀ ਲੱਗਾ ਸੀ, ਏਸੀ ਬੰਦ ਸੀ, ਤੇ ਮੈਨੂੰ ਇੰਝ ਲੱਗਾ ਕਿ ਜਿੰਨੀ ਮੈਨੂੰ ਗਰਮੀ ਲੱਗ ਰਹੀ ਸੀ ਨਾ ਜੀ, ਉਹ ਮੈਨੂੰ ਸ਼ਾਂਤ ਹੋ ਗਿਆ, ਸੁੱਖ ਹੋ ਗਿਆ। ਫਿਰ ਇੱਥੇ ਕੀ ਹੋਇਆ, ਉਹਨਾਂ ਨੇ ਮੈਨੂੰ ਦੁਨੀਆ ਦਾ ਕੀਮਤੀ ਤਰੀਨ ਤੋਹਫਾ ਮੈਂ ਉਹਨੂੰ ਕਹਾਂਗਾ ਮੇਰੇ ਵਾਸਤੇ ਦਿੱਤਾ। ਉਹਨਾਂ ਨੇ ਇੱਕ ਸਰੂਪਾ ਮੈਨੂੰ ਗਿਫਟ ਕੀਤਾ ਜੀ, ਠੀਕ ਹੈ ਜੀ। ਉਹ ਮੈਂ ਆਪਣੇ ਗਲ ਵਿੱਚ ਪਾਇਆ ਜੀ। ਉਹਨਾਂ ਕੋਲ ਪੂਰੀ ਹਿਸਟਰੀ ਪੁੱਛੀ। ਫਿਰ ਮੈਂ ਸਾਰੇ ਗੁਰਦੁਆਰਾ ਸਾਹਿਬ ਦਾ ਵਿਜ਼ਿਟ ਕੀਤਾ। ਫਿਰ ਮੈਂ ਸ਼ਹਿਰ 'ਚ ਗਿਆ, ਨਾਲ ਛੋਟਾ ਜਿਹਾ ਸ਼ਹਿਰ ਹੈ ਇਮਨਾਬਾਦ, ਭਾਈ ਲਾਲੋ ਦੀ ਖੂਹੀ ਦੇਖੀ, ਠੀਕ ਹੈ ਜੀ, ਮਲਕ ਭਾਗੋ, ਇਹ ਉਹ ਸਾਰਾ ਉਹ ਮੈਂ ਵੇਖਿਆ, ਫਿਰ ਨੋਟਸ ਕੀਤੇ, ਉਹ ਲੈ ਕੇ ਤੇ ਮੈਂ ਉੱਥੋਂ ਗੁਰਦੁਆਰਾ ਚੱਕੀ ਸਾਹਿਬ ਵੀ ਉੱਥੇ, ਚੱਕੀ ਸਾਹਿਬ ਵੀ ਗਿਆ ਜੀ, ਭਾਈ ਲਾਲੋ ਦਾ ਘਰ ਵੀ ਉੱਥੇ, ਭਾਈ ਲਾਲੋ ਦੀ ਖੂਹੀ ਵੀ ਆ। ਹੁਣ ਅੱਗੇ ਕੀ ਹੋਇਆ ਜੀ, ਹੁਣ ਮੈਂ ਅਗਲਾ ਮੇਰਾ ਹੁਣ ਪੜਾਓ ਹੈ, ਅਗਲਾ ਨੈਕਸਟ ਮੇਰਾ ਜਿਹੜਾ ਸਟਾਪ ਹੈਗਾ ਹੋਇਆ ਗੁਰਦੁਆਰਾ ਸੱਚਾ ਸੌਦਾ ਸਾਹਿਬ, ਸ਼ੇਖੂਪੁਰੇ, ਠੀਕ ਹੋ ਗਿਆ। ਇਹ ਐਮਨਾਬਾਦ ਹੋਰ ਬੰਨੇ ਆ, ਪਰ ਸ਼ੇਖੂਪੁਰ ਹੋਰ ਬੰਨੇ। ਮੇਰਾ ਰੋਡ ਇਹ ਬਣ ਰਿਹਾ ਸੀ ਜੀ। ਮੈਂ ਹਾਂਜੀ ਮੈਂ ਕਿਹਾ ਮੈਂ ਵਾਪਸ ਜਾ ਕੇ ਤੇ ਵਾਪਸ ਲਾਹੌਰ ਚਲਾ ਜਾਵਾਂਗਾ, ਫਿਰ ਮੈਂ ਜਾਵਾਂਗਾ ਸਿਆਲਕੋਟ ਤੇ ਫਿਰ ਪੰਜਾ ਸਾਹਿਬ ਤੇ ਫਿਰ ਇਹ ਮੇਰਾ ਕਿ ਸਿਰਫ ਮੈਂ ਨਨਕਾਣਾ ਸਾਹਿਬ ਤੇ ਇਹ ਗੁਰਦੁਆਰਾ ਇਮਨਾ ਸਾਹਿਬ ਇਮਨਾਬਾਦ ਇਹ ਮੈਂ ਫਿਰ ਲਵਾਂਗਾ।
ਅੱਛਾ ਜੀ। ਸੱਚਾ ਸੌਦਾ ਸਾਹਿਬ। ਹੁਣ ਭੁੱਖ ਲੱਗੀ ਜੀ ਰਸਤੇ 'ਚ, 2-3 ਜਗ੍ਹਾ ਤੇ ਮੈਂ ਰੁਕਣ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਕੀ ਹੈ ਕਿ ਬਈ ਦਿਲ ਨਹੀਂ ਕੀਤਾ, ਜਾਂ ਮੈਂ ਕਿਹਾ ਨਹੀਂ ਚੱਲਦੇ ਹਾਂ। ਹੁਣ ਪੁੱਛਦੇ ਚਲੇ ਗਏ ਜੀ ਉੱਥੇ ਗੁਰਦੁਆਰਾ ਸੱਚਾ ਸੌਦਾ ਸਾਹਿਬ, ਵੀ ਉੱਡਾ ਹੀ ਸੋਹਣਾ, ਝੂੜਕਾਣਾ ਮੰਡੀ ਝੂੜਕਾਣਾ ਜੀ। ਹਾਂਜੀ, ਚਲੇ ਗਏ ਜੀ ਉੱਥੇ। ਤੇ ਹੁਣ ਮੈਂ ਕਿਹਾ ਲਓ ਜੀ, ਮੈਂ ਛੇਤੀ ਜਿਹੜੇ ਆਪਣੇ ਸਾਹਿਬ ਹੈਗੇ ਨੇ ਉਹਨਾਂ ਕੋਲ ਮੈਂ ਪੁੱਛ ਲਵਾਂ ਸਾਰੀ ਹਿਸਟਰੀ, ਤੇ ਉਸ ਤੋਂ ਬਾਅਦ ਨਾ ਫਿਰ ਮੈਂ ਸ਼ਹਿਰ ਜਾ ਕੇ ਨਾ ਸ਼ੇਖੂਪੁਰੇ ਕਿਸੇ ਵੱਡੇ ਹੋਟਲ ਤੇ ਬਹਿ ਕੇ ਤੇ ਮਤਲਬ ਮਜ਼ੇ ਨਾਲ ਖਾਣਾ ਲੰਗਰ ਛਕਾਂਗਾ। ਉਹ ਭਾਜੀ ਉਹਨਾਂ ਨੇ, ਮੈਂ ਗਿਆ ਵਾਂ ਤੇ ਉਹ ਜਿਸ ਤਰ੍ਹਾਂ ਬੰਦੇ ਦੇ ਦਿਲ ਦੇ ਹਾਲ ਦਾ ਪਤਾ ਨਹੀਂ ਹੁੰਦਾ। ਮੈਂ ਕਿਹਾ ਭਾਜੀ ਮੈਂ ਇਸ ਤਰ੍ਹਾਂ ਕਰਕੇ ਆਪਣਾ ਇੰਟਰੋਡਕਸ਼ਨ ਕਰਾਇਆ, ਮੈਂ ਬਦਰ ਖਾਂ ਤੇ ਮੈਂ ਕਥਾ ਤੇ ਕੰਮ ਕਰ ਰਿਹਾ ਤੇ ਇਹ ਤੇ ਉਹ। ਉਹਨਾਂ ਕਿਹਾ ਭਾਜੀ ਬੈਠੋ ਪਹਿਲੇ। ਗ੍ਰੰਥੀ ਸੀ ਪਹਿਲੇ, ਹਾਂਜੀ ਗ੍ਰੰਥੀ ਸੀ ਪਹਿਲੇ, ਭਾਈ ਗੁਰਦਾਸ ਸਿੰਘ ਜੀ, ਭਾਈ ਗੁਰਦਾਸ ਜੀ, ਭਾਈ ਗੁਰਦਾਸ ਸਿੰਘ ਜੀ। ਉਹਨਾਂ ਕਿਹਾ ਬਦਰ ਖਾਂ ਜੀ ਪਹਿਲੇ ਸਭ ਤੋਂ ਪਹਿਲੇ ਲੰਗਰ ਛਕੋ, ਹਾਂਜੀ, ਬਾਕੀ ਗੱਲਾਂ ਹੋਣਗੀਆਂ ਬਾਅਦ ਵਿੱਚ, ਕਿਉਂਕਿ ਤੁਸੀਂ ਉਸ ਦਰ ਤੇ ਆਏ ਹੋ ਜਿੱਥੇ ਲੰਗਰ ਸ਼ੁਰੂ ਹੋਇਆ ਜਿਸ ਜਗ੍ਹਾ ਤੋਂ। ਭਾਜੀ ਉਹ ਲੰਗਰ ਲੈ ਕੇ ਆਇਆ ਜੀ, ਮੈਂ ਲੰਗਰ ਛਕਿਆ, ਸੁੱਖ ਸ਼ਾਂਤ ਹੋਇਆ। ਉਸ ਤੋਂ ਬਾਅਦ ਦੁੱਧ ਪੱਤੀਆਂ ਆ ਗਈਆਂ, ਚਾਹਾਂ ਆ ਗਈਆਂ ਜੀ। ਉਹ ਮੈਂ ਜਿਹੜਾ ਅੱਧਾ ਘੰਟਾ ਬਹਿਣਾ ਸੀ, ਉਹ ਮੈਂ 4 ਘੰਟੇ ਉੱਥੇ ਗੁਜ਼ਾਰੇ ਜੀ। ਫਿਰ ਮੈਂ ਸਾਰੀ ਹਿਸਟਰੀ ਪੁੱਛੀ, ਫਿਰ ਮੈਂ ਉਹ ਦਰਸ਼ਨ ਕੀਤੇ ਜੀ ਉਸ ਦਰਖਤ ਦੇ, ਉਹ ਦਰਖਤ ਬੇਰੀ ਦਾ ਦਰਖਤ ਹਾਲੇ ਜਿਹਦੇ ਥੱਲੇ ਗੁਰੂ ਨਾਨਕ ਸਾਹਿਬ ਜਿੱਥੇ ਬਾਬਾ ਜੀ ਬੈਠੇ ਸਨ, ਠੀਕ ਹੈ ਜੀ। ਫਿਰ ਉਹ ਖੂਹ ਦੇਖਿਆ, ਲੇਕਿਨ ਭਾਜੀ ਮੈਨੂੰ ਹੈਰਾਨੀ ਹੋਈ ਉੱਥੇ ਸਾਡੇ ਮੌਜਜ਼ਾ ਕਹਿੰਦੇ ਨੇ, ਮਿਰੇਕਲਸ, ਸਾਡੇ ਮੁਸਲਮਾਨਾਂ ਦੇ ਵਿੱਚ ਮਜ਼ਹਬੀ ਕਿਤਾਬ ਵਿੱਚ ਕਿ ਅਨਯੂਜੂਅਲ ਚੀਜ਼ ਨੂੰ ਮੌਜਜ਼ਾ ਕਹਿੰਦੇ ਨੇ ਜੀ। ਲੇਕਿਨ ਭਾਜੀ ਮੈਂ ਉਹ ਜ਼ਿੰਦਾ ਮੌਜਜ਼ਾ ਇਹ ਵੇਖਿਆ ਕਿ ਬਾਬਾ ਜੀ ਨੇ ਉਸ ਟਾਈਮ 'ਚ ਜਿਹੜਾ ਆਪਣੇ ਹੱਥ ਨਾਲ ਖੂਹ ਕੱਢਿਆ ਹੋਇਆ ਸੀ, ਤੁਸੀਂ ਵੇਖਿਆ ਉਹ ਗੁਰੂ ਘਰ ਆਮ ਜ਼ਮੀਨ ਦੀ ਸਤ੍ਹਾ ਤੋਂ ਉੱਚਾ ਹੈਗਾ, ਕਾਫੀ ਉੱਚਾ। ਲੇਕਿਨ ਜਿਸ ਵੇਲੇ ਮੈਂ ਉਹ ਖੂਹ ਦੇ ਵਿੱਚ ਵੇਖਿਆ ਨਾ, ਉਹਦਾ ਪਾਣੀ ਬਿਲਕੁਲ ਉਹਦੇ ਜ਼ਮੀਨ ਦੇ ਲੈਵਲ ਤੇ ਸੀ। ਬਿਲਕੁਲ ਯਾਰਾ ਕਰਾਮਾਤ ਵਾਲੀ ਗੱਲ ਕਈ ਵਾਰੀ ਦੇਖਣ ਨੂੰ ਮਿਲਦੀ ਹੈ। ਕਰਾਮਾਤ ਕਹਿ ਸਕਦੇ ਹੋ, ਯਾਰਾ ਕਰਾਮਾਤ ਸ਼ਬਦ ਤੁਸੀਂ ਮੌਜਾ ਸ਼ਬਦ ਵਰਤਦੇ ਆ ਕਿ 17 ਪੌੜੀਆਂ 16-17 ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਹੈ ਧਰਤੀ ਤੋਂ ਗੁਰਦੁਆਰਾ ਸਾਹਿਬ ਦੇ ਜਾਣ ਲਈ ਉੱਚਾ ਜੀ। ਪਰ ਉੱਥੇ ਜਿਹੜਾ ਖੂਹ ਹੈ ਉਹਦੇ 'ਚ ਜਿਹੜਾ ਪਾਣੀ ਆ ਉਹ ਤੁਸੀਂ ਜੇ ਦੇਖੋਗੇ ਤੇ ਜੇ 17 ਪੌੜੀ ਚੜ੍ਹ ਕੇ ਜਾਣਾ ਤੇ ਫਿਰ ਚਲੋ ਚੁਬਾਰੇ ਤੋਂ ਤੁਸੀਂ ਪਾਣੀ ਦੇਖਣਾ, ਪਰ ਉਹ ਇਦਾਂ ਲੱਗਦਾ ਜਿਹੜਾ ਜਲ ਨਾਲ ਹੀ ਤੁਸੀਂ ਧਰਤੀ ਦੇ ਲੈਵਲ ਤੇ ਹੈ ਜੀ। ਇਹ ਮੈਂ ਜ਼ਿੰਦਾ ਉਸ ਲੈਵਲ ਤੇ ਮੈਂ ਵੇਖਿਆ ਜੀ, ਉਸ ਲੈਵਲ ਤੇ ਆ। ਇਹ ਮੇਰੀ ਅਰਦਾਸ ਹੈਗੀ ਜੀ ਕਿ ਰੱਬ ਤੁਹਾਨੂੰ ਸਾਰੀ ਸੰਗਤ ਨੂੰ ਦਰਸ਼ਨ ਕਰਾਵੇ ਜੀ। ਤੇ ਉਹ ਬੜੀ ਕਮਾਲ ਦੀ ਗੱਲ ਆ, ਜਦੋਂ ਸੰਗਤਾਂ ਨੂੰ ਦੱਸੀ ਤਾਂ ਸੰਗਤਾਂ ਕਈ ਹੈਰਾਨ ਹੁੰਦੀ ਇਦਾਂ ਹੁੰਦੇ ਆ ਤੇ ਆਲੇ ਦੁਆਲੇ ਕੀ ਨਿਰੀਖਣ ਕਰਨ ਦੀ ਕੋਸ਼ਿਸ਼ ਕਰਦੇ ਆ। ਔਰ ਅੱਜ ਕੱਲ੍ਹ ਬੜਾ ਖੂਬਸੂਰਤ ਮਾਹੌਲ ਬਣਿਆ ਗੁਰਦੁਆਰਾ ਸੱਚਾ ਸੌਦਾ ਦਾ ਜੀ। ਦੇਖੋ ਮੋਰ ਪਹਿਲਾਂ ਜਿਹੜੇ ਕਿ ਸ਼ਾਮ ਸਵੇਰੇ ਜਾਓ ਮੋਰ ਪਹਿਲਾਂ ਪਾਉਂਦੇ ਹੁੰਦੇ ਆ, ਕੋਇਲਾਂ ਦੀ ਆਵਾਜ਼ ਆਉਂਦੀ ਹੁੰਦੀ ਆ। ਅੱਜ ਕੱਲ੍ਹ ਅਸੀਂ ਅਪ੍ਰੈਲ 'ਚ ਗਏ ਸੀ ਜੀ, ਉੱਥੇ ਅਮਰੂਦ ਲੱਗੇ ਹੋਏ ਸੀ ਬੜੇ ਪਿਆਰੇ। ਤੁਸੀਂ ਅਮਰੂਦ ਖਾ ਕੇ ਆਏ ਹੋ ਤੇ ਮੈਂ ਜਦੋਂ ਗਿਆ ਉਦੋਂ ਅੰਜੀਰ ਲੱਗੇ ਸੀ। ਅੰਜੀਰਾਂ ਕੋਈ ਨਾ, ਜਿਹੜੇ ਮਰਜ਼ੀ ਮੌਸਮ ਜਾਓ ਕੋਈ ਨਾ ਕੋਈ ਫਲ ਹੁੰਦਾ। ਮੈਂ ਵੇਖਿਆ ਕੋਈ ਨਾ ਕੋਈ ਫਲ ਲੱਗਾ ਹੁੰਦਾ। ਮੈਂ ਫਿਰ 2-3 ਵਾਰੀ ਗਿਆ। ਮੈਂ ਫਿਰ ਜਦੋਂ ਮੈਂ ਸਕ੍ਰਿਪਟ ਕੰਪਲੀਟ ਕਰ ਲਈ, ਮੈਂ ਭਾਈ ਨੂੰ ਵੀ ਫਿਰ ਸਕ੍ਰਿਪਟ ਸੁਣਾਉਣ ਵਾਸਤੇ ਗਿਆ। ਅੱਛਾ, ਮੈਂ ਕਿਹਾ ਭਾਜੀ ਦੇਖੋ ਇਹ ਮੈਂ ਬਾਬਾ ਜੀ ਦੀ ਗੱਲ ਹੋਣੀ ਹੈ ਤੇ ਕੋਈ ਗੱਲ ਵਿੱਚ ਐਸੀ ਨਾ ਮੇਰੇ ਮੂੰਹ ਚੋਂ ਨਿਕਲ ਜਾਵੇ ਕਿ ਕੋਈ ਐਸੀ ਕਿਸੇ ਦੀ ਦਿਲ ਆਜ਼ਾਰੀ ਨਾ ਹੋ ਜਾਵੇ। ਮੈਂ ਫਿਰ ਉਹਨਾਂ ਨੂੰ ਉਹ ਵੀ ਮੈਨੂੰ ਅੰਦਰ ਲੈ ਕੇ ਗਏ ਤੇ ਉੱਥੇ ਵੀ ਮੈਨੂੰ ਸਰੂਪਾ ਮਿਲਿਆ ਜੀ, ਗਿਫਟ ਹੋਇਆ। ਮੈਨੂੰ ਯਾਦ ਤਾਂ ਆ ਰਿਹਾ ਕਿਉਂਕਿ ਗੁਰਦਾਸ ਸਿੰਘ ਸਾਡੇ ਬਹੁਤ ਪਿਆਰੇ ਮਿੱਤਰਾਂ ਚੋਂ ਸੀ, ਉਹ ਹੁਣ ਉਹਨਾਂ ਦੀ ਉੱਥੋਂ ਬਦਲੀ ਹੋ ਗਈ ਆ। ਪਰ ਜਿੰਨਾ ਗ੍ਰੰਥੀ ਤੌਰ ਤੇ ਜਿੰਨਾ ਉਹਨਾਂ ਬੜੀ ਮਿਹਨਤ ਕੀਤੀ ਗੁਰਦੁਆਰੇ ਸਾਹਿਬ ਦਾ ਜਿਹੜਾ ਅੱਜ ਦਾ ਰੂਪ ਰੇਖਾ ਸਾਰੀ ਉਹਦੇ 'ਚ ਗੁਰਦਾਸ ਸਿੰਘ ਦੀ ਆਪਣੀ ਬੜੀ ਮਿਹਨਤ ਆ। ਜਿਹੜਾ ਬਾਗ ਉਹਨਾਂ ਨਾਲ ਮਾਲੀ ਦੇ ਨਾਲ ਲਾ ਕੇ ਜਿਹੜੀ ਮਦਦ ਕਰਦੇ ਰਹੇ, ਜਿਹੜੀ ਉਹਨੂੰ ਹਦਾਇਤਾਂ ਦਿੰਦਾ। ਫਿਰ ਵੱਡੀ ਗੱਲ ਆ, ਆਪਾਂ ਦਾਸਤਾਨ ਕੋਈ ਦੀ ਗੱਲ ਕਰਦੇ ਨਾ, ਹਾਂਜੀ, ਗੁਰਦਾਸ ਸਿੰਘ ਨੂੰ ਗੱਲ ਕਹਿਣੀ ਆਉਂਦੀ ਆ, ਕਹਾਣੀ ਕਹਿਣੀ ਆਉਂਦੀ ਉਹਨੂੰ, ਉਹ ਤੁਹਾਨੂੰ ਗੱਲ ਸਮਝਾ ਦਿੰਦਾ। ਬਿਲਕੁਲ ਜੀ, ਇਹ ਗੱਲ ਵੱਡੀ ਜੀ। ਅੱਛਾ ਜੀ, ਹੁਣ ਨੈਕਸਟ ਜੀ ਜਾਣਾ ਜੀ ਕਰਤਾਰਪੁਰ ਸਾਹਿਬ। ਉਧਰੋਂ ਸਾਡੇ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਨੇ ਅਨਾਉਂਸ ਕਰਤਾ ਜੀ ਅਸੀਂ ਲਾਂਘਾ ਖੋਲਣ ਲੱਗੇ ਹਾਂ ਤੇ ਡਿਵੈਲਪਮੈਂਟ ਹੋ ਰਹੀ ਹੈ ਜੀ। ਹੁਣ ਉਹ ਜੀ ਰਸਤਾ ਬੰਦ ਕਰ ਦਿੱਤਾ। ਜਿੱਥੇ ਮੈਂ ਜਾ ਕੇ ਗੱਡੀ ਰੋਕੀ ਉੱਥੋਂ ਪੈਦਲ ਜਾਣਾ ਹੈ। ਅੱਗੇ ਹੁਣ ਬੈਰੀਅਰ ਲੱਗਾ ਹੋਇਆ ਹੈ ਤੇ ਬਲਡੋਜ਼ਰ ਤੇ ਕਰੇਨਾਂ ਟੁਰ ਪਈਆਂ ਨੇ, ਆ ਰਹੀਆਂ ਨੇ। ਉਹ ਇੰਜੀਨੀਅਰ ਆ ਗਏ ਨੇ, ਨਕਸ਼ੇ ਦੇਖਣ ਲੱਗ ਪਏ ਨੇ। ਉਸ ਤੋਂ ਪਹਿਲੇ ਮੈਂ ਵਿਜ਼ਿਟ ਕਰ ਚੁੱਕਿਆ ਸਾਂ ਉੱਥੇ। ਅੱਛਾ, ਜਦੋਂ ਬਿਲਕੁਲ ਜਿਸ ਵੇਲੇ ਬਿਲਕੁਲ ਜੋ ਅਸਲ ਛੋਟਾ ਸਥਾਨ ਸੀ ਔਰ ਉਰਦੂ ਦੇ ਵਿੱਚ ਉੱਥੇ ਲੱਗੇ ਸਨ ਕਿ ਬਾਬਾ ਜੀ ਦੇ ਜਿੰਨੇ ਬਾਣੀ ਦੇ ਵਿੱਚੋਂ ਜੋ ਚੀਜ਼ਾਂ ਸਭ ਦਾ ਉਰਦੂ ਤਰਜਮਾ ਮੈਂ ਸਭ ਦੀਆਂ ਫੋਟੋਆਂ ਲਈ ਮੇਰੇ ਕੋਲ ਮੌਜੂਦ ਨੇ। ਉਹ ਹੁਣ ਮੈਨੂੰ ਨਾ ਜੀ ਉੱਥੇ ਹੋਰ ਵੀ ਇੱਕ ਜਥੇ ਯਾਨੀ ਕਿ ਸਾਡੇ ਪਾਕਿਸਤਾਨੀ ਲੋਕ ਵੀ ਅੰਦਰ ਵਿਜ਼ਿਟ ਕਰਨ ਵਾਸਤੇ ਜਾ ਰਹੇ ਨੇ ਤੇ ਉਹ ਅੰਦਰ ਨਹੀਂ ਜਾਣ ਦੇ ਰਹੇ। ਫੌਜੀ ਖਲੋਤੇ ਨੇ, ਸਾਰੀ ਸ਼ੁਰੂ ਹੋ ਗਈ। ਉਹਨਾਂ ਕਿ ਜੀ ਬੰਦ ਕਰ ਦਿੱਤਾ ਹੈ। ਉਹ ਸਿਰਫ ਜਿਹੜਾ ਬੈਰੀਅਰ ਤੇ ਖਲੋਤਾ ਸੀ ਨਾ ਫੌਜੀ ਸਾਹਿਬ, ਮੈਂ ਉਹਨਾਂ ਨੂੰ ਇੱਕ ਗੁਜ਼ਾਰਿਸ਼ ਕੀਤੀ। ਮੈਂ ਕਿਹਾ ਸਰ ਮੇਰਾ ਨਾਮ ਬਦਰ ਖਾਨ ਹੈ ਤੇ ਮੈਂ ਬਾਬਾ ਜੀ ਦੀ ਲਾਈਫ ਸਟੋਰੀ ਤੇ ਕੰਮ ਕਰ ਰਿਹਾ, ਔਰ ਇਹਨਾਂ ਗੁਰਦੁਆਰਾ ਸਾਹਿਬ ਤੇ ਗੁਰੂ ਘਰਾਂ ਤੇ ਕੰਮ ਕਰ ਰਿਹਾ ਤੇ ਲਾਹੌਰ ਤੋਂ ਮੈਂ ਬੜਾ ਟਰੈਵਲ ਕਰਕੇ ਆਇਆ, ਮੈਨੂੰ ਸਿਰਫ ਤੁਸੀਂ ਅੰਦਰ ਜਾਣ ਦੇ ਸਕਦੇ ਹੋ। ਉਹਨਾਂ ਕਿਹਾ 1 ਮਿੰਟ ਬਦਰ ਖਾਨ ਜੀ, ਕਿਸੇ ਨੂੰ ਪਰਮਿਸ਼ਨ ਨਹੀਂ ਹੈਗੀ। ਉਹਨਾਂ ਨੇ ਫੋਨ ਕੀਤਾ ਜੀ ਵਾਇਰਲੈਸ ਤੋਂ ਕੱਢ ਕੇ। ਨਾ ਮੈਨੂੰ ਉਹ ਮੇਜਰ ਸਾਹਿਬ ਜਾਣਦੇ ਨੇ, ਨਾ ਮੇਰਾ ਕੋਈ ਇੰਟਰੋਡਕਸ਼ਨ ਹੈ, ਨਾ ਮੇਰਾ ਕੋਈ ਤਾਰਫ ਹੈ। ਇਹ 2 ਮਿੰਟ ਬਾਅਦ ਉਹਨਾਂ ਕਹਾ ਬੈਰੀਅਰ ਪਿੱਛੇ ਕਰਕੇ ਕਹਿੰਦੇ ਆਓ ਬਦਰ ਖਾਨ ਜੀ। ਭਾਜੀ ਕੋਈ ਬੰਦਾ ਅੰਦਰ ਨਹੀਂ ਸੀ ਹੈਗਾ, ਮੈਂ ਇਕੱਲਾ ਬੰਦਾ ਸਾਂ।
ਜੀ 2-3 ਘੰਟੇ ਇੱਕ ਮੈਨੂੰ ਗੁਰੂ ਹੈ ਤੇ ਦੂਜਾ ਗੁਰੂ ਦਾ ਸਿੱਖ ਹੈ, ਇਦਾਂ ਕਹਣਾ ਬਸ ਇੰਝ ਹੀ ਹੈ। ਅੰਦਰ ਮੈਂ ਇਕੱਲਾ ਸਾਂ ਜੀ, ਮੈਂ 2-3 ਘੰਟੇ ਅੰਦਰ ਗੁਜ਼ਾਰੇ, ਮੈਂ ਸਕੂਨ ਲਿਆ ਅੰਦਰ, ਸਾਰੀਆਂ ਗੱਲਾਂ ਠੀਕ ਹੈ ਨਾ ਜੀ, ਮੈਂ ਜੋ ਮੇਰੇ ਮਨ ਵਿੱਚ ਜੋ ਚੀਜ਼ਾਂ ਸਨ ਲਿਖੀਆਂ, ਮੈਂ ਉੱਥੇ ਆਪਣਾ ਪੂਰਾ ਬਹਿ ਕੇ ਸਕੂਨ ਲਿਆ। ਤੇ ਇਹ ਮੈਨੂੰ ਹੈਰਾਨੀ ਇੰਝ ਹੋ ਰਹੀ ਸੀ, ਇਹ ਭਾਜੀ ਇਸ ਪੂਰੇ ਟਰੈਵਲ ਦੇ, ਇਸ ਦਾਸਤਾਨ ਦੇ ਤਿਆਰ ਕਰਨ ਦੇ ਮੈਨੂੰ ਇੰਝ ਲੱਗ ਰਿਹਾ ਸੀ ਜਿਸ ਤਰ੍ਹਾਂ ਕੋਈ ਸਾਇਆ, ਕੋਈ ਇੱਕ ਹੱਥ, ਕੋਈ ਰਹਿਮਤ ਦਾ ਇੱਕ ਹੱਥ ਤੁਹਾਡੇ ਉੱਤੇ ਮੁਸਲਸਲ ਹੈਗਾ ਹੈ, ਤੇ ਜਿਸ ਤਰ੍ਹਾਂ ਮੇਰੀ ਡਿਊਟੀ ਲੱਗੀ ਹੋਈ ਹੈ ਕਿ ਤੂੰ ਇਹ ਕੰਮ ਕਰਨਾ ਹੈ ਜੀ। ਭਾਜੀ ਮੈਂ ਤੁਹਾਨੂੰ ਆਪਣੇ ਹਾਜ਼ਰ ਨਾਜ਼ਰ ਜਾਣ ਕੇ ਆਪਣੇ ਖੁਦਾ ਨੂੰ ਕਹਿ ਰਿਹਾ ਹਾਂ, ਠੀਕ ਹੈ ਨਾ ਜੀ, ਇਹ ਮੈਂ ਡਿਊਟੀ ਸਮਝ ਕੇ ਹੀ ਸਾਰਾ ਕੁਝ ਕੀਤਾ ਜੀ, ਆਪਣੀ ਸੇਵਾ ਸਮਝ ਕੇ ਹੀ। ਇਹ 3 ਗੁਰੂ ਘਰ ਹੋ ਗਏ, ਗੁਰਦੁਆਰਾ ਰੂੜੀ ਸਾਹਿਬ, ਗੁਰਦੁਆਰਾ ਸੱਚਾ ਸੌਦਾ ਸਾਹਿਬ, ਕਰਤਾਰਪੁਰ ਸਾਹਿਬ। ਹਾਂਜੀ 7 ਗੁਰੂ ਘਰਾਂ ਦੀ ਤੁਸੀਂ ਦਾਸਤਾਨ, ਇਹ 7 ਗੁਰੂ, ਇਹ 3 ਹੋ ਗਿਆ ਜੀ। ਚੌਥੇ ਹੁਣ ਸੱਚਾ ਸੌਦਾ ਮੈਂ ਗਿਆ ਤੇ ਭਾਈ ਗੁਰਦਾਸ ਮੈਨੂੰ ਕਹਿੰਦੇ ਨੇ, ਕਹਿੰਦੇ ਬਦਰ ਖਾਨ ਜੀ ਮੈਂ ਅੱਛਾ ਸਾਨੂੰ ਆਦਤ ਹੁੰਦੀ, ਮੈਂ ਪਤਾ ਹੁੰਦਾ, ਮੈਂ ਕਿਹਾ ਭਾਜੀ ਰੂਟੀਨ ਦੀ ਗੱਲ ਤੁਸੀਂ ਮੈਨੂੰ ਨਾ ਸੁਣਾਣਾ, ਕੋਈ ਜਿਹੜੀ ਅਨੋਖੀ ਗੱਲ ਹੋਵੇ ਨਾ, ਕਿਉਂਕਿ ਮੈਂ ਕਿੱਸਾ ਗੋ ਹਾਂ ਤੇ ਮੈਨੂੰ ਜਰਾ ਅਨੋਖੀ ਗੱਲ ਸੁਣਾਣਾ ਤਾਂ ਕਿ ਮੇਰੀ ਆਡੀਅנס। ਹਾਂਜੀ ਮੈਨੂੰ ਕਹਿੰਦੇ ਫਿਰ ਅਨੋਖੀ ਗੱਲ ਤੇ ਬਦਰ ਸਾਹਿਬ ਇਹ ਵੇ ਕਿ ਇਸੇ ਸਾਡੇ ਗੁਰੂ ਘਰ ਦੇ ਨਾਲ ਹੀ 1 ਕਿਲੋਮੀਟਰ ਦੇ ਉੱਤੇ ਇੱਕ ਛੋਟਾ ਜਿਹਾ ਸਥਾਨ ਹੈ, ਗੁਰੂ ਘਰ ਹੈ, ਉੱਥੇ ਵੀ ਬਾਬਾ ਜੀ ਬੈਠੇ ਰਹਿੰਦੇ, ਉਹਦਾ ਨਾਮ ਹੈ ਗੁਰਦੁਆਰਾ ਸੱਚਖੰਡ ਸਾਹਿਬ ਜੀ। ਹਾਂ ਤੇ ਤੁਸੀਂ ਜਾਓ, ਉਹਨੂੰ ਵਿਜ਼ਿਟ ਕਰਕੇ ਆਓ। ਉਹ ਲੇਕਿਨ ਮੈਨੂੰ ਇੰਝ ਲੱਗਾ ਕਿ ਜਿਵੇਂ ਮੈਨੂੰ ਮੈਂ ਕਿਹਾ ਤੁਸੀਂ ਮੇਰੇ ਨਾਲ ਨਹੀਂ ਜਾ ਰਹੇ, ਕਹਿੰਦੇ ਨਹੀਂ ਮੈਂ ਨਹੀਂ ਜਾਣਾ। ਹਾਂਜੀ ਅੱਛਾ ਜੀ, ਮੈਂ ਕਿਹਾ ਮੈਂ ਚਲੇ ਜਾਣਾ। ਮੈਨੂੰ ਕਹਿੰਦੇ, ਮੈਂ ਕਿਹਾ ਤੁਸੀਂ ਕਿਉਂ ਨਹੀਂ ਜਾ ਰਹੇ? ਕਹਿੰਦੇ ਤੁਸੀਂ ਜਾਓਗੇ ਤੁਹਾਨੂੰ ਪਤਾ ਲੱਗ ਜਾਏਗਾ। ਹਾਂਜੀ ਮੈਂ ਚਲਾ ਗਿਆ ਭਾਜੀ, ਉੱਥੇ ਗੁਰੂ ਘਰ ਸਾਫ਼ ਲੱਗ ਰਿਹਾ ਸੀ ਕਿ ਗੁਰੂ ਘਰ ਹੈ, ਲੇਕਿਨ ਉੱਥੇ ਕੁਝ ਲੋਕ ਬੈਠੇ, ਕੋਈ ਦੂਣੀ ਧਮਾ ਕੇ, ਤੇ ਉੱਥੇ ਬਾਹਰ ਪੀਰ ਬੈਠੇ, ਮੈਂ ਹਾਂਜੀ ਉੱਥੇ ਇੱਕ ਕਬਰ ਬਣੀ ਹੋਈ ਜੀ, ਕਬਰ ਦੇ ਉੱਤੇ ਚਾਦਰ ਪਾਈ ਹੋਈ, ਤੇ ਉਹ ਬੈਠੇ ਲੋਕ, ਉਹ ਬਾਹਰ ਮੈਨੂੰ ਉਹਨਾਂ ਨੇ ਬੜੀਆਂ ਭੈੜੀਆਂ ਜਿਹੀਆਂ ਨਜ਼ਰਾਂ ਨਾਲ ਦੇਖਿਆ। ਅੱਛਾ ਤੇ ਹਾਂਜੀ ਕਿੱਧਰ? ਤੇ ਮੈਂ ਕਿਹਾ ਮੈਂ ਗੁਰੂ ਘਰ ਦੇਖਣ ਆਇਆ। ਕਿਉਂ? ਮੈਂ ਕਿਹਾ ਕਿਉਂ ਦਾ ਕੀ ਮਤਲਬ ਹੋਇਆ ਜੀ? ਮੈਂ ਕਿਹਾ ਗੁਰੂ ਦਾ ਘਰ ਹੈ, ਜੋ ਮਰਜ਼ੀ ਜਿਹੜਾ ਮਰਜ਼ੀ ਦੇਖੇ। ਅੱਛਾ ਇਹ ਹੁਣ ਗੁਰੂ ਘਰ ਨਹੀਂ ਹੈਗਾ, ਤੁਸੀਂ ਆਪਣਾ ਕਿੱਥੋਂ ਆਏ ਹੋ? ਮੈਂ ਕਿਹਾ 1 ਮਿੰਟ ਠਹਿਰ ਜਾਓ, ਮੈਂ ਪਾਕਿਸਤਾਨ ਟੈਲੀਵਿਜ਼ਨ ਦਾ ਆਰਟਿਸਟ ਹਾਂ, ਮੇਰਾ ਨਾਮ ਬਦਰ ਖਾਨ ਹੈ, ਮੈਂ ਫਨਕਾਰ ਹੈਗਾ ਵਾਂ, ਕੋਈ ਕਿਸੇ ਮਹਿਕਮੇ ਵੱਲੋਂ ਜਾਂ ਉਧਰੋਂ ਨਹੀਂ ਆਇਆ। ਉਹ ਮੈਨੂੰ ਸ਼ੱਕ ਪੈ ਗਿਆ ਕਿ ਜਿਵੇਂ ਕਬਜ਼ਾ ਨਹੀਂ ਕੀਤਾ ਹੁੰਦਾ ਜਗ੍ਹਾ ਦੇ ਉੱਤੇ, ਉਹ ਮੈਨੂੰ ਇੰਝ ਲੱਗ ਰਿਹਾ ਸੀ। ਇਹ ਗੱਲ ਮੈਨੂੰ ਭਾਈ ਗੁਰਦਾਸ ਨੇ ਕਹੀ, ਤੁਸੀਂ ਆਪ ਜਾਓਗੇ ਤੁਹਾਨੂੰ ਪਤਾ ਲੱਗੇਗਾ। ਬਿਲਕੁਲ ਕੀਤਾ ਵੀ ਹੋਇਆ ਹੈ। ਹਾਂਜੀ ਉਹ ਕੀਤਾ ਜੀ। ਉਹ ਜੀ ਮੈਂ ਚਲਾ ਗਿਆ ਜੀ ਬਾਹਰ, ਮੈਂ ਘੁੰਮ, ਉਹ ਹੁਣ ਉਹਨਾਂ ਦੀ ਇਹ ਕੋਸ਼ਿਸ਼, ਮੈਨੂੰ ਅੰਦਰ ਤੋਂ ਉਹਨਾਂ ਨੇ ਆਉਣ ਦਿੱਤਾ, ਉਹਨਾਂ ਦੀ ਇਹ ਕੋਸ਼ਿਸ਼ ਕਿ ਬਈ ਇਹ ਛੇਤੀ ਹੁਣ ਚਲਾ ਜਾਵੇ ਇੱਥੋਂ। ਮੈਂ ਉਹਨੂੰ ਕੋਈ ਪੁੱਛਣਾ ਸ਼ੁਰੂ ਕਰਤਾ, ਮੈਂ ਕਿਹਾ ਭਾਜੀ ਮੈਨੂੰ ਸਮਝ ਨਹੀਂ ਆਈ ਕਿ ਗੁਰੂ ਘਰ ਪੁਰਾਣਾ ਲੱਗ ਰਿਹਾ, ਮੈਨੂੰ ਬਹੁਤ ਲੱਗਦਾ ਹੈ ਕਿ ਇੱਕ ਹਿਸਟੋਰੀਕਲ ਜਗ੍ਹਾ ਹੈ, ਕਬਰ ਮੈਨੂੰ ਬਿਲਕੁਲ ਫਰੈਸ਼ ਲੱਗ ਰਹੀ ਹੈ, ਇਹ ਕਬਰ ਦਾ ਤੇ ਗੁਰੂ ਘਰ ਦਾ। ਉਹ ਭਾਜੀ ਇਹ ਬੜੇ ਵੱਡੇ ਦਰਵੇਸ਼ ਨੇ, ਵਲੀ ਨੇ, ਇਹਨਾਂ ਦੀ ਇੱਥੇ ਇਹਨਾਂ ਦੀ ਫੌਤਗੀ ਹੋਈ ਹੈ, ਤਾਂ ਅਸੀਂ ਉਹਨਾਂ ਦੀ ਕਬਰ ਬਣਾਤੀ, ਤੇ ਉਹ ਸਾਰੇ ਉੱਥੋਂ ਨਸ਼ਈ ਟਾਈਪ ਹੀ ਸਨ ਸਾਰੇ, ਨਸ਼ਈ ਟਾਈਪ ਲੋਕ ਬੈਠੇ ਆ ਉੱਥੇ ਬੈਠੇ। ਮੈਂ ਬਾਹਰ ਉੱਥੇ ਆਪਣਾ ਟਾਈਮ ਗੁਜ਼ਾਰ ਕੇ, ਜਿਸ ਵੇਲੇ ਮੈਨੂੰ ਲੱਗਾ ਨਾ ਕਿ ਹੁਣ ਇਹ ਬਲਾਸਟ ਹੋਣ ਵਾਲੇ ਨੇ, ਜਾਂ ਮੇਰੇ ਨਾਲ ਹੋ ਸਕਦਾ ਕੋਈ ਬੁਰਾ ਨਾ ਬੋਲਣ, ਤੇ ਮੈਂ ਕਿਹਾ ਓਕੇ ਜੀ ਖੁਦਾ ਹਾਫਿਜ਼। ਮੈਂ ਵਾਪਸ ਆਇਆ, ਮੈਂ ਕਿਹਾ ਭਾਜੀ ਮੈਂ ਸੀਨ ਤੇ ਵੇਖ ਕੇ ਆਇਆ, ਪਰ ਤੁਸੀਂ ਮੈਨੂੰ ਦੱਸਿਆ ਨਹੀਂ। ਕਹਿੰਦਾ ਬਦਰ ਖਾਨ ਜੀ ਇਹ ਸਾਡਾ ਤਾਰੀਖੀ ਗੁਰੂ ਘਰ ਹੈ। ਉਹਨਾਂ ਦਿਨਾਂ ਦੇ ਵਿੱਚ ਨਾ ਜੀ ਬਾਬਾ ਜੀ ਦੇ 550ਵੇਂ ਜਨਮ ਦੀਆਂ ਤਿਆਰੀਆਂ ਹੋਣੀਆਂ ਸਨ ਜੀ। ਕਹਿੰਦਾ ਸਾਨੂੰ ਕਮਿਸ਼ਨਰ ਸ਼ੇਖੂਪੁਰਾ ਨੇ ਕਿਹਾ ਵੀ ਹੈ ਕਿ ਮੈਂ ਚਾਹਵਾਂ ਤੇ ਮੈਂ 1 ਮਿੰਟ 'ਚ ਇਹਨਾਂ ਕੋਲ ਖਾਲੀ ਕਰਾ ਲਵਾਂ, ਲੇਕਿਨ ਹੁਣ ਇੱਕ ਤਿਉਹਾਰ ਐਸਾ ਆ ਰਿਹਾ ਹੈ, ਅਸੀਂ ਨਹੀਂ ਚਾਹੁੰਦੇ ਕਿ ਕੋਈ ਫਸਾਦ ਹੋਵੇ, ਕੋਈ ਐਵੇਂ ਧਾਰਮਿਕ ਕੱਟੜ। ਠੀਕ ਹੈ ਜੀ, ਤੇ ਕੋਈ ਬਾਤ ਨਹੀਂ, ਇਹਨਾਂ ਨੂੰ ਕਰਨ ਦਿਓ। ਔਰ ਕਹਿੰਦੇ ਨੇ ਸਾਰੇ ਇਲਾਕੇ ਨੂੰ ਪਤਾ ਹੈ ਕਿ ਇਹ ਝੂਠਾ ਇਹਨਾਂ ਨੇ ਜੀ, ਨਸ਼ੇੜੀ ਲੋਕ, ਨਸ਼ੇੜੀ ਕਿਸਮ ਦੇ ਲੋਕ ਤੇ ਕਬਜ਼ਾ ਕਰਕੇ ਬੈਠੇ ਆ। ਜਿਹੜੇ ਬਜ਼ੁਰਗ ਉੱਥੇ, ਇੱਕ ਦਿਨ ਜ਼ਰੂਰ ਸਮਾਂ ਆਊਗਾ, ਵਾਲੇ ਉਹਨੂੰ ਆਏਗਾ। ਇਹ 4 ਹੋ ਗਿਆ ਜੀ। ਨੈਕਸਟ ਹੋ ਗਿਆ ਉਹਨਾਂ ਦੀ ਤੁਸੀਂ ਗਾਥਾ ਫੇ ਕਹੀ, ਇਹ ਹੁਣ ਮੈਂ ਜੀ ਕਹੀ। ਉਹ ਗੁਰਦੁਆਰੇ ਦਾ ਨਾਮ ਹੈਗਾ ਗੁਰਦੁਆਰਾ ਸੱਚਖੰਡ ਸਾਹਿਬ। ਉਹਦਾ ਬੜਾ ਉਹਦਾ ਜੀ, ਉਹ ਜਿਹੜਾ ਉਹ ਕਿੱਸਾ ਹੈ ਨਾ ਜੀ, ਅਗਰ ਕਹੋ ਤਾਂ ਮੈਂ ਉਹ ਸੁਣਾ ਸਕਦਾ। ਥੋੜਾ ਜਿਹੀ ਗੱਲ ਕਰ, ਛੋਟਾ ਜਿਹਾ ਕਰੋ ਕਿ ਬਾਬਾ ਜੀ ਉੱਥੇ ਬਹਿੰਦੇ ਹੁੰਦੇ ਸਨ ਤੇ ਲੰਗਰ ਛਕਾਉਂਦੇ ਹੁੰਦੇ ਸਨ ਉਸ ਸਥਾਨ ਤੇ ਬੈਠ ਕੇ। ਤੇ ਇੱਕ ਵਪਾਰੀ ਆਪਣੇ ਖਚਰਾਂ ਤੇ ਖੋਤਿਆਂ ਤੇ ਨਾ ਜੀ ਗੁੜ ਸ਼ੱਕਰ ਦਾ ਕੰਮ ਕਰਦਾ ਸੀ, ਤੇ ਕੋਲੋਂ ਲੰਘ ਰਿਹਾ, ਤੇ ਬਾਬਾ ਜੀ ਨੇ ਕਿਹਾ ਕਿ ਆ ਜਾ ਬਈ ਦਰਵੇਸ਼ਾ ਲੰਗਰ ਛਕ ਲੈ। ਕਹਿੰਦਾ ਨਹੀਂ ਬਾਬਾ ਜੀ ਆਪਣਾ ਮੈਂ ਕੀਤਾ ਹੋਇਆ, ਮੈਂ ਛਕਿਆ ਹੋਇਆ। ਤੇ ਬਾਬਾ ਜੀ ਕਹਿਣ ਲੱਗੇ ਕਿ ਕੀ ਕੰਮ ਕਰਦਾ? ਉਹਨੇ ਕਿਹਾ ਯਾਰ ਹੁਣ ਬਾਬਾ ਜੀ ਨੂੰ ਦੱਸਿਆ ਨਾ ਮੈਂ ਗੁੜ ਸ਼ੱਕਰ ਵੇਚਦਾ, ਤੇ ਐਵੇਂ ਬਾਬਾ ਜੀ ਮੰਗੀ ਨਾ ਲੈਣ, ਬਾਬਾ ਜੀ ਕਹਿਣ ਨਾ ਇੱਥੇ ਲਾ ਦੇ। ਕਹਿੰਦੇ ਬਾਬਾ ਜੀ ਮੈਂ ਰੇਤ ਮਿੱਟੀ ਦਾ ਮੇਰਾ ਕੰਮ ਹੈ, ਤੇ ਮੈਂ ਤੇ ਰੇਤ ਸੁੱਟਣ ਚੱਲਿਆ। ਤੇ ਬਾਬਾ ਜੀ ਕਹਿਣ ਲੱਗੇ ਅੱਛਾ ਬੱਚਾ ਰੇਤ ਹੀ ਹੋਏਗੀ, ਮਿੱਟੀ ਹੋਏਗੀ, ਥੋੜਾ ਜਿਹਾ ਅੱਗੇ ਗਿਆ ਨਾ ਜੀ, ਤੂੰ ਉਹ ਖੋਤੇ ਉਹ ਨਾ ਬਹਿ ਗਏ। ਤੇ ਵਪਾਰੀ ਸੋਚਣ ਲੱਗਿਆ ਕਿ ਸ਼ਾਇਦ ਮੈਨੂੰ ਲੱਗਦਾ ਹੈ ਕਿ ਮੈਂ ਅੱਜ ਭਾਰ ਜ਼ਿਆਦਾ ਲੱਦ ਬੈਠਾ, ਤਦ ਕਰਕੇ ਵਜ਼ਨ ਨਾਲ ਬਹਿ ਗਏ ਨੇ। ਉਹਨੇ ਭਾਈ ਬੋਰੇ ਥੱਲੇ ਲਾਏ, ਉਹ ਜਦ ਬੋਰੇ ਖੋਲੇ ਤੇ ਵਿੱਚੋਂ ਰੇਤ ਨਿਕਲੀ। ਹੈਰਾਨ ਕਿ ਮੈਂ ਤੇ ਸ਼ੱਕਰ ਪਾਈ ਸੀ, ਇਹ ਤੇ ਰੇਤ ਨਿਕਲ ਆਏ। ਦੌੜਿਆ ਬਾਬਾ ਜੀ ਕੋਲ, ਬਾਬਾ ਜੀ ਮੈਨੂੰ ਮਾਫ ਕਰ ਦਿਓ, ਮੈਂ ਤੁਹਾਡੇ ਨਾਲ ਮਖੌਲ ਕੀਤਾ ਸੀ, ਮੈਂ ਕਿਹਾ ਮੰਗ ਨਾ ਲੈਣ। ਕਹਿੰਦੇ ਵੀ ਤੇ ਉਹ ਤੁਸੀਂ ਪਤਾ ਨਹੀਂ ਕੀ ਕਿਹਾ ਹੈ, ਉਹ ਤਾਂ ਮੇਰੀ ਸ਼ੱਕਰ ਰੇਤ ਬਣ ਗਈ। ਕਹਿੰਦੇ ਨਾ ਬੇਟਾ
ਅਸੀਂ ਤਾਂ ਨਹੀਂ ਕੁਝ ਕਿਹਾ, ਹਾਂਜੀ। ਤੂੰ ਹੀ ਕਿਹਾ ਸੀ ਰੇਤ ਤੇ ਰੇਤ ਹੈ, ਤੇ ਜੇ ਤੂੰ ਵੀ ਕਹਾਂਗਾ ਸ਼ੱਕਰ ਤੇ ਤੂੰ ਹੀ ਕਿਹਾ ਤੇ ਸ਼ੱਕਰ ਹੈ ਤੇ ਸ਼ੱਕਰ ਹੈ। ਕਹਿੰਦਾ ਨਹੀਂ ਜੀ ਸ਼ੱਕਰ ਹੀ ਹੈਗੀ। ਕਹਿੰਦਾ ਜਾ ਵੇਖਿਆ ਤਾਂ ਸ਼ੱਕਰ ਹੀ ਸੀ। ਹਾਂ, ਇੱਥੋਂ ਇੱਕ ਗੱਲ ਦਾ ਪਤਾ ਲੱਗਦਾ ਕਿ ਬੰਦੇ ਦੇ ਜੋ ਦਿਲ 'ਚ ਆ, ਜੋ ਜ਼ੁਬਾਨ 'ਚ ਆ, ਉਹੀ ਸੰਸਾਰ 'ਚ ਹੁੰਦਾ। ਜੀ 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 ਜਿਹੜੀ ਕਿ ਜਿਹੜੀ ਸਿੱਖਿਆ ਦੇਣ ਵਾਲੀ ਗੱਲ ਇਹ ਆ ਕਿ ਜੋ ਤੁਸੀਂ ਆਪਣੇ ਮਨ ਦੀ ਨੀਤ ਰੱਖ ਲਈ ਆ, ਜੋ ਤੁਸੀਂ ਆਪਣੇ ਬੋਲ ਰੱਖ ਲਿਆ, ਉਹ ਤੁਹਾਨੂੰ ਸੰਸਾਰ ਤੇ ਪ੍ਰਾਪਤ ਹੋ ਜਾਣਾ। ਬਸ ਸਿੱਖਣ ਵਾਲੀ ਗੱਲ ਇਹ ਹੈ। ਹਾਂਜੀ, ਫਿਰ ਜੀ ਕਰਤਾਰਪੁਰ ਸਾਹਿਬ ਹੋ ਗਿਆ, ਫਿਰ ਸੱਚਖੰਡ ਸਾਹਿਬ ਹੋ ਗਿਆ। ਹੁਣ ਪਿੱਛੇ ਰਹਿ ਗਏ ਜੀ 2 ਗੁਰਦੁਆਰੇ। ਇੱਕ ਜੀ ਗੁਰਦੁਆਰਾ ਰੋੜੀ ਸਾਹਿਬ ਹੋ ਗਿਆ, ਸੱਚਾ ਸੌਦਾ ਹੋ ਗਿਆ, ਕਰਤਾਰਪੁਰ ਹੋ ਗਿਆ, ਸੱਚਖੰਡ ਸਾਹਿਬ ਹੋ ਗਿਆ, 4 ਗੁਰਦੁਆਰੇ ਹੋ ਗਏ। 4 ਹੋ ਗਿਆ ਜੀ। ਹਾਂਜੀ, ਪੰਜਵਾਂ ਆ ਗਿਆ ਜੀ ਗੁਰਦੁਆਰਾ ਬਾਬੇ ਦੀ ਬੇਰ ਸਾਹਿਬ ਸਿਆਲਕੋਟ। ਸਿਆਲਕੋਟ ਗਏ। ਠੀਕ ਹੋ ਗਿਆ ਜੀ। ਸਿਆਲਕੋਟ ਮੈਂ ਨਹੀਂ ਜਾ ਸਕਿਆ ਜੀ। ਅੱਛਾ। ਸਿਆਲਕੋਟ ਮੈਂ ਨਹੀਂ ਜਾ ਸਕਿਆ। ਅੱਛਾ ਜੀ, ਉਹਦੀ ਕਥਾ ਕਹੀ ਆ? ਨਹੀਂ ਜੀ ਕਥਾ ਪੂਰਾ ਜੀ। ਅੱਛਾ, ਕਥਾ ਬੜਾ ਸਿਆਲਕੋਟ ਤੋਂ ਲੋਕ ਹੀ ਮੇਰੇ ਕੋਲ ਆ ਗਏ। ਇੱਥੇ ਵੀ ਜਿਹੜੇ ਮੇਰੇ ਪ੍ਰੋਡਿਊਸਰ ਨੇ ਜਿਨ੍ਹਾਂ ਨੇ ਮੈਨੂੰ ਇਸ ਕਥਾ ਵਾਸਤੇ ਬੁਲਾਇਆ ਹੈ, ਉਹ ਕਾਸ਼ਿਫ ਮੁਗਲ ਭਾਈ, ਅੱਛਾ। ਉਹ ਉਸ ਗੁਰਦੁਆਰਾ ਬਾਬੇ ਦੀ ਬੇਰ ਸਾਹਿਬ ਦੇ ਪੜੋਸੀ ਹੈਗੇ ਨੇ। ਉਹਨਾਂ ਦੀ ਔਰ ਕੰਧ ਸਿਆਲਕੋਟ ਨਾਲ ਦੀ ਜਿਹੜੀ ਕੰਧ। ਕਥਾ ਬੜੀ ਕਮਾਲ ਦੀ ਹੈ, ਬੜੀ ਕਮਾਲ ਪੀਰ ਦੀ। ਹਮਜ਼ਾ ਗੌਸ ਦੀ ਗੱਲ ਹੈ ਜੀ ਸਾਰੀ। ਪੀਰ ਹਮਜ਼ਾ ਰਸੂਲ। ਔਰ ਜੇ ਸਿਆਲਕੋਟ ਅੱਜ ਖੜਾ ਹੈ ਤੇ ਗੁਰੂ ਨਾਨਕ ਦੀ ਬਦੌਲਤ ਤੇ ਖੜਾ, ਨਹੀਂ ਤਾਂ ਪੀਰ ਹਮਜ਼ਾ ਗੌਸ ਨੇ ਆਖਿਆ ਸੀ ਮੈਂ ਸਿਆਲਕੋਟ ਗਰ ਕਰ ਦੇਣਾ ਜੀ। ਚਿੱਲਾ ਪੂਰਾ ਹੋ ਚੱਲਾ ਸੀ, ਉਹ ਪੂਰਾ ਸ਼ਹਿਰ ਗਰ ਕੋ ਚੱਲਾ ਸੀ, ਤੇ ਗੁਰੂ ਨਾਨਕ ਸਾਹਿਬ ਜਾ ਕੇ ਬਚਾਇਆ। ਠੀਕ ਹੋ ਗਿਆ ਨਾ ਜੀ। ਫਿਰ ਉੱਥੇ ਜੀ ਇਹ ਹੋ ਗਿਆ ਜੀ। ਫਿਰ ਜੀ ਅਸੀਂ ਗਏ ਆਪਣਾ ਪੰਜਾ ਸਾਹਿਬ। ਪੰਜਾ ਸਾਹਿਬ ਪੰਜਾ ਛੇਵਾਂ ਸਾਹਿਬ ਜੀ, ਹਸਨ ਅਬਦਾਲ ਸਾਹਿਬ। ਠੀਕ ਹੈ ਨਾ ਜੀ। ਉੱਥੇ ਦਰਸ਼ਨ ਕੀਤੇ, ਫਿਰ ਸਾਰੀਆਂ ਚੀਜ਼ਾਂ ਦੇਖੀਆਂ, ਉੱਥੋਂ ਦੀ ਚੀਜ਼ਾਂ ਇਕੱਠੀਆਂ ਕੀਤੀਆਂ। ਉਹ ਵੀ ਪੀਰ ਵਲੀ ਕੰਧਾਰੀ ਉੱਥੇ ਕਿਆ ਜੀ। ਬਾਤ ਹੈ, ਠੀਕ ਹੈ ਕਿਆ ਜੀ। ਬਾਤ ਹੈ। ਉਹ ਵੀ ਵਲੀ ਤੇ ਥੱਲੇ ਵੀ ਵਲੀ। ਠੀਕ ਹੈ ਨਾ ਜੀ। ਤੇ ਉਹ ਪੰਜਾ ਸਾਹਿਬ ਫਿਰ ਸਾਰਾ ਦੇਖ ਕੇ, ਸਾਰਾ ਵਿਜ਼ਿਟ ਕਰਕੇ। ਇਹ ਕਿੰਨੇ ਹੋ ਗਏ ਜੀ ਭਲਾ? ਇਹ 6 ਹੋ ਗਿਆ ਜੀ। ਛੇ ਹੋ ਜਨਮ ਗਏ। ਸਥਾਨ ਦੀ ਗੱਲ ਨਹੀਂ ਕੀਤੀ। ਜਨਮ ਸਥਾਨ ਜਨਮ ਸਥਾਨ ਨਨਕਾਣਾ ਸਾਹਿਬ ਜੀ। ਗੁਰਦੁਆਰਾ। ਨਨਕਾਣਾ ਸਾਹਿਬ ਗਏ। ਉੱਥੇ ਦੇ ਜਿਹੜੇ ਆਪਣੇ ਗ੍ਰੰਥੀ ਸਾਹਿਬ, ਉਹਨਾਂ ਨੇ ਬੜਾ ਪਿਆਰ ਕੀਤਾ ਜੀ ਮੇਰੇ ਨਾਲ, ਬੜੀ ਮੁਹੱਬਤ ਕਿਹੜੇ ਕੀਤੀ। ਗ੍ਰੰਥੀ ਸਾਹਿਬ ਸੀ ਉਹ? ਉਹਨਾਂ ਦਾ ਜੀ ਮੇਰੇ ਕੋਲ ਨੰਬਰ ਵੀ ਸੇਵ ਹੈਗਾ। ਅਕਸਰ ਮੇਰੀ ਗੱਲ ਵੀ ਹੁੰਦੀ ਰਹਿੰਦੀ ਹੈ ਤੇ ਮੈਂ ਤੁਹਾਨੂੰ ਬਲਕਿ ਭਾਈ ਦਇਆ ਸਿੰਘ ਜੀ ਮੇਰੇ ਖਿਆਲ ਹੋਣਗੇ ਜਾਂ ਜੀ ਨਹੀਂ, ਇੱਕ ਨਾਮ ਕੋਈ ਹੋਰ ਲਵੋ ਤੁਸੀਂ। 3-4 ਗ੍ਰੰਥੀ ਹੈ। ਹਾਂ ਜੀ। ਉਹਨਾਂ ਨੇ ਭਾਈ ਜੀ ਬੜੀ ਮੁਹੱਬਤ ਕੀਤੀ ਮੇਰੇ ਨਾਲ, ਲੰਗਰ ਛਕਾਇਆ, ਬੜੇ ਸਕੂਨ ਨਾਲ ਬੈਠ ਕੇ ਮੈਨੂੰ ਉਹਨਾਂ ਨੇ ਇੱਕ ਇੱਕ ਚੀਜ਼ ਦੱਸੀ। ਜਦੋਂ ਮੈਂ ਦੱਸਿਆ ਨਾ ਕਿ ਮੈਂ ਕਥਾ ਤੇ ਕੰਮ ਕਰ ਰਿਹਾ, ਫਿਰ ਮੈਨੂੰ ਉਹਨਾਂ ਨੇ ਇੱਕ ਇੱਕ ਚੀਜ਼ ਦਿਖਾਈ ਬਾਬਾ ਜੀ ਤੇ। ਲੇਕਿਨ ਅੱਛਾ ਜੀ, ਮੈਨੂੰ ਉਸ ਗੁਰਦੁਆਰਾ ਸਾਹਿਬ 'ਚ ਜਾ ਕੇ ਇੰਜ ਲੱਗਾ ਹੈ ਕਿ ਜਿਵੇਂ ਬਾਬਾ ਜੀ ਹੁਣੇ ਹੀ ਕਿਧਰੇ ਉੱਠ ਕੇ ਗਏ ਨੇ ਜਾਂ ਬੈਠੇ ਨੇ, ਤੇ ਮੈਨੂੰ ਇੰਜ ਲੱਗਾ ਜਿਵੇਂ ਆਉਣ ਵਾਲੇ ਦਾ ਸਵਾਗਤ ਵੀ ਕਰ ਰਹੇ ਨੇ ਕਿ ਆਓ ਬਈ ਆਓ, ਤੁਹਾਡਾ ਆਪਣਾ ਘਰ ਹੈ ਜੀ। ਇਹ ਗੱਲ ਬਹੁਤ ਵੱਡੀ ਆ। ਜਿਹੜਾ ਵੀ ਉੱਥੇ ਜਾਏਗਾ ਉਹਨੂੰ ਇਦਾਂ ਲੱਗਦਾ ਕਿ ਗੁਰੂ ਨਾਨਕ ਸਾਹਿਬ ਨੂੰ ਹੀ ਮਿਲਣ ਜਾ ਰਿਹਾ। ਮੈਨੂੰ ਇੰਜ ਲੱਗਾ ਹੈ ਕਿ ਜਿਵੇਂ ਬਾਬਾ ਜੀ ਈਜ਼ੀ ਬੈਠੇ ਨੇ, ਮੈਨੂੰ ਕਹਿ ਰਹੇ ਨੇ ਕਿ ਹਾਂ ਬਈ ਬਦਰਖਾ ਬੱਚਾ ਆ ਜਾ ਬਈ। ਠੀਕ ਹੈ ਜੀ। ਅੰਦਰ ਮੈਂ ਗਿਆ ਜੀ, ਮੈਨੂੰ ਇੰਜ ਲੱਗਾ ਹੈ ਕਿ ਜਿਸ ਤਰ੍ਹਾਂ ਕੋਈ ਪਹਿਲੇ ਤੁਹਾਡਾ ਵੇਟ ਕਰ ਰਿਹਾ, ਠੀਕ ਹੈ ਜੀ, ਜਾਂ ਤੁਹਾਡਾ ਇੰਤਜ਼ਾਰ ਕਰ ਰਿਹਾ। ਬੜਾ ਮੇਰਾ ਰੂਹ ਖੁਸ਼ ਹੋਇਆ ਜੀ ਉੱਥੇ। ਫਿਰ ਮੈਨੂੰ ਉਹਨਾਂ ਨੇ ਉੱਥੇ ਜੋ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਚੀਜ਼ਾਂ ਸ਼ਹੀਦੀ ਝੰਡ ਸੀ ਉਹ ਦਿਖਾਇਆ, ਉਹ ਬਾਰਾਦਰੀ ਦਿਖਾਈ ਜੀ। ਫਿਰ ਜੀ ਮੈਨੂੰ ਨਹੀਂ ਸੀ ਪਤਾ ਹੈਗਾ, ਮਾਫ ਕਰਨਾ, ਕਿ ਇਸੇ ਨਨਕਾਣਾ ਸਾਹਿਬ ਦੇ ਅੰਦਰ ਹੋਰ 5-6 ਗੁਰੂ ਘਰ ਹੈਗੇ ਨੇ। ਬਿਲਕੁਲ ਹੈ। ਮੈਂ ਉਹੀ ਦੇਖ ਕੇ ਵਾਪਸ ਚੱਲਾ ਸਾਂ ਤੇ ਮੈਨੂੰ ਕਹਿੰਦੇ ਬਦਰ ਖਾਨ ਜੀ ਤੁਹਾਡੀ ਯਾਤਰਾ ਪੂਰੀ ਹੋ ਗਈ? ਮੈਂ ਕਿਹਾ ਜੀ ਪੂਰੀ ਹੋ ਗਈ। ਤੇ ਕਹਿੰਦੇ ਬਾਕੀ ਗੁਰੂ ਘਰ ਨਹੀਂ ਤੁਸੀਂ ਦੇਖਣੇ? ਮੈਂ ਕਿਹਾ ਜੀ ਕਿਹੜੇ? ਤੇ ਉਹਨੇ ਕਿਹਾ ਇਸੇ ਜਗ੍ਹਾ ਦੇ ਉੱਤੇ ਹੋਰ ਵੀ ਇਸੇ ਸ਼ਹਿਰ ਦੇ ਵਿੱਚ। ਇਸੇ ਸ਼ਹਿਰ ਦੇ ਵਿੱਚ। ਉਹ ਫਿਰ ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਬਾਲ ਲੀਲੇ ਸਾਹਿਬ, ਗੁਰਦੁਆਰਾ ਕਿਆਰਾ ਸਾਹਿਬ, ਠੀਕ ਹੈ ਜੀ, ਗੁਰਦੁਆਰਾ ਮਾਲ ਜੀ ਸਾਹਿਬ, ਉਹ ਮੈਂ ਫਿਰ ਸਾਰੇ ਜੀ ਉਹਨਾਂ ਨਾਲ ਮੇਰੇ ਬੰਦਾ ਟੋਰਿਆ ਜੀ। ਉਹ ਫਿਰ ਮੈਨੂੰ ਦੇਖ ਤੇ ਮੈਂ ਕਿਹਾ ਤੇ ਮੈਨੂੰ ਰਹਿਣਾ ਪੈਣਾ ਇੱਕ ਵਾਰੀ ਜਾਂ ਫਿਰ ਦੁਬਾਰਾ ਆਉਣਾ ਪੈਣਾ। ਉਹ ਮੈਂ ਫਿਰ 2 ਵਾਰੀ ਗਿਆ ਜੀ। 2 ਵਾਰੀ ਗਿਆ ਮੈਂ ਉਹਨਾਂ ਜਗ੍ਹਾ ਦਾ ਉਹਨਾਂ ਸਥਾਨਾਂ ਦਾ ਵਿਜ਼ਿਟ ਕੀਤਾ। ਬੜਾ ਅੱਛਾ ਲੱਗਾ। ਉਹਨਾਂ ਦੀ ਰਾਏ ਬਲਾਰ ਦੀ ਮੜੀ ਤੇ ਵੀ ਗਏ ਹੋ ਜੀ? ਨਹੀਂ ਗਿਆ ਜੀ, ਨਹੀਂ ਗਿਆ ਅੱਛਾ, ਜੀ। ਜਦੋਂ ਕਿਤੇ ਜਾਇਓ ਇੱਕ ਵਾਰੀ ਉੱਥੇ ਵੀ ਜ਼ਰੂਰ ਜਾਵਾਂਗੇ ਕਿਉਂਕਿ ਨਨਕਾਣਾ ਸਾਹਿਬ ਦੀ ਹੁਸੈਨਾਬਾਦ ਨਹੀਂ, ਨਨਕਾਣਾ ਸਾਹਿਬ ਦੇ ਵਿੱਚ ਸਭ ਤੋਂ ਉੱਚੇ ਟਿੱਲੇ ਦੇ ਉੱਤੇ ਉਹਨਾਂ ਦੀ ਮੜੀ ਹੈ। ਓਕੇ ਜੀ, ਠੀਕ ਹੋ। ਔਰ ਚੜ ਕੇ ਜਾਣਾ ਪੈਂਦਾ ਤਕਰੀਬਨ 100 ਕੁ ਪੌੜੀ। ਮੇਰੇ ਖਿਆਲ ਮੌਸਮ ਖਰਾਬ ਹੋ ਗਿਆ ਸੀ। ਅੱਛਾ, 100 ਕੁ ਪੌੜੀ ਚੜ ਕੇ ਜਾਣਾ ਪੈਂਦਾ ਤੇ ਉੱਤੋਂ ਤੁਹਾਨੂੰ ਸਾਰਾ ਨਨਕਾਣਾ ਸਾਹਿਬ ਦਿਖਦਾ ਆ। ਹਾਂਜੀ। ਔਰ ਰਾਏ ਬਲਾਰ ਦੀ ਇੱਕ ਸ਼ਰਧਾ ਸੀਗੀ ਨਵਾਬ ਰਾਏ ਬਲਾਰ ਦੀ ਕਿ ਮੈਂ ਗੁਰੂ ਨਾਨਕ ਦੇ ਸਦਾ ਦਰਸ਼ਨ ਕਰਦੇ ਰਹਾਂ। ਤੇ ਉਸ ਟਿੱਲੇ ਦੇ ਉੱਤੇ ਖੜੇ ਹੋ ਜਦੋਂ ਤੁਸੀਂ ਸ਼ਹਿਰ ਵਾਲ ਦੇਖੋਗੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਗੁੰਬਦ ਦਿਸੇਗਾ। ਵਾਹ ਵਾਹ ਵਾਹ, ਕੀ ਬਾਤ, ਕੀ ਬਾਤ। ਇਹ ਉਹਨਾਂ ਦੀ ਸ਼ਰਧਾ। ਇਹ ਉਹ ਜੀ ਰਹਿ ਗਿਆ ਇਹ ਤੇ ਹੁਣ ਜਾ ਕੇ ਅਸੀਂ ਸਿੱਧੇ ਉਹ ਗੱਲ ਕਰਨ ਵਾਲੀ ਹੈ ਕਿ ਦੇਖੋ ਜਾਵਾਂਗੇ ਜੀ ਜ਼ਰੂਰ। ਇਹ ਜੀ ਜਨਾਬ ਮੈਂ ਫਿਰ ਇੰਨਾ ਇਕੱਠਾ ਕੀਤਾ ਜੀ, ਸਾਰਾ ਮੈਟਰ ਇਕੱਠਾ ਕੀਤਾ, ਫਿਰ ਉਹਨੂੰ ਜੋੜਿਆ ਆਪਸ ਦੇ ਵਿੱਚ, ਫਿਰ ਉਹਨੂੰ ਕਥਾ ਦਾ ਰੰਗ ਦਿੱਤਾ ਜੀ। ਤੇ ਬਸ ਮਕਸਦ ਹੁਣ ਇਹ ਵੇ ਕਿ ਜੀ ਸੰਗਤਾਂ ਦਾਸਤਾਨ ਕੋਈ ਇਹ ਹੁਣ ਜੀ ਸੁਣਨ, ਸਾਡੀ ਕਥਾ ਮੇਰੀ ਸੁਣਨ ਦਾ। ਅੱਜ ਤੱਕ ਇਹਦਾ ਕਿਤੇ ਕੀਤਾ ਪ੍ਰੋਗਰਾਮ, ਸ਼ੋਅ ਕੀਤੇ ਕਿਤੇ? ਨਹੀਂ ਜੀ, ਹੁਣ ਅਸੀਂ ਹੁਣ ਕਰਨ ਲੱਗੇ ਹਾਂ ਜੀ ਸ਼ੋਅ ਇਹਦਾ। ਇੱਥੇ ਇੰਗਲੈਂਡ ਸ਼ੋਅ। ਦੇਖੋ ਜੀ, ਜਿਹੜਾ ਮੇਰੇ ਪਾਕਿਸਤਾਨ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਨੂੰ ਤੇ ਇਹ ਗੱਲ ਸੁਣਾਉਣ ਦਾ ਫਾਇਦਾ ਹੀ ਕੋਈ ਨਹੀਂ, ਕਿਉਂਕਿ ਉੱਥੇ ਉਹ ਦੇਖ ਰਹੇ ਨੇ। ਇਹ ਮੈਂ ਤਿਆਰ ਹੀ ਬਾਹਰ ਦੇ ਆਪਣੇ ਦੋਸਤਾਂ ਵਾਸਤੇ ਕੀਤਾ। ਮੈਨੂੰ ਪਤਾ ਸੀ ਮੈਂ ਇੰਗਲੈਂਡ ਜਾਣਾ ਹੈ ਤੇ ਮੇਰੇ ਕਿਉਂਕਿ ਲਾਸਟ ਈਅਰ ਮੈਂ ਆਇਆ ਸਾਂ। ਇਹ 1 ਸਾਲ ਦੀ ਸਾਰੀ ਕੋਸ਼ਿਸ਼ ਹੈ ਜੀ। ਹੁਣ ਤਿਆਰ ਹੋ ਗਈ ਹੈ ਜੀ ਤੇ ਹੁਣ ਅਸੀਂ ਉਹਦੇ ਪਰਫਾਰਮ ਕਰਨ ਲੱਗੇ, ਉਹਨੂੰ ਪ੍ਰੈਜ਼ੈਂਟ ਕਰਨ ਲੱਗੇ, ਸ਼ੋਅ ਕਰਨ ਲੱਗੇ। ਲੇਕਿਨ ਤੁਹਾਨੂੰ ਇੰਜ ਹੀ ਲੱਗੇਗਾ ਕਿ ਜੀ ਅਸੀਂ ਦਰਸ਼ਨ ਕਰ ਲਏ ਨੇ।
ਠੀਕ ਹੋ ਗਿਆ ਔਰ ਮੈਂ ਇੱਥੇ ਬੇਨਤੀ ਵੀ ਕਰਦਾ ਵਾਂ ਕਿ ਬਦਰ ਖਾਨ ਜੀ ਹਲੇ ਕਿੰਨਾ ਚਿਰ ਇੱਥੇ ਹੋ? ਮੈਂ ਜੀ ਸੈਪਟੈਂਬਰ ਐਂਡ ਤੱਕ ਹੈਗਾ ਜੀ। ਸਤੰਬਰ ਐਂਡ ਤੱਕ ਹੈਗੇ ਨੇ ਤੇ ਬਦਰ ਖਾਨ ਜੀ ਜੇ ਇੱਥੇ ਨੇ ਤੇ ਇਹਨਾਂ ਦਾ ਫੋਨ ਵਗੈਰਾ ਚਾਹੋਗੇ ਤੇ ਮੈਂ ਵੀ ਦੇ ਸਕਦਾ। ਜੇ ਕੋਈ ਗੁਰੂ ਘਰ ਚਾਹੁੰਦੇ ਹੋਣ ਕਿ ਉਹਨਾਂ ਦੀਆਂ ਸੰਗਤਾਂ ਜਿਹੜੀਆਂ ਆ ਉਹਨਾਂ ਨੂੰ ਗੁਰੂ ਨਾਨਕ ਦੇਵ ਦੇ ਨਾਲ ਸੰਬੰਧਿਤ ਪਾਕਿਸਤਾਨ ਜਿਹੜੇ ਪੰਥ ਤੋਂ ਵਿਛੋੜੇ ਗਏ ਗੁਰਧਾਮ ਨੇ, ਜੇ ਉਹਨਾਂ ਦੀ ਗਾਥਾ ਸੁਣਾਉਣੀ ਚਾਹੁੰਦੇ ਆ ਔਰ ਪ੍ਰੋਫੈਸ਼ਨਲ ਅੰਦਾਜ਼ ਦੇ ਵਿੱਚ ਔਰ ਸ਼ਰਧਾ ਦੇ ਨਾਲ ਵੀ ਤੁਹਾਨੂੰ ਜੋੜਨ ਵਾਲੀ, ਗੁਰੂ ਘਰ ਨਾਲ ਜੋੜਨ ਵਾਲੀ ਗੱਲ, ਉਹ ਜ਼ਰੂਰ ਬਦਰ ਖਾਨ ਦੇ ਨਾਲ ਸੰਪਰਕ ਕਰ ਸਕਦੇ ਨੇ। ਜੇ ਬਦਰ ਖਾਨ ਨਾਲ ਸੰਪਰਕ ਕਰਨ ਲਈ ਸਾਡੀ ਕਿਸੇ ਮਦਦ ਦੀ ਲੋੜ ਹੋਵੇ, ਸੰਗਤ ਵਾਲੀ ਵੀ ਦੀ ਮਦਦ ਦੀ ਲੋੜ ਹੋਵੇ, ਅਸੀਂ ਇਹ ਕਰਨ ਨੂੰ ਵੀ ਤਿਆਰ ਹੈਗੇ ਹਾਂ ਜੀ। ਪਰ ਜੇ ਤੁਸੀਂ ਚਾਹੋ ਗੁਰੂ ਘਰਾਂ 'ਚ ਆਪਣੇ ਕਿਤੇ ਕਥਾ ਕਹਾਉਣੀ, ਇਹ ਵੱਖਰੇ ਤੌਰ ਤੇ ਯਾਨੀ ਕਿ ਗੁਰੂ ਘਰ ਦੀ ਸਟੇਜ ਤੋਂ ਬੇਸ਼ੱਕ ਨਹੀਂ, ਵੱਖਰਾ ਇੱਕ ਦੀਵਾਨ ਲਾ ਕੇ, ਵੱਖਰਾ ਸਾਰਾ ਕੁਝ ਕਰਕੇ, ਵੱਖਰੇ ਹਾਲ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਨਾਮ ਪ੍ਰਕਾਸ਼ ਹੋ, ਉੱਥੇ ਵੀ ਕਹਾਉਣੀ ਚਾਹੋ ਤੇ ਘਰ ਵਿੱਚ ਕਮਿਊਨਿਟੀ ਦੀ ਗੈਦਰਿੰਗ ਵਿੱਚ ਜਾ ਸਕਦਾ, ਕਮਿਊਨਿਟੀ ਕਿਤੇ ਵੀ ਤੁਸੀਂ ਕਹਿ ਸਕਦੇ ਆ। ਨਾਲ ਕਲਚਰ ਨਾਲ ਗੁਰੂ ਪ੍ਰਤੀ ਸ਼ਰਧਾ, ਗੁਰੂ ਪ੍ਰਤੀ ਜਿਹੜੀ ਸਮਰਪਿਤ ਭਾਵਨਾ ਦੇ ਨਾਲ ਇਹਨਾਂ ਨੇ ਗੱਲ ਕੀਤੀ ਆ। ਉਸ ਅੰਦਾਜ਼ ਦੇ ਵਿੱਚ ਜਿਹੜੇ ਅੰਦਾਜ਼ 'ਚ ਹੁਣੇ ਕਰ ਰਹੇ ਨੇ, ਜਿਹੜੀ ਸ਼ਰਧਾ 'ਚ ਕਰ ਰਹੇ, ਉਸੇ ਅੰਦਾਜ਼ 'ਚ ਗੱਲ ਕਰਨਗੇ ਔਰ ਗੱਲ ਸਵਾਦਲੇ ਅੰਦਾਜ਼ ਨਾਲ ਕਰਨ ਦਾ ਬਦਰ ਖਾਨ ਨੂੰ ਪਤਾ ਹੈ ਕਿੱਦਾਂ ਕਰਨਾ। ਇਹਨਾਂ ਕੋਲ ਕਹਿਣ ਦੀ ਗੱਲ ਵੀ ਆ, ਪਰ ਇਹਨਾਂ ਨੂੰ ਗੱਲ ਕਹਿਣ ਦਾ ਵੱਲ ਵੀ ਆਉਂਦਾ ਹੈ। ਸੋ ਇਹ ਸੁਣੋ ਜ਼ਰੂਰ ਔਰ ਮੈਂ ਕੁਝ ਸੰਸਥਾਵਾਂ ਜ਼ਰੂਰ ਕਹਾਂਗਾ ਸਾਹਮਣੇ ਆਉਣ। ਹਾਂਜੀ ਬਦਰ ਖਾਨ ਜੀ, ਮੈਂ ਜਿਹੜੀ ਗੱਲ ਸੁਣੀ ਕਿ ਤੁਸੀਂ 7 ਗੁਰੂ ਘਰਾਂ ਦੀ ਦਾਸਤਾਨ ਵੀ ਕਹੀ ਆ, ਪਰ ਖਾਲਸਾ ਰਾਜ ਦੀ ਦਾਸਤਾਨ ਵੀ ਆਖੀ ਆ ਭਾਜੀ। ਇਹ ਵੀ ਹੁਣ ਉਹਦੇ 'ਚ ਕੀ ਹੈਗਾ? ਹਾਂਜੀ ਉਹ ਕੀ ਹੈਗਾ? ਇਹ ਉਹ ਛੋਟਾ ਸਫ਼ਰ ਨਹੀਂ ਹੈ ਜੀ, ਉਹ ਮੇਰਾ ਬੜਾ ਲੰਬਾ ਸਫ਼ਰ ਹੈ। ਅੱਛਾ ਜੀ। ਇਹ ਤੇ ਗੁਰੂ ਸਾਹਿਬ ਦੀ ਸਮਝੋ ਮਿਹਰ ਹੋਈ ਤੇ ਇਹ ਛੇਤੀ ਸਾਰਾ ਕੰਮ ਹੋ ਗਿਆ ਨਾ ਜੀ। ਅੱਛਾ। ਉਹ ਜਿਹੜੀ ਕਥਾ ਖਾਲਸਾ ਰਾਜ ਕੀ ਹੈ ਨਾ ਜੀ, ਹਾਂਜੀ, ਉਹਦੇ 'ਚ ਮੈਨੂੰ 3.5 ਸਾਲ ਲੱਗ ਗਏ ਜੀ। ਅੱਛਾ ਜੀ। ਤੇ ਹੁਣ ਆ ਕੇ ਕੰਪਲੀਟ ਹੋਈ ਹੈ ਜੀ। ਠੀਕ ਹੈ ਜੀ। ਉਹ ਮੈਂ ਬੜੀ ਰਿਸਰਚ ਦੀ ਜ਼ਰੂਰਤ ਸੀ ਜੀ ਉੱਥੇ। ਉਹ ਮੈਂ ਸੋਚਿਆ ਕਿ ਮੈਂ ਜਦੋਂ ਕਿਲੇ ਦੇ ਵਿੱਚ ਦਾਸਤਾਨਾਂ ਸੁਣਾ ਰਿਹਾ ਸਾਂ ਨਾ ਜੀ, ਹਾਂਜੀ, ਤੇ ਕਿਲੇ ਦੇ ਵਿੱਚ ਨਾ ਮਹਾਰਾਜਾ ਦਾ ਮੁਜੱਸਮਾ ਲੱਗਿਆ ਹੋਇਆ ਜੀ। ਲਾਸਟ ਈਅਰ ਜਾਂ ਉਸ ਤੋਂ 1 ਸਾਲ ਪਹਿਲੇ ਮਹਾਰਾਜਾ ਰਣਜੀਤ ਸਿੰਘ ਦਾ ਮੁਜੱਸਮਾ ਲੱਗਿਆ ਹੋਇਆ ਹੈ। ਘੋੜੇ ਦੇ ਉੱਤੇ ਮਹਾਰਾਜਾ ਬੈਠੇ ਨੇ ਤੇ ਉਹ ਇੱਕ ਛੋਟਾ ਜਿਹਾ ਇਨਸੀਡੈਂਟ ਹੋ ਗਿਆ ਕਿ ਕੋਈ ਮੁੰਡੇ ਆਏ ਤੇ ਉਹਨਾਂ ਨੇ ਮੁਜੱਸਮੇ ਨੂੰ ਥੋੜਾ ਨੁਕਸਾਨ ਪਹੁੰਚਾਇਆ, ਡਿੱਗ ਦਿੱਤਾ। ਤੇ ਤੁਸੀਂ ਉਦੋਂ ਉੱਥੇ ਸੀ? ਉਹ ਬੜੀ ਮਸ਼ਹੂਰ ਹੋਈ ਸੀ ਗੱਲ, ਬੜੀ ਮਸ਼ਹੂਰ ਹੋਈ ਜੀ ਗੱਲ। ਤੇ ਮੈਂ ਇੱਕ ਅੰਦਰ ਇੱਕ ਹੁੰਦੀ ਨਾ ਬੰਦੇ, ਮੈਂ ਕਿਹਾ ਯਾਰ ਏਡੀ ਕਿਹੜੀ ਗੱਲ ਹੋ ਗਈ ਹੈ ਕਿ ਬਈ ਕੀ ਹੋ ਗਿਆ ਐਸਾ ਕਿ ਵੀ ਮੁਜੱਸਮਾ ਤੇ ਨੁਕਸਾਨ ਪਹੁੰਚਾ ਰਹੇ ਸਾਂ, ਤੇ ਕੀ ਇਹਦਾ ਕੀ ਮਤਲਬ ਹੋਇਆ? ਅੱਜ ਤੱਕ ਮੈਂ ਤੇ ਨਹੀਂ ਗੱਲ ਸੁਣੀ ਮਹਾਰਾਜਾ ਰਣਜੀਤ ਸਿੰਘ ਤੇ ਹਾਂ ਸ਼ੇਰੇ ਪੰਜਾਬ ਦਾ ਵਰਡ ਅਸੀਂ ਸੁਣਦੇ ਆ ਰਹੇ ਸਾਂ ਕਿ ਮਹਾਰਾਜਾ ਦੇ ਬਾਰੇ ਇੱਕ ਲਫ਼ਜ਼ ਯੂਜ਼ ਕੀਤਾ ਜਾਂਦਾ ਹੈ, ਇੱਕ ਵਰਡ ਯੂਜ਼ ਕੀਤਾ ਸ਼ੇਰੇ ਪੰਜਾਬ। ਜੀ ਹਾਂ। ਮੈਂ ਜੀ ਪੜ੍ਹਨਾ ਸਭ ਤੋਂ ਪਹਿਲੇ ਸ਼ੁਰੂ ਕੀਤਾ ਜੀ ਮਹਾਰਾਜਾ ਨੂੰ। ਮੈਂ ਜਿਵੇਂ ਪੜ੍ਹਦਾ ਗਿਆ ਉਹ ਮੈਂ ਇਲਜ਼ਾਮਾਤ ਵੀ ਪੜ੍ਹੇ, ਮਹਾਰਾਜਾ ਦੀ ਅਚੀਵਮੈਂਟਸ ਵੀ ਪੜ੍ਹੀਆਂ ਜੀ। ਉਹ ਜੋ ਉਹਨਾਂ ਤੇ ਇਲਜ਼ਾਮਾਤ ਲੱਗੇ ਹੋਏ ਸਨ ਉਹ ਮੈਨੂੰ ਕਿਤੇ ਧੁੰਦਲੇ ਹੁੰਦੇ ਗਏ। ਉਹਦੀਆਂ ਅਚੀਵਮੈਂਟਸ ਜਿਹੜੀਆਂ ਸਨ ਨਾ ਜੀ, ਕਿਉਂ ਭਲਾ ਅਗਰ ਤੇ ਉਹ ਕਿਸੇ ਲੋਕਲ ਬੰਦੇ ਨੇ ਟਰਾਂਸਲੇਟ ਕੀਤੀ ਹੁੰਦੀ ਨਾ ਉਹ ਚੀਜ਼ਾਂ, ਤੇ ਫਿਰ ਮੈਨੂੰ ਸ਼ੱਕ ਹੋ ਸਕਦਾ ਸੀ। ਗੋਰਿਆਂ ਨੇ ਰਿਸਰਚ ਕੀਤੀ ਹੋਈ ਹੈ, ਵੱਡੇ ਲੋਕਾਂ ਨੇ ਰਿਸਰਚ ਕੀਤੀ ਹੋਈ ਹੈ। ਮੈਂ ਫਿਰ ਉਹ ਚੀਜ਼ਾਂ ਲੈ ਕੇ ਪੜ੍ਹੀਆਂ ਜੀ। ਉਹ ਜਿਸ ਦਿਨ ਮੈਂ ਪੜ੍ਹਦਾ ਗਿਆ ਨਾ ਜੀ, ਤਾਂ ਮੇਰੀਆਂ ਅੱਖਾਂ ਖੁੱਲਦੀਆਂ ਗਈਆਂ ਕਿ ਯਾਰ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਐਡਾ ਵੱਡਾ ਸੀ। ਮੇਰਾ ਪੰਜਾਬ ਦਿੱਲੀ ਤੋਂ ਸ਼ੁਰੂ ਹੋ ਰਿਹਾ ਹੈ ਤੇ ਕਾਬੁਲ ਕੰਧਾਰ ਤੱਕ ਜਾ ਰਿਹਾ ਹੈ, ਉਧਰੋਂ ਕਸ਼ਮੀਰ ਤੋਂ ਸ਼ੁਰੂ ਹੋ ਰਿਹਾ ਹੈ ਤੇ ਤਿੱਬਤ ਤੇ ਚੀਨ ਦੀਆਂ ਪਹਾੜੀਆਂ ਤੱਕ ਪੰਜਾਬ ਦਾ ਸੂਬਾ ਹੁੰਦਾ ਸੀ। ਠੀਕ ਹੋ ਗਿਆ ਜੀ। ਉਹ ਮੈਨੂੰ ਜੀ ਇੱਛਾ ਪੈਦਾ ਹੋਈ, ਮੈਂ ਕਿਹਾ ਬਦਰ ਸਾਹਿਬ ਮੇਰਾ ਪੰਜਾਬ ਹੈ, ਮੈਨੂੰ ਰੱਬ ਨੇ ਇੱਕ ਕਲਾ ਦਿੱਤੀ ਹੈ ਤੇ ਮੈਂ ਆਪਣੀ ਧਰਤੀ ਦੀ ਗੱਲ ਕਿਉਂ ਨਾ ਕਰਾਂ ਜੀ। ਲਓ ਜੀ, ਮੈਂ ਫਿਰ ਉਹ ਚੀਜ਼ਾਂ ਇਕੱਠੀਆਂ ਕਰਨੀਆਂ ਸ਼ੁਰੂ ਕਰਤੀਆਂ ਜੀ। ਉਹ ਮੈਨੂੰ 3.5 ਸਾਲ ਲੱਗ ਗਏ ਜੀ। ਮੈਂ ਰਿਸਰਚ ਕੀਤੀ, ਕਿਤਾਬਾਂ ਛਾਣੀਆਂ, ਲਾਇਬ੍ਰੇਰੀਆਂ 'ਚ ਗਿਆ, ਲੋਕਾਂ ਨੂੰ ਮਿਲਿਆ। ਫਕੀਰ ਖਾਨਾ ਮਿਊਜ਼ੀਅਮ ਹੈ, ਤੁਸੀਂ ਦੇਖਿਆ ਹੋਏਗਾ। ਬਿਲਕੁਲ। ਫਕੀਰ ਖਾਨਦਾਨ ਮਹਾਰਾਜਾ ਦੇ ਜੀ, ਪੀਰ ਸੈਫੁਦੀਨ, ਫਕੀਰ ਸੈਫੁਦੀਨ, ਉਹਨਾਂ ਦਾ ਮੈਂ ਬੜਾ ਸ਼ੁਕਰਗੁਜ਼ਾਰ ਹਾਂ। ਉਹਨਾਂ ਨੇ ਮੈਨੂੰ ਬੜਾ ਮਿਊਜ਼ੀਅਮ ਬਣਾਇਆ ਹੋਇਆ ਕਿਲੇ ਤੋਂ ਬਾਹਰ। ਇਹ ਵਾਹਿਦ ਆਪਣਾ ਮੈਂ ਸੰਗਤਾਂ ਨੂੰ ਦੱਸਦਾ ਚੱਲਾਂ ਕਿ ਇਹ ਲਾਹੌਰ 'ਚ ਵਾਹਿਦ ਪ੍ਰਾਪਰਟੀ ਹੈ ਜਿਹੜੀ ਯਾਨੀ ਕਿ ਇੰਡੀਵਿਜੂਅਲ ਹੈਗੀ ਹੈ, ਸਰਕਾਰ ਦੇ ਅੰਡਰ ਨਹੀਂ ਹੈਗੀ। ਇੱਕ ਖਾਨਦਾਨ ਦੀ ਉੱਥੇ ਉਹਨਾਂ ਦੀ ਮਲਕੀਅਤ ਹੈ, ਉਹਨਾਂ ਦੀ ਪ੍ਰਾਪਰਟੀ ਹੈ ਔਰ ਮਹਾਰਾਜਾ ਦੀ ਸਾਰੀ ਚੀਜ਼ਾਂ ਉੱਥੇ ਪਈਆਂ ਨੇ ਜੀ। ਮਹਾਰਾਜਾ ਫਕੀਰ ਅਜੀਜ਼ੁਦੀਨ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਧਾਨ ਮੰਤਰੀ ਸੀਗੇ, ਉਹਨਾਂ ਦੀ ਖਾਨਦਾਨੀ ਚੱਲਦੀ ਹੋਈ ਪੀੜ੍ਹੀ 5ਵੀਂ ਪੀੜ੍ਹੀ ਚੱਲ ਰਹੀ ਹੈ। ਫਕੀਰ ਸੈਫੁਦੀਨ ਬੈਠੇ ਔਰ ਉਹਨਾਂ ਨੇ ਬਣਾਇਆ ਹੋਇਆ ਸਿੱਖ ਮਿਊਜ਼ੀਅਮ। ਜਦੋਂ ਕਿਤੇ ਲਾਹੌਰ ਜਾਓ, ਕਿਸੇ ਜਥੇ ਨਾਲ ਜਾਓ, ਉੱਦਾਂ ਜਾਓ, ਕਹੋ ਕਿ ਜ਼ਰੂਰ ਤੁਸੀਂ ਬਲਕਿ ਵਿਜ਼ਿਟ ਕਰਕੇ ਆਓ, ਤੁਹਾਨੂੰ ਬੜਾ ਅੱਛਾ ਲੱਗੇਗਾ ਜੀ। ਹਾਂਜੀ। ਫਕੀਰ ਸਾਹਿਬ ਨੂੰ ਫਿਰ ਮੈਂ ਪੁੱਛਿਆ ਜੀ ਜਿਹੜੀਆਂ ਗੱਲਾਂ ਮੇਰੇ ਮਨ ਵਿੱਚ ਹੈ ਸਨ। ਮੈਂ ਕਿਹਾ ਫਕੀਰ ਸਾਹਿਬ ਖੁਦਾ ਦਾ ਵਾਸਤਾ ਜੇ ਮੈਨੂੰ ਟਾਈਮ ਦੇ ਦਿਓ। ਔਰ ਉਹਨਾਂ ਦੇ ਮਨ ਵਿੱਚ ਵੀ ਇਹੀ ਗੱਲ ਸੀ, ਕਹਿੰਦਾ ਬਦਰ ਖਾਂ ਮੈਂ ਤੇਰੀਆਂ ਦਾਸਤਾਨਾਂ ਸੁਣੀਆਂ ਨੇ ਲਾਹੌਰ 'ਚ ਤੇ ਮੇਰੀ ਬੜੀ ਇੱਛਾ ਹੈਗੀ ਸੀ ਕਿ ਯਾਰ ਤੂੰ ਸ਼ੇਰੇ ਪੰਜਾਬ ਦੀ ਦਾਸਤਾਨ ਕਰਦਾ ਜੀ। ਕੀ ਬਾਤ। ਤੇ ਮੈਂ ਕਿਹਾ ਜੀ ਬਸ ਮੁੜੋ ਤੁਹਾਡਾ ਮਨ ਤੇ ਸਾਡਾ ਮਨ ਇੱਕੋ ਹੋ ਗਿਆ। ਲਓ ਜੀ, ਉਹਨਾਂ ਨੇ ਆਪਣੇ ਕੀਮਤੀ ਵਕਤ 'ਚੋਂ ਉਹ ਟਾਈਮ ਕੱਢਿਆ ਜੀ। ਹਾਂਜੀ। ਉਹ ਨਸ਼ਿਸਤਾਂ ਹੋਈਆਂ, ਸਾਡੀਆਂ ਬੈਠਕਾਂ ਹੋਈਆਂ, ਚੀਜ਼ਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਮੇਰੇ ਨਾਲ, ਪੂਰੀ ਹਿਸਟਰੀ ਸੁਣਾਈ। ਉਹ ਜੋ ਮਨ ਵਿੱਚ ਹੈਗੀਆਂ ਸਨ ਗੱਲਾਂ ਉਹ ਉਹਨਾਂ ਨੇ ਕਲੀਅਰ ਕੀਤੀਆਂ,
ਹੱਕ ਉਹ ਤੇ ਮੈਂ ਇੱਥੇ ਦੱਸ ਵੀ ਸਕਣਾ ਵਾ ਕਿ ਉਹ ਕੀ ਇਲਜ਼ਾਮਾਤ ਸਨ ਕੀ ਗੱਲਾਂ ਹਾਂਜੀ। ਸਨ, ਠੀਕ ਹੈ ਜੀ, ਪਤਾ ਹੀ ਹੈ ਤੁਹਾਨੂੰ, ਠੀਕ ਹੈ ਨਾ ਜੀ। ਅਸਲ 'ਚ ਲਾਹੌਰ ਦੇ ਕਿਲ੍ਹੇ ਦੀ ਤੁਸੀਂ ਉਹਦੀ 'ਚ ਗੱਲ ਕੀਤੀ ਹੋਊਗੀ। ਲਾਹੌਰ ਦੇ ਕਿਲ੍ਹੇ ਕਿਲ੍ਹੇਦਾਰ ਜਿਹੜੇ ਮੇਰਾ ਕ੍ਰੀਏਟਰ ਹੈਗੇ ਆ ਦਾਰਾ ਅੰਜੁਮ ਜੀ। ਅੱਛਾ ਜੀ। ਉਹ ਹੈਗੇ ਆ ਤੇ ਬੜੇ ਵੱਡੇ ਵਿਦਵਾਨ ਹੈ ਜੀ, ਦੁਨੀਆ ਭਰ 'ਚ ਲੈਕਚਰ ਕਰਨ ਜਾਂਦੇ ਆ। ਹਾਂਜੀ। ਇਹ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ, ਕਿਲ੍ਹੇ ਦੇ ਬਾਰੇ 'ਚ ਮੈਨੂੰ ਮਾਣ ਹੈ ਕਿ ਮੇਰੇ ਮਿੱਤਰ ਆ। ਵਾਹ। ਉਹ ਕੋਈ ਗੱਲ ਕਰ ਲਓ ਸਾਂਝੀ ਜਿਹੜੀ ਮਜ਼ੇਦਾਰ ਹੋਵੇ। ਸਾਡੇ ਇਹ ਨਾ ਜੀ ਆਪਣਾ ਉੱਥੇ ਅਕਸਰ ਇਸ ਤਸਵੁਰ ਇਹ ਸਾਡੀ ਇਹ ਗੱਲ ਕੀਤੀ ਜਾਂਦੀ ਹੈ ਕਿ ਜੀ ਮਹਾਰਾਜਾ ਨੇ ਆਪਣੇ ਦੌਰ ਦੇ ਵਿੱਚ ਨਾ ਜੀ ਮਸਜਿਦਾਂ ਦੇ ਵਿੱਚ ਘੋੜੇ ਬੰਨ੍ਹ ਦਿੱਤੇ ਸੀ ਜੀ, ਮਸਜਿਦਾਂ ਨੂੰ ਤਾਲੇ ਲਵਾ ਦਿੱਤੇ ਸੀ ਜੀ। ਉਹ ਲੇਕਿਨ ਮੈਂ ਜਦੋਂ ਅਸਲ ਗੱਲ ਸੁਣੀ ਨਾ ਜੀ ਤੇ ਉਹ ਹੋਰ ਨਿਕਲੀ ਜੀ। ਉਹ ਫਿਰ ਉਹ ਫਕੀਰ ਸੈਫ ਸਾਹਿਬ ਨੇ ਹੀ ਮੈਨੂੰ ਦੱਸੀ ਗੱਲ ਜੀ ਕਿ ਜੀ ਈਦ ਦਾ ਤਿਉਹਾਰ ਸੀ ਤੇ ਮਹਾਰਾਜਾ ਕਹਿੰਦੇ ਸਨ ਫਕੀਰ ਅਜ਼ੀਜ਼ੁਦੀਨ ਨੂੰ ਕਿ ਜਿਸ ਤਰ੍ਹਾਂ ਮੈਂ ਬਾਕੀ ਤਿਉਹਾਰ ਮਨਾਉਣਾ ਵਾ, ਹੋਲੀ, ਦੀਵਾਲੀ, ਦੁਸਹਿਰਾ, ਵਿਸਾਖੀ ਆਪਾਂ ਮਨਾਉਂਦੇ ਹਾਂ, ਤੇ ਯਾਰ ਈਦ ਦੀ ਵੀ ਮੈਂ ਮਨਾਉਣਾ ਚਾਹੁੰਦਾ ਵਾਂ, ਮੁਸਲਮਾਨਾਂ ਵਾਸਤੇ ਵੀ ਮੈਂ ਕੁਝ ਕਰਨਾ ਚਾਹੁੰਦਾ ਵਾਂ ਕਿ ਮੇਰਾ ਇਹ ਖਾਹਿਸ਼ ਹੈ ਕਿ ਮੇਰੇ ਮਨ ਦੀ ਕਿ ਜਦੋਂ ਮੁਸਲਮਾਨ ਨਮਾਜ਼ ਪੜ੍ਹ ਕੇ ਨਿਕਲਣ ਅੰਦਰੋਂ ਤੇ ਮੈਂ ਉਹਨਾਂ ਨੂੰ ਮਿਠਾਈ ਜਾਂ ਸ਼ਰੀਨੀ ਦੇਣਾ ਚਾਹੁੰਦਾ ਵਾਂ ਤੇ ਈਦੀ ਦੇਣਾ ਚਾਹੁੰਦਾ ਵਾਂ ਤੇ ਇਸ ਬਾਦਸ਼ਾਹੀ ਮਸਜਿਦ ਦੇ ਵਿੱਚ ਸਭ ਲੋਕ ਇਕੱਠੇ ਹੋ ਜਾਣ। ਤੇ ਉਹ ਈਦ ਦਾ ਦਿਨ ਆਇਆ ਜੀ ਤੇ ਮਹਾਰਾਜਾ ਜੀ ਜੋੜੀ ਤੇ ਬੈਠ ਗਏ, ਲੇਕਿਨ ਬੜੇ ਥੋੜੇ ਲੋਕ ਆਏ ਜੀ। तो महाराजा बड़े डिसअपॉइंटेड होए कि यार मैं तो होर सोचिया सी ते बड़े थोड़े लोग आए ने। फकीर साहब ने शिकायत की कि फकीर साहब मुसलमान क्यों नहीं आए नमाज पढ़ने वास्ते। साडे मजहब विच है कि जिहड़ी तुहाडे महल्ले दी जिस एरिया तुसीं रहिंदे हो जिहड़ी उहदी मस्जिद है ना जी उहदा पहला हक है जी, पहले ਤੁਹਾਡੀ ਦੀ ਤੇ ਉਹਦਾ ਪਹਿਲਾ ਹੱਕ ਹੈ। हाँ जी। ਔਰ ਇੱਕ ਇਹ ਗੱਲ ਸਮਝਣ ਵਾਲੀ ਆ, ਵੈਸੇ ਸਿੱਖਾਂ ਨੂੰ ਖਾਸ ਤੌਰ ਤੇ ਸਮਝਣ ਵਾਲੀ ਗੱਲ ਹੈ। ਅਸੀਂ ਕਈ ਤੌਰ ਤੇ ਕਈ ਵਾਰੀ ਆਪਣੇ ਧਾਰਮਿਕ ਸਥਾਨ ਵੀ ਵੰਡ ਲੈਂਦੇ ਆ, ਭਾਵੇਂ ਸਾਡੀ ਕਮਿਊਨਿਟੀ ਦੇ ਨਾਲ ਜੁੜਿਆ ਹੋਇਆ ਕੋਈ ਸਾਡੇ ਵਿਰਸੇ ਨਾਲ ਜੁੜਿਆ ਦੂਰ ਦਾ ਸਥਾਨ ਅਸੀਂ ਉੱਥੇ ਵੀ ਚੱਲ ਜਾਂਦੇ ਆ। ਪਰ ਜਿਹੜੀ ਪਹਿਲੀ ਗੱਲ ਹੈ, ਜਿੱਥੇ ਤੁਸੀਂ ਮਹੱਲੇ 'ਚ ਰਹਿੰਦੇ ਹੋ, ਜੇ ਤੁਸੀਂ ਆਪਣੇ ਹਮਸਾਏ ਦੀ ਸੰਭਾਲ ਨਹੀਂ ਕਰ ਸਕਦੇ, ਆਪਣੇ ਨੇੜੇ ਦੀ ਥਾਂ ਦੀ ਉਹਦੀ ਉਸ ਪਾਕ ਪਵਿੱਤਰਤਾ ਨੂੰ ਕਾਇਮ ਨਹੀਂ ਰੱਖ ਸਕਦੇ, ਤੇ ਦੂਰ ਦੁਆਡੇ ਜਾ ਕੇ ਤੁਹਾਡੇ ਦਰਸ਼ਨ ਇਸ਼ਨਾਨ ਕੀਤੇ ਵੀ ਕੋਈ ਲਾਹੇ ਦੇ ਨਹੀਂ ਹੈਗੇ। ਸੋ ਓਨਾ ਹੀ ਸਤਿਕਾਰ ਆਪਣੇ ਮਹੱਲੇ ਦੀ ਮਸਜਿਦ ਦਾ ਜਿੰਨਾ ਮੱਕੇ ਦੀ ਹੱਜ ਦਾ, ਔਰ ਓਨਾ ਹੀ ਸਤਿਕਾਰ ਮਹੱਲੇ ਦੇ ਗੁਰਦੁਆਰੇ ਦਾ ਜਿੰਨਾ ਤੁਸੀਂ ਹਰਿਮੰਦਰ ਸਾਹਿਬ ਜਾ ਕਰਦੇ ਹੋ। ਉਹ ਕਰਨਾ ਬਣਦਾ, ਸਿੱਖ ਨੂੰ ਵੀ ਸੋਚਣਾ ਚਾਹੀਦਾ, ਔਰ ਇਹ ਵੱਡੀ ਗੱਲ ਹੈ। ਹਾਂ ਕਿ ਤੁਹਾਨੂੰ ਉੱਥੇ ਜਗ੍ਹਾ ਨਹੀਂ ਹੈਗੀ, ਰਸ਼ ਜ਼ਿਆਦਾ ਹੋ ਗਿਆ, ਪਾਣੀ ਨਹੀਂ ਹੈਗਾ, ਤੁਸੀਂ ਅਗਲੇ ਮਹੱਲੇ 'ਚ ਜਾ ਸਕਦੇ ਹੋ। ਉਹ ਫਕੀਰ ਸਾਹਿਬ ਨੇ ਕਿਹਾ, ਉਹਨੇ ਕਿਹਾ ਮਹਾਰਾਜ ਉਹ ਲੋਕ ਇਸ ਵਾਸਤੇ ਨਹੀਂ ਆਏ ਕਿ ਲਾਹੌਰ ਦੇ ਤੁਸੀਂ ਸਾਰੇ ਲੋਕਾਂ ਨੂੰ ਬੁਲਾਇਆ ਸੀ ਤੇ ਲੋਕ ਆਪਣੀ ਆਪਣੀ ਮਸਜਿਦ 'ਚ ਪੜ੍ਹਨਾ ਸ਼ਾਇਦ ਨਹੀਂ। ਤੁਸੀਂ ਸਬਰ ਕਰੋ, 2 ਮਹੀਨੇ 10 ਦਿਨ ਬਾਅਦ ਸਾਡੀ ਵੱਡੀ ਈਦ ਆ ਰਹੀ ਹੈ, ਈਦ ਉਜ਼ ਦੁਹਾਜ ਦੇ ਜਿਹੜੀ ਇਹ ਬਕਰਾ ਈਦ ਕਹਿੰਦੇ ਆ। ਸਾਰਾ ਲਾਹੌਰ ਇਸੇ ਮਸਜਿਦ 'ਚ ਆ ਕੇ ਨਮਾਜ਼ ਪੜ੍ਹੇਗਾ, ਤੁਸੀਂ ਇੱਕ ਛੋਟਾ ਜਿਹਾ ਹੁਕਮ ਜਾਰੀ ਕਰਨਾ ਹੈ। ਉਹਨਾਂ ਕਿਹਾ ਠੀਕ ਹੈ ਜੀ। ਹੁਕਮ ਜਾਰੀ ਕਰ ਦਿੱਤਾ ਗਿਆ, ਔਰ ਵੱਡੀ ਈਦ ਜਦੋਂ ਆਈ ਤੇ ਫਕੀਰ ਸਾਹਿਬ ਨੇ ਮਹਾਰਾਜਾ ਦੇ ਹੁਕਮ ਤੇ ਪੂਰੇ ਲਾਹੌਰ ਦੀਆਂ ਜਿੰਨੀਆਂ ਮਸਜਿਦਾਂ ਸਨ ਜੀ ਉਹਨਾਂ ਨੂੰ ਤਾਲਾ ਲਵਾ ਦਿੱਤਾ ਕਿ ਵੀ ਸਭ ਲੋਕ ਤੁਸੀਂ ਬਾਦਸ਼ਾਹ ਫਕੀਰ ਅਜ਼ੀਜ਼ੁਦੀਨ ਕਿ ਵੀ ਸਭ ਲੋਕ ਤੁਸੀਂ ਬਾਦਸ਼ਾਹੀ ਮਸਜਿਦ ਜਾ ਕੇ ਨਮਾਜ਼ ਪੜ੍ਹੋ। ਉਹ ਈਦੀ ਦੇਣ ਦੇ ਚੱਕਰ ਵਿੱਚ, ਉਹ ਸ਼ਰੀਨੀ ਵੰਡਣ ਦੇ, ਉਹ ਮਿਠਾਈ ਦੇਣ ਦੇ ਚੱਕਰ 'ਚ ਉਹ ਤਾਲੇ ਲਵਾਏ ਤਾਂ ਕਿ ਸਭ ਲੋਕ ਬਾਦਸ਼ਾਹੀ ਮਸਜਿਦ 'ਚ, ਵੱਡੀ ਮਸਜਿਦ ਹੈ, ਇਹਨਾਂ ਨਮਾਜ਼ ਪੜ੍ਹੋ ਆ ਕੇ। ਉਹ ਲੇਕਿਨ ਉਹ ਗੱਲ ਜੀ ਹੋਰ ਫੈਲ, ਹੁਣ ਉਹ ਗੱਲ ਤੇ ਐਸੀ ਪਰ ਗੱਲ ਮੈਂ ਮੈਨੂੰ ਇਹ ਵੀ ਗੱਲ ਕਈ ਇਹਦੀ ਜੁੜੀ ਹੋਈ ਲੱਗਦੀ ਆ। ਨਹੀਂ ਤਾਂ ਮਹਾਰਾਜਾ ਐਡਾ ਸਿਆਣਾ ਸੀ, ਉਹਨੇ ਵੀ ਗੱਲ ਨਹੀਂ ਸੀ ਕਰਨੀ, ਉਹਨੂੰ ਪਤਾ ਸੀ, ਉਹਨੂੰ ਪਤਾ ਸੀਗਾ ਸਮਾਜ। ਬਾਕੀ ਵੈਸੇ ਮਹਾਰਾਜੇ ਦੇ ਬਹੁਤ ਕਿੱਸੇ ਆ, ਪਾਂਡੀ ਪਾਤਸ਼ਾਹ ਵਾਲੀ ਗੱਲ ਜੀ ਨਹੀਂ ਜੀ। ਫਿਰ ਮੈਨੂੰ ਜਦੋਂ ਮੈਂ ਹਿਸਟਰੀ ਪੜ੍ਹੀਏ ਤੇ ਭਾਜੀ ਮੈਨੂੰ ਪਤਾ ਲੱਗਾ ਕਿ ਗੁਰਮੁਖੀ ਦੇ ਵਿੱਚ ਜਿਹੜਾ ਕੁਰਾਨ ਮਜੀਦ ਦਾ, ਸਾਡੇ ਕੁਰਾਨ ਮਜੀਦ ਦਾ ਤਰਜਮਾ ਜਿਹੜਾ ਹੋਇਆ, ਟ੍ਰਾਂਸਲੇਟ ਹੋਇਆ, ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ 'ਚ ਹੋਇਆ। ਫਿਰ ਮੈਨੂੰ ਫਕੀਰ ਸਾਹਿਬ ਨੇ ਦੱਸਿਆ ਕਿ ਬਦਰ ਸਾਹਿਬ ਮੈਂ ਤੁਹਾਨੂੰ ਉਹ ਲਿਸਟਾਂ ਵਿਖਾ ਸਕਣਾ ਵਾ, ਮੈਂ ਆਪਣੀ ਕਥਾ ਖਾਲਸਾ ਰਾਜ ਦੇ ਵਿੱਚ ਇਹ ਮੈਂ ਚੀਜ਼ਾਂ ਐਡ ਕੀਤੀਆਂ ਨੇ ਕਿ ਮੈਂ ਤੁਹਾਨੂੰ ਲਿਸਟਾਂ ਵਿਖਾ ਸਕਣਾ ਉਹਨਾਂ ਮਸਜਿਦਾਂ ਦੀਆਂ, ਉਹਨਾਂ ਦਰਗਾਹਾਂ ਦੀਆਂ ਜਿਨ੍ਹਾਂ ਨੂੰ ਮਹਾਰਾਜਾ ਗ੍ਰਾਂਟਸ ਦਿੰਦੇ ਸੀ। ਮਹਾਰਾਜਾ ਰਣਜੀਤ ਸਿੰਘ ਐਡਾ ਸਰਬਸਾਂਝਾ ਮਹਾਰਾਜਾ ਸੀਗਾ ਕਿ ਜਦੋਂ ਉਹਨੇ ਆਪਣੇ ਰਾਜ ਦਾ ਤਿਉਹਾਰ ਕਰਨਾ ਸੀ, ਮੇਰੇ ਰਾਜ ਦਾ ਰਾਸ਼ਟਰੀ ਤਿਉਹਾਰ ਕਿਹੜਾ ਹੋਵੇ ਤੇ ਜਿਹਨੂੰ ਉਹ ਵੱਡੇ ਪੱਧਰ ਤੇ ਮਨਾਇਆ ਵੀ ਕਰਦਾ ਸੀ, ਤੇ ਉਹਨੇ ਕਿਹਾ ਜੇ ਦੀਵਾਲੀ ਬਣਾਵਾਂਗੇ ਤੇ ਫਿਰ ਇਹ ਹਿੰਦੂਆਂ ਦੀ ਬਣ ਜਾਣੀ ਹੈ, ਜੇ ਵਿਸਾਖੀ ਬਣਾਵਾਂਗੇ ਸਿੱਖਾਂ ਦੀ ਬਣ ਜਾਣੀ ਹੈ, ਜੇ ਈਦ ਮਨਾਇਆ ਰਾਜ ਦੇ ਤੌਰ ਤੇ ਮੁਸਲਮਾਨਾਂ ਦਾ ਬਣ ਜਾਣਾ ਹੈ। ਇਸ ਕਰਕੇ ਸਾਂਝਾ ਤਿਉਹਾਰ ਜਿੱਥੇ ਸਾਰੇ ਇਕੱਠੇ ਹੋ ਸਕਦੇ ਨੇ, ਬਸੰਤ ਪੰਚਮੀ 10 ਦਿਨ ਲਗਾਤਾਰ ਬਸੰਤ ਪੰਚਮੀ ਦਾ ਮੇਲਾ ਲਾਹੌਰ 'ਚ ਲੱਗਿਆ ਕਰਦਾ ਸੀ। ਉੱਥੇ ਘੋਲ ਹੁੰਦੇ ਸੀ, ਉੱਥੇ ਘੋੜਿਆਂ ਦੀ ਮੰਡੀ ਲੱਗਦੀ ਸੀ, ਉੱਥੇ ਦੂਰ ਦਰਾਡੇ ਲੋਕ ਆ ਕੇ ਫਰਿਆਦਾਂ ਕਰਦੇ ਸੀ, ਉੱਥੇ ਫੌਜ ਦੀ ਭਰਤੀ ਹੁੰਦੀ ਸੀ 10 ਦਿਨਾਂ 'ਚ। ਔਰ ਜਿਹੜੀ ਗੱਲ ਬਦਰ ਖਾਨ ਜੀ ਨੇ ਪਹਿਲਾਂ ਕੀਤੀ ਸੀ ਕਿ ਮੇਲੇ ਦੇ ਵਿੱਚ ਹਰੀ ਸਿੰਘ ਨਲੂਆ ਮਹਾਰਾਜਾ ਜੀ ਨੂੰ ਪਹਿਲੀ ਵਾਰੀ ਮਿਲਿਆ ਸੀ, ਉਹ ਬਸੰਤ ਪੰਚਮੀ ਦਾ ਹੀ ਮੇਲਾ ਸੀ ਜਿੱਥੇ ਘੋੜ ਵੀ ਕਰਾਏ ਜਾਂਦੇ, ਕੁਸ਼ਤੀਆਂ ਕਰਾਈਆਂ ਜਾਂਦੀਆਂ ਸੀ, ਜ਼ੋਰ ਪਰਖਿਆ ਜਾਂਦਾ ਹੁੰਦਾ ਸੀ। ਤੇ ਉੱਥੋਂ ਜਿਹੜੇ ਬੰਦੇ ਜ਼ੋਰਾਵਰ ਹੁੰਦੇ ਸਨ ਉਹਨਾਂ ਨੂੰ ਮਹਾਰਾਜਾ ਜੀ ਆਪਣੀ ਫੌਜ 'ਚ ਵੀ, ਆਪਣੇ ਅੰਗ ਰੱਖੇ ਦਸਤਿਆਂ 'ਚ ਵੀ ਭਰਤੀ ਕਰ ਲੈਂਦਾ ਸੀ। ਹਰੀ ਸਿੰਘ ਨਲੂਏ ਨੂੰ ਵੀ ਆਪਣੇ ਅੰਗ ਰੱਖੇ ਦਸਤੇ 'ਚ ਭਰਤੀ ਕੀਤਾ ਸੀ। ਸੋ ਮਹਾਰਾਜਾ ਰਣਜੀਤ ਸਿੰਘ ਐਡਾ ਸਾਂਝਾ ਮਹਾਰਾਜਾ ਸੀਗਾ ਜਿਹਨੇ ਸਾਰੇ ਪੰਜਾਬ ਦੀ ਗੱਲ ਰੱਖੀ। ਔਰ ਸਿੱਖਾਂ ਦੀ ਗਿਣਤੀ ਜਿਹੜੀ ਕਿਸੇ ਵੀ ਹਾਲਾਤ 'ਚ ਉਦੋਂ 12% ਤੋਂ ਜ਼ਿਆਦਾ ਨਹੀਂ ਸੀ ਪੂਰੇ ਪੰਜਾਬ ਦੇ ਵਿੱਚ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਪਰ 12% ਗਿਣਤੀ ਹੁੰਦਿਆਂ ਹੋਇਆਂ ਉਹਨੇ
ਉਹਨਾਂ ਇਲਾਕਿਆਂ ਦੇ ਵਿੱਚ ਰਾਜ ਕੀਤਾ, ਦਰਾ ਖੈਬਰ ਤੱਕ ਰਾਜ ਕੀਤਾ, ਅਫਗਾਨਿਸਤਾਨ ਦੀਆਂ ਹੱਦਾਂ ਤੱਕ ਰਾਜ ਕੀਤਾ। ਐਡਾ ਵੱਡਾ ਪੰਜਾਬ ਜਿਹਦਾ ਜ਼ਿਕਰ ਬਦਰ ਖਾਨ ਜੀ ਕਰਕੇ ਨੇ, ਐਡਾ ਵੱਡਾ ਪੰਜਾਬ ਜੇ ਬਣਾਇਆ ਤਾਂ ਉਹਦੀ ਸਾਂਝੀ ਵਾਲਤਾ ਨੇ ਬਣਾਇਆ ਸੀ। ਔਰ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਦੇਣ ਆ ਉਹਨੂੰ ਪੰਜਾਬ ਨਹੀਂ ਕਦੀ ਭੁੱਲ ਸਕਦਾ। ਔਰ ਖਾਸ ਕਰਕੇ ਜਿਹੜਾ ਪੰਜਾਬੀ ਸੱਭਿਆਚਾਰ ਤੇ ਸਿੱਖੀ ਦਾ ਪ੍ਰਭਾਵ ਹੈ ਉਹ ਵੀ ਜਿਹੜਾ ਗੁਰੂ ਨਾਨਕ ਸਾਹਿਬ ਦੇ ਨਜ਼ਰੀਏ ਤੋਂ ਤਾਂ ਹੈ ਹੀ ਆ, ਪਰ ਜਿਹੜਾ ਅੱਜ ਵੰਡੀਆਂ ਪੈ ਗਈਆਂ ਬੇਸ਼ੱਕ, ਪਰ ਮਹਾਰਾਜਾ ਰਣਜੀਤ ਸਿੰਘ ਦਾ ਵੀ ਆਪਣਾ ਇੱਕ ਪ੍ਰਭਾਵ। ਉਹ ਫਕੀਰ ਸਾਹਿਬ ਨੇ ਇੱਕ ਬੜੀ ਅੱਛੀ ਗੱਲ ਕਹੀ ਜੀ, ਮੈਨੂੰ ਕਹਿੰਦੇ ਜੀ ਬਦਰ ਸਾਹਿਬ ਜਿੰਨੀਆਂ ਗੱਲਾਂ ਤੁਸੀਂ ਮੈਨੂੰ ਕੋਲ ਪੁੱਛ ਰਹੇ ਹੋ ਨਾ, ਐਸੀ ਕੋਈ ਵੀ ਗੱਲ ਨਹੀਂ ਹੈਗੀ, ਸਿਰਫ ਮਹਾਰਾਜਾ ਨਾਲ ਇਹ ਹਿਸਟੋਰੀਅਨਸ ਨੇ ਇਹ ਸਮਝ ਕੇ ਜ਼ਿਆਦਤੀ ਕੀਤੀ ਕਿ ਇੱਕ ਸਿੱਖ ਰਾਜਾ ਹੈ ਜੀ, ਉਹਦੇ ਨਾਲ ਜ਼ਿਆਦਤੀ ਕੀਤੀ ਗਈ ਹੈ ਤਾਰੀਖ ਦੇ ਵਿੱਚ, ਹਿਸਟਰੀ ਦੇ ਵਿੱਚ। ਅਦਰਵਾਈਜ਼ ਅਸੀਂ ਬੈਠੇ ਹਾਂ, ਮੇਰੇ ਕੋਲ ਸਾਰੇ ਸਬੂਤ ਨੇ ਮੇਰੇ ਕੋਲ, ਔਰ ਪ੍ਰਾਇਮਰੀ ਸੋਰਸਿਸ ਨੇ, ਮੈਂ ਸਭ ਕੁਝ ਤੁਹਾਨੂੰ ਦਿਖਾ ਸਕਣਾ ਵਾਂ, ਐਸਾ ਕੁਝ ਨਹੀਂ ਹੈਗਾ। ਫਿਰ ਉਹਨਾਂ ਨੇ ਇੱਕ ਬੜੀ ਅੱਛੀ ਮਜ਼ੇਦਾਰ ਗੱਲ ਕੀਤੀ, ਮੈਨੂੰ ਕਹਿੰਦੇ ਬਦਰ ਸਾਹਿਬ ਮੇਰੇ ਜਿਹੜੇ ਬਜ਼ੁਰਗ ਸਨ, ਫਕੀਰ ਅਜ਼ੀਜ਼ੁਦੀਨ, ਫਕੀਰ ਇਮਾਮੁਦੀਨ, ਫਕੀਰ ਨੂਰੁਦੀਨ ਜੀ, 5 ਵਕਤਾ ਨਮਾਜ਼ੀ ਸਨ, ਤਹੱਜਦ ਗੁਜ਼ਾਰ ਸਨ, ਨੇਕ ਆਦਮੀ ਸਨ। ਇਹ ਮਸਜਿਦਾਂ ਨੂੰ ਤਾਲੇ ਲਵਾਉਣੇ ਜਾਂ ਘੋੜੇ ਬੰਨਣੇ ਜਾਂ ਐਸਾ ਕੋਈ ਮਜ਼ਹਬ ਦੇ ਬਾਰੇ ਗੱਲ ਕਰਨਾ, ਉਹਨਾਂ ਨੇ ਇੱਕ ਬੜਾ ਯਾਨੀ ਕਿ ਆਪਣੇ ਬਜ਼ੁਰਗਾਂ ਨੂੰ ਥੋੜੇ ਜਿਹੇ ਗਲਤ ਅਲਫਾਜ਼ ਦੇ ਵਿੱਚ ਵੀ ਯਾਦ ਕਰਦੇ, ਕਹਿੰਦੇ ਯਾਰ ਫਿਰ ਮੇਰੇ ਬਜ਼ੁਰਗ ਤੇ ਫਿਰ ਬੜੇ ਯਾਨੀ ਕਿ ਬੇਸ਼ਰਮ ਲੋਕ ਸਨ ਕਿ ਉਹਨਾਂ ਦੇ ਹੁੰਦਿਆਂ ਸਭ ਕੁਝ ਹੋਇਆ। ਉਹ ਹੋ ਹੀ ਨਹੀਂ ਸਕਦਾ ਸੀ, ਹੋ ਹੀ ਨਹੀਂ ਸਕਦਾ, ਕਦੇ ਹੋ ਹੀ ਨਹੀਂ ਸੀ ਪੋਸੀਬਲ ਸਕਦਾ, ਨਹੀਂ, ਇਹ ਪੋਸੀਬਲ ਹੀ ਨਹੀਂ ਸੀ ਹੈਗਾ। ਔਰ ਕਹਿੰਦੇ ਫਕੀਰ ਅਜ਼ੀਜ਼ੁਦੀਨ ਸਾਹਿਬ ਦੀ ਥੀ ਉਹ ਤਾਂ ਸਾਡੇ ਕੋਲ ਇੱਕ ਮਹਾਰਾਜਾ ਰਣਜੀਤ ਸਿੰਘ ਦਾ ਫੈਸਲਾ ਮਿਲਦਾ ਹੈ ਜਿਹੜਾ ਕਿ ਇੱਕ ਵਾਰ ਕੁਝ ਲੋਕਾਂ ਨੇ ਜਾ ਕੇ ਸ਼ਿਕਾਇਤ ਕਰਤੀ ਵੀ ਜਿਹੜਾ ਮੌਲਵੀ ਬਾਂਗ ਮੈਂ ਸੁਣਾਉਣ ਲੱਗਾ ਸਾਂ ਤੁਹਾਨੂੰ ਕਿੱਸਾ ਜੀ। ਤੁਸੀਂ ਸੁਣਾਓ ਫਿਰ। ਨਹੀਂ ਕਿ ਜੀ ਉਹ ਕਿ ਇੱਕ ਗਰੁੱਪ ਆਇਆ, ਉਹਨੇ ਕਿਹਾ ਜੀ ਸਾਡੇ ਮਹੱਲੇ 'ਚ ਮੌਜ਼ਨ ਰਹਿੰਦਾ, ਮੌਜ਼ਨ ਕਹਿੰਦੇ ਨੇ ਅਜ਼ਾਨ ਦੇ ਨਾਲ, ਉਹ ਜੀ 5 ਵਕਤ ਕਹਿੰਦੇ ਅਜ਼ਾਨ ਦਿੰਦਾ ਹੈ ਤੇ ਬੜੀ ਡਿਸਟਰਬੈਂਸ ਹੁੰਦੀ, ਉੱਚੀ ਆਵਾਜ਼ ਹੁੰਦੀ, ਕੰਮ ਤੋਂ ਥੱਕੇ ਆਈਦਾ ਹੈ ਤੇ ਕੰਮ ਦਾ ਨਾ ਆਰਾਮ 'ਚ ਨੀਂਦ ਉੱਡ ਜਾਂਦੀ ਹੈ। ਤੇ ਮਹਾਰਾਜਾ ਨੇ ਫਕੀਰ ਅਜ਼ੀਜ਼ੁਦੀਨ ਨਾਲ ਦੇਖਿਆ ਤੇ ਫਕੀਰ ਸਾਹਿਬ ਨੇ ਮਹਾਰਾਜਾ ਦੇ ਕੰਨ 'ਚ ਨਾ ਇੱਕ ਮਸ਼ਵਰਾ ਦਿੱਤਾ। ਮਹਾਰਾਜ ਕਹਿੰਦੇ ਠੀਕ ਹੈ ਜੀ, ਅੱਜ ਤੋਂ ਬਾਅਦ ਅਜ਼ਾਨ ਬੰਦ, ਠੀਕ ਹੈ, ਲੇਕਿਨ ਤੁਸੀਂ ਇਸ ਤਰ੍ਹਾਂ ਕਰੋ, ਆਪਣੇ ਬੰਦਿਆਂ ਦਾ ਕੁਝ ਗਰੁੱਪ ਬਣਾਓ, 4-5 ਬੰਦਿਆਂ ਦਾ, ਤੁਸੀਂ ਲਾਹੌਰ 'ਚ ਜਿੰਨੇ ਮੁਸਲਮਾਨ ਨੇ ਨਾ, ਜਿੰਨੇ ਉਸ ਮਹੱਲੇ 'ਚ ਹਰ ਘਰ ਦਾ ਦਰਵਾਜ਼ਾ ਨੌਕ ਕਰਕੇ ਤੁਸੀਂ ਉਹਨਾਂ ਨੂੰ ਕਹਿਣਾ ਕਿ ਉੱਠੋ ਨਮਾਜ਼ ਦਾ ਟਾਈਮ ਹੋ ਗਿਆ। ਉਹ ਜੀ 2-3 ਦਿਨ ਡਿਊਟੀ ਕੀਤੀ, ਫਿਰ ਵਾਪਸ ਗਏ, ਕਹਿੰਦੇ ਮਹਾਰਾਜ ਉਹ ਅਜ਼ਾਨ ਹੀ ਠੀਕ ਸੀ, ਇਹ ਤੇ ਹੁਣ ਘਰ ਘਰ ਜਾ ਕੇ ਬੁਲਾਉਣਾ ਪੈਂਦਾ। ਦੇਖੋ ਨਾ, ਸੋ ਮਹਾਰਾਜਾ ਰਣਜੀਤ ਸਿੰਘ ਜੀ ਇਹੋ ਜਿਹਾ ਮਹਾਰਾਜਾ ਸੀ। ਵਾਹ ਵਾਹ ਵਾਹ। ਇਹ ਤੁਹਾਡੀ ਫਰਿਆਦ ਵੀ ਸੁਣਦਾ ਹੈ ਪਰ ਨਿਆਂ ਵੀ ਸਹੀ ਕਰ ਰਿਹਾ ਹੈਗਾ। ਇਹ ਇੱਕ ਕਿਉਂਕਿ ਆਪਣਾ ਸਮਾਂ ਨੇੜੇ ਆ ਗਿਆ ਹੁਣ, ਹਾਂਜੀ ਹਾਂਜੀ, ਇੱਕ ਗੱਲ ਖਾਸ ਤੌਰ ਤੇ ਪੁੱਛਣਾ ਚਾਹੂੰਗਾ, ਬੇਸ਼ੱਕ 2-4 ਵਾਕਾਂ ਜੀ ਕਿਹੋ ਕਿ ਪੂਰਾ ਪੰਜਾਬੀ ਸੱਭਿਆਚਾਰ, ਪੂਰਾ ਜਿਹੜਾ ਪੰਜਾਬ ਹੈ ਉਹਦੇ 'ਚ ਦੇਖੋ ਸਿੱਖ ਵੀ ਹੈ, ਹਿੰਦੂ ਵੀ ਹੈ, ਮੁਸਲਿਮ ਵੀ ਆ। ਖਾਸ ਕਰਕੇ ਜਦੋਂ ਲਾਹੌਰੋਂ ਪਾਰ ਦੀ ਗੱਲ ਕਰਦੇ ਹਾਂ, ਮੁਸਲਿਮ ਗਿਣਤੀ ਜਿਹੜੀ ਆ 99% ਦੇ ਨੇੜੇ ਤੇੜੇ ਆ, 97 ਤੋਂ 99% ਨੇੜੇ ਕਹੀ ਜਾਂਦੀ ਆ, ਪਰ ਫੇਰ ਵੀ ਉੱਥੇ ਗੁਰੂ ਨਾਨਕ ਸਾਹਿਬ ਦਾ ਅਸਰ ਆ ਪੂਰਾ। ਬਿਲਕੁਲ ਹੈ ਜੀ, ਪ੍ਰਭਾਵ ਪੂਰਾ ਆ। ਦੇਖੋ ਜੀ, ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ, ਯਾਨੀ ਕਿ ਗੁਰੂ ਨਾਨਕ ਸਾਹਿਬ ਦਾ ਨਾਂ ਕੋਈ, ਅਸੀਂ ਤਾਂ ਕਦੇ ਅੱਧਾ ਸਾਡੇ ਵਾਲੇ ਬੰਦੇ ਤਾਂ ਅੱਧਾ ਸੱਦ ਲੈਂਦੇ ਨੇ, ਪਰ ਜਿੰਨੇ ਸਤਿਕਾਰ ਨਾਲ ਗੁਰੂ ਨਾਨਕ ਸਾਹਿਬ ਦਾ ਨਾਂ ਪਾਕਿਸਤਾਨ 'ਚ ਲਿਆ ਜਾਂਦਾ ਜੀ, ਲਿਆ ਜਾਂਦਾ, ਔਰ ਮੁਸਲਿਮ ਲੈਂਦੇ ਉਹਨੇ ਸਤਿਕਾਰ ਨਾਲ ਨਹੀਂ ਕੋਈ ਲੈਂਦਾ। ਸਿੱਖੀ ਜਿਹੜਾ ਫਲਸਫਾ ਆ, ਜਿਹੜੀ ਸਿੱਖ ਸੋਚ ਆ, ਜਾਂ ਗੁਰੂ ਨਾਨਕ ਦਾ ਜਿਹੜਾ ਫਲਸਫਾ, ਉਹਦਾ ਪਾਕਿਸਤਾਨੀ ਪੰਜਾਬ ਦੇ ਉੱਤੇ ਜਾਂ ਪੂਰੇ ਪੰਜਾਬੀ ਸੱਭਿਆਚਾਰ ਦੇ ਉੱਤੇ ਕਿੰਨਾ ਕੁ ਅਸਰ ਆ, ਉਹ 1-2 ਲਾਈਨਾਂ ਦੇ। ਬਾਬਾ ਜੀ ਦਾ ਇੰਨਾ ਅਸਰ ਹੈ ਕਿ ਬਾਬਾ ਜੀ ਨੂੰ ਨਾਨਕ ਸ਼ਾਹ ਫਕੀਰ ਕਿਹਾ ਜਾਂਦਾ ਹੈ ਜੀ। ਨਾਨਕ ਸ਼ਾਹ ਸਾਡੇ ਬਾਦਸ਼ਾਹ ਨੂੰ ਕਿਹਾ ਜਾਂਦਾ ਹੈ, ਤੇ ਫਕੀਰ ਹਸਤੀ ਹੁੰਦੀ ਹੈ ਪਾਕ, ਕਿ ਹਜ਼ਰਤ ਬਾਬਾ ਗੁਰੂ ਨਾਨਕ ਸ਼ਾਹ ਹਜ਼ਰਤ ਬਾਬਾ ਗੁਰੂ ਨਾਨਕ ਸ਼ਾਹ ਫਕੀਰ, ਇਹ ਬਾਬਾ ਜੀ ਦਾ ਨਾਮ ਲਿਆ ਜਾਂਦਾ ਹੈ। ਜਦੋਂ ਬਾਬਾ ਜੀ ਦਾ ਇਹ ਪਿੱਛੇ 550 ਆਇਆ ਨਾ ਜੀ ਆਪਣਾ ਜਨਮ, ਤੇ ਇੰਜ ਪੰਜਾਬ ਦੇ ਵਿੱਚ, ਪੂਰੇ ਪਾਕਿਸਤਾਨ ਦੇ ਵਿੱਚ ਕਿ ਬਹੁਤ ਵੱਡੇ ਵਲੀਉੱਲਾ ਰੱਬ ਦੇ ਬੰਦੇ ਦਾ ਜਨਮ ਦਿਨ ਆ ਰਿਹਾ ਜੀ। ਦੇਖੋ ਜੀ, ਉਹ ਮੈਂ ਤੇ ਅਗਰ ਖੁੱਲੇ ਲਫ਼ਜ਼ਾਂ 'ਚ ਕਹੋਗੇ ਤੇ ਮੈਂ ਤੇ ਇਹ ਵੀ ਕਹਿੰਦਾ ਹੁੰਦਾ ਕਿ ਯਾਰ ਸਿਰਫ ਤੁਹਾਡੇ ਬਾਬਾ ਜੀ ਨਹੀਂ ਸਨ, ਸਾਡੇ ਵੀ ਹੈਗੇ ਸਨ। ਬਿਲਕੁਲ ਹੈਗੇ, ਠੀਕ ਹੈ ਕਿ ਨਹੀਂ ਜੀ, ਪੰਜਾਬ ਦੇ ਸੀ, ਪੂਰੀ ਦੁਨੀਆ ਦੇ ਹੈਗੇ ਸਨ ਤੇ ਰੱਬ ਦੇ ਬੰਦੇ ਸਨ, ਠੀਕ ਹੈ ਨਾ ਜੀ। ਤੇ ਅਸੀਂ ਉਹਨਾਂ ਦਾ ਓਨਾ ਹੀ ਇਹਤਰਾਮ ਕਰਨੇ ਆ ਜਿੰਨਾ ਅਸੀਂ ਹਜ਼ਰਤ ਬਾਬਾ ਫਰੀਦਗੰਜ ਸ਼ਕਰ ਰਹਿਮਤੁल्लाह ਅਲੈਹ ਦਾ ਕਰਨੇ ਆ, ਜਿੰਨਾ ਹਜ਼ਰਤ ਮੀਆਂ ਮੀਰ ਸਰਕਾਰ ਦਾ ਕਰਨੇ ਆ, ਜਿੰਨਾ ਸ਼ਾਹ ਹੁਸੈਨ ਦਾ ਕਰਨੇ ਆ, ਓਨਾ ਹੀ ਅਸੀਂ ਬਾਬਾ ਗੁਰੂ ਨਾਨਕ ਸਾਹਿਬ ਦਾ ਇਹਤਰਾਮ ਕਰਦੇ। ਤੁਹਾਨੂੰ ਇਹ ਪਤਾ ਕਿ ਬਾਬਾ ਫਰੀਦ ਜੀ ਜਿਹੜੇ ਕਿ ਸੂਫੀ ਸਭਿਅਤਾ ਦੇ ਮੋਢੀ ਸਮਝੇ ਜਾਂਦੇ ਪੰਜਾਬੀ ਸ਼ਾਇਰੀ, ਔਰ ਪੰਜਾਬੀ ਸ਼ਾਇਰੀ ਦੇ ਵੀ ਮੋਢੀ ਆ ਜੀ, ਤੇ ਬਾਬਾ ਫਰੀਦ ਜੀ ਦਾ ਕਲਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਜੀ, ਮੌਜੂਦ ਹੈ ਜੀ, ਬੜੀ ਵੱਡੀ ਗੱਲ। ਔਰ ਮੈਨੂੰ ਕਈ ਵਾਰੀ ਉਹਨਾਂ ਦੇ ਪੰਕਤੀਆਂ ਜਦੋਂ ਬਾਬਾ ਫਰੀਦ ਦਾ ਨਾਂ ਲੈਂਦੇ ਮੈਨੂੰ ਯਾਦ ਆ ਜਾਂਦੇ ਬਦੋ ਬਦੀ, ਮੈਂ ਕਹਿੰਦਾ ਨਹੀਂ ਹੁੰਦਾ, ਫਰੀਦ ਜੀ ਕਹਿੰਦੇ ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਭੁੱਜਣ ਤੋਂ। ਵਾਹ ਵਾਹ, ਰੱਬ ਨਾਲੋਂ ਉੱਤੇ ਕੋਈ ਨਹੀਂ, ਰੱਬ ਨਾਲੋਂ ਉੱਤੇ ਕੋਈ ਨਹੀਂ। ਕੀ ਬਾਤ। ਔਰ ਇਹ ਬਾਬਾ ਫਰੀਦ ਜੀ ਦਾ ਜਿਹੜਾ ਕਲਾਮ ਹੈ ਮਿੱਠਾ ਹੈ ਕਲਾਮ ਹੈ। ਔਰ ਬਾਬਾ ਫਰੀਦ ਜੀ ਨੇ ਜਦੋਂ ਪੰਜਾਬੀ ਦੀ
ਪੋਇਟਰੀ ਕਹਿਣੀ ਸ਼ੁਰੂ ਕਰਤੀ, ਜੀ ਜੀ ਕਲਾਮ ਕਹਿਣਾ ਜੀ ਸ਼ੁਰੂ ਜੀ ਕਰਤਾ। ਜੀ ਜੀ ਜਦੋਂ ਪੰਜਾਬੀ ਦੀ ਗੱਲ ਸ਼ਾਇਦ ਗੁਰੂ ਸ਼ਾਹ ਨੇ ਕਹਿਣੀ ਸ਼ੁਰੂ ਕਰਤੀ, ਯਾਨੀ ਕਿ 11ਵੀਂ 12ਵੀਂ ਸਦੀ ਦੀ ਗੱਲ ਹੈ, ਉਦੋਂ ਤਕਰੀਬਨ 2 ਸਦੀਆਂ ਬਾਅਦ ਚ ਇੰਗਲਿਸ਼ ਪੋਇਟਰੀ ਦੀ ਗੱਲ ਚੱਲੀ ਆ। ਓਹੋ ਵਾਹ ਵਾਹ। ਉਹ 2 ਸਦੀਆਂ ਅਸੀਂ ਐਡਵਾਂਸ ਹਾਂ ਬੋਲੀ ਦੇ ਤੌਰ ਤੇ, ਪੰਜਾਬੀ ਤੌਰ ਤੇ ਇੰਗਲਿਸ਼ ਪੋਇਟਰੀ ਨਾਲ। ਇੱਕ ਹੋਰ ਛੋਟੀ ਜਿਹੀ ਗੱਲ ਭਾਜੀ, ਜਦੋਂ ਮੈਂ ਬਾਬਾ ਜੀ ਨੂੰ ਪੜ੍ਹਿਆ ਨਾ ਜੀ, ਇੱਕ ਗੱਲ ਦੀ ਮੈਨੂੰ ਬੜੀ ਹੈਰਾਨੀ ਹੋਈ। ਹਾਂਜੀ, ਬਾਬਾ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਕੋਈ ਚਮਤਕਾਰ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜੀ। ਪਰ ਚਮਤਕਾਰ ਜਿੱਥੇ ਬੈਠਦੇ ਉੱਥੇ ਹੁੰਦੇ ਸੀ ਕਿ ਅੱਛਾ ਉਹ ਤਾਂ ਰੱਬ ਦੇ ਬੰਦੇ ਸਨ ਨਾ ਜੀ, ਇਹ ਤਾਂ ਰੱਬ ਨੇ ਤਾਂ ਕਿ ਵੀ ਜਿਸ ਤਰ੍ਹਾਂ ਬਾਬੇ ਕਰਦੇ ਨੇ ਕਿ ਬਾਬਾ ਬੈਠਾ ਬੈਠਾ ਗਾਇਬ ਹੋ ਗਿਆ ਹੈ, ਬਾਬਾ ਉੱਡਣ ਲੱਗ ਗਿਆ ਹੈ, ਇੱਕ ਕਪੜਾ ਚੁੱਕਿਆ ਤੇ ਥੱਲੇ ਖਾਣਾ ਆਇਆ ਹੈ ਤੇ ਬਾਬੇ ਨੇ ਇੰਜ ਕਰਕੇ ਹੱਥ ਮਾਰਿਆ ਤੇ ਇਧਰੋਂ ਪੈਸੇ ਚੁੱਕ ਕੇ ਦੇ ਦਿੱਤੇ ਨੇ, ਐਸਾ ਕੋਈ ਇਦਾਂ ਦਾ ਕੁਝ ਨਹੀਂ ਕੀਤਾ ਹੀ ਨਹੀਂ ਜੀ। ਪਰ ਜਿੱਥੇ ਗੁਰੂ ਨਾਨਕ ਬੈਠਦਾ ਹੈ, ਜੀ ਜੀ ਜਿੱਥੇ ਬਾਬਾ ਬੈਠਦਾ ਹੈ, ਉਹ ਥਾਂ ਭਾਈ ਗੁਰਦਾਸ ਜੀ ਨੇ ਕਿਹਾ ਵੀ ਜਿੱਥੇ ਬਾਬਾ ਪੈਰ ਤੇਰੇ ਪੂਜਾ ਆਸਣ ਥਾਪਣ ਸੋਆ, ਜਿੱਥੇ ਉਹ ਪੈਰ ਰੱਖ ਦਿੰਦੇ, ਆਪਣੇ ਚਰਨ ਰੱਖ ਦਿੰਦੇ ਨੇ ਬਾਬਾ, ਜਿੱਥੇ ਬਾਬਾ ਪੈਰ ਤੇਰੇ ਪੂਜਾ ਆਸਣ ਥਾਪਣ ਸੋਆ, ਉਹ ਥਾਂ ਹੀ ਪੂਜਨਯੋਗ ਹੋ ਜਾਂਦੀ ਹੈ। ਔਰ ਤੁਸੀਂ ਉਹ ਪੂਜਨਯੋਗ ਥਾਵਾਂ ਦੀ ਗੱਲ ਕੀਤੀ ਆ, 7 ਗੁਰੂ ਘਰਾਂ ਦੀ ਗੱਲ ਕਰਕੇ, ਬੇਸ਼ੱਕ ਉਹ ਸੱਚਾ ਸੌਦਾ ਹੈ, ਬੇਸ਼ੱਕ ਉਹ ਗੁਰਦੁਆਰਾ ਸੱਚਖੰਡ ਸਾਹਿਬ ਹੈ ਜਿਹੜਾ ਕਿ ਅਜੇ ਇੱਕ ਤਰ੍ਹਾਂ ਦਾ ਕਬਜ਼ੀ ਬਚਾਇਆ ਹੋਇਆ, ਗੁਰਦੁਆਰਾ ਰੂੜੀ ਸਾਹਿਬ ਹੈ, ਬੇਸ਼ੱਕ ਗੁਰਦੁਆਰਾ ਜਨਮ ਸਥਾਨ ਸਾਹਿਬ ਹੈ, ਬੇਸ਼ੱਕ ਗੁਰਦੁਆਰਾ ਪੰਜਾ ਸਾਹਿਬ ਹੈ, ਤੇ ਬੇਸ਼ੱਕ ਗੁਰਦੁਆਰਾ ਸਿਆਲਕੋਟ ਹੈ ਬੇਰ ਸਾਹਿਬ ਵਾਲਾ। ਹਰ ਥਾਂ ਜਿੱਥੇ ਬਾਬੇ ਨੇ ਆਪਣੇ ਚਰਨ ਟਿਕਾ ਦਿੱਤੇ, ਇੱਕ ਵਾਰੀ ਬੈਠ ਗਿਆ ਬਾਬਾ ਜੀ, ਉਹ ਥਾਂ ਪੂਜਨਯੋਗ ਹੋ ਗਈ। ਜਿੱਥੇ ਜਾਏ ਵਹੇ ਮੇਰਾ ਸਤਿਗੁਰੂ ਸੋਥਾਨ ਜੀ। ਲਾਸਟ ਵਿੱਚ ਭਾਜੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਇੱਕ ਰਿਕੁਐਸਟ ਕਰਨਾ ਚਾਹੁੰਦਾ। ਦੇਖੋ ਇਹ ਦਾਸਤਾਨ ਦੀ ਕਥਾ ਸਤਿਗੁਰੂ ਘਰਾਂ ਦੀ ਔਰ ਕਥਾ ਖਾਲਸਾ ਰਾਜ ਕੀ ਜੀ, ਇਹ ਮਤਲਬ ਤਿਆਰ ਕਰਨ ਦਾ ਮਕਸਦ ਤੇ ਤੁਹਾਨੂੰ ਸੁਣਾਉਣਾ ਹੈ ਨਾ ਜੀ, ਇਹ ਮੇਰੇ ਦਿਲ ਵਿੱਚ ਰਹਿ ਸਕਦੀਆਂ ਨੇ ਗੱਲਾਂ, ਇਹ ਗੱਲ ਇੱਥੇ ਮੁੱਕ ਵੀ ਸਕਦੀ ਹੈ, ਮੈਂ ਸਾਰੀ ਜ਼ਿੰਦਗੀ ਯਾਦ ਕੀਤੀਆਂ, ਇੱਕ ਅੱਧੀ ਵਾਰੀ ਮੈਂ ਸੁਣਾ ਦਿੱਤਾ ਹੈ ਤੇ ਖਤਮ ਹੋ ਗਈ ਗੱਲ ਜੀ। ਲੇਕਿਨ ਮੈਂ ਚਾਹੁੰਦਾ ਭਾਜੀ ਕਿ ਇਹਨਾਂ ਦੇ ਸ਼ੋਜ਼ ਹੋਣ ਜੀ। ਕਥਾ ਸਤਿਗੁਰੂ ਘਰਾਂ ਦੀ ਦਰਸ਼ਨ ਨੇ ਤੇ ਕਥਾ ਖਾਲਸਾ ਰਾਜ ਕੀ ਹਿਸਟਰੀ ਹੈ ਜੀ। ਦਰਸ਼ਨ ਇੱਕ ਸਵਾਬ ਦਾ ਕੰਮ ਹੈ, ਸਾਡੇ ਪੁੰਨ ਦਾ ਕੰਮ ਕਿਹਾ ਜਾਂਦਾ ਹੈ। ਜਿਹੜੀ ਹਿਸਟਰੀ ਹੈ ਉਹ ਸਾਡੀ ਨਵੀਂ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ ਜੀ। ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ 40 ਇਅਰਸ ਦਾ ਦੌਰ ਸੀ ਨਾ ਜੀ, ਉਹ ਜਿਸ ਵੇਲੇ ਸਾਡੀ ਨਵੀਂ ਪੀੜ੍ਹੀ ਨੂੰ ਪਤਾ ਲੱਗੇਗਾ ਤੇ ਉਹ ਜ਼ਰੂਰ ਪ੍ਰਾਊਡ ਫੀਲ ਕਰੇਗੀ। ਬਦਰ ਖਾਨ ਜੀ ਦੀ ਕੋਸ਼ਿਸ਼ ਹੈ ਕਿ ਸਿੱਖ ਪੀੜ੍ਹੀ ਜਿਹੜੀ ਹੈ, ਸਿੱਖ ਨੌਜਵਾਨ ਜਿਹੜੇ ਸਿੱਖ ਨੇ, ਉਹ ਆਪਣੇ ਵਿਰਸੇ ਨਾਲ ਜੁੜਨ ਤੇ ਉਹਦੇ 'ਚ ਅਧਿਆਤਮਿਕਤਾ ਦੀ ਗੱਲ, ਸਜਦੇ ਵਾਲੀ ਗੱਲ, ਇੱਕ ਤਰ੍ਹਾਂ ਦੀ ਗੁਰੂ ਦੀਆਂ ਸਵਾਬ ਵਾਲੀ ਗੱਲ, ਗੁਰੂ ਦੀਆਂ ਖੁਸ਼ੀਆਂ ਲੈਣ ਵਾਲੀ ਗੱਲ ਹੈ। ਸਤਿਗੁਰੂ ਘਰਾਂ ਦੀ ਜਿਹੜੀ ਗਾਥਾ ਉਹ ਸੁਣਨੀ, ਉਹ ਗੁਰਦੁਆਰਾ ਪ੍ਰਬੰਧਕਾਂ ਨੂੰ ਚਾਹੀਦਾ, ਕੋਈ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਕਿ ਉਹਦੇ ਖਾਸ ਸ਼ੋਅ ਰੱਖੇ ਜਾਣ। ਔਰ ਜਿਹੜਾ ਖਾਲਸਾ ਰਾਜ ਦੀ ਗਾਥਾ ਹੈ ਉਹ ਸਾਡਾ ਵਿਰਸਾ ਹੈ ਕਿ ਕਦੀ ਅਸੀਂ ਵੀ ਤੋਪਾਂ ਵਾਲੇ ਹੁੰਦੇ ਸਾਂ, ਕਦੀ ਅਸੀਂ ਵੀ ਕਿਲਿਆਂ ਵਾਲੇ ਹੁੰਦੇ ਸਾਂ, ਕਦੀ ਅਸੀਂ ਵੀ 1.25 ਲੱਖ ਫੌਜ ਦੇ ਮਾਲਕ ਸਾਂ, ਕਦੀ ਸਾਡਾ ਵੀ 5 ਦਰਿਆਵਾਂ ਤੋਂ ਸਤਲੁਜ ਤੋਂ ਲੈ ਕੇ ਦਰਾ ਖੈਬਰ ਤੱਕ ਕੇਸਰੀ ਨਿਸ਼ਾਨ ਸਾਹਿਬ ਝੂਲਿਆ ਕਰਦਾ ਸੀ। ਉਹ ਗਾਥਾ ਬਦਰ ਖਾਨ ਜੀ ਕਹਿ ਰਹੇ ਨੇ, ਔਰ ਕਹਿ ਰਹੇ ਨੇ ਬਿਲਕੁਲ ਨਿਰਪੱਖ ਹੋ ਕੇ, ਨੂੰ ਬਿਲਕੁਲ ਜਿਵੇਂ ਉਹਨਾਂ ਨੇ ਇਤਿਹਾਸ 'ਚੋਂ ਦੇਖਿਆ ਉਹਨੂੰ ਉੱਦਾਂ ਕਹਿ ਰਹੇ ਨੇ। ਸੋ ਆਪਾਂ ਉਹ ਸੁਣਨ ਦੀ ਗੱਲ ਕਰੀਏ, ਆਪਾਂ ਨੂੰ ਕੁਛ ਲੋਕਾਂ ਨੂੰ, ਕੁਛ ਸੰਸਥਾਵਾਂ ਨੂੰ, ਕੁਛ ਗੁਰੂ ਘਰਾਂ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ। ਮੈਂ ਵੀ ਬੇਨਤੀ ਕਰਾਂਗਾ। ਔਰ ਬਦਰ ਖਾਨ ਜੀ ਰਹਿ ਗਿਆ ਆਪਣੇ ਕੋਲ 2-3 ਮਿੰਟ। ਅੱਛਾ ਜੀ, ਕੋਈ ਖਾਸ ਗੱਲ ਜਿਹੜੀ ਰਹਿ ਗਈ ਹੋਵੇ, ਤੁਸੀਂ ਕਹਿਣੀ ਚਾਹੁੰਦੇ ਹੋ, ਨਹੀਂ ਕਹੀ ਗਈ, ਉਹ ਵੀ ਕਹਿ ਲਓ। ਭਾਜੀ ਮੈਂ ਸਾਰੇ ਦਿਲ ਦੀਆਂ ਗੱਲਾਂ ਤੁਸੀਂ ਮੇਰੇ ਕੋਲੋਂ ਕਢਵਾਏ ਲਈਆਂ ਨੇ, ਮੈਂ ਕਰ ਦਿੱਤੀਆਂ ਨੇ, ਬੜਾ ਚੰਗਾ ਲੱਗਾ ਮੈਨੂੰ। ਔਰ ਜੋ ਸੰਗਤ ਟੀਵੀ ਤੁਸੀਂ ਕਰ ਰਹੇ ਹੋ, ਮੈਂ ਤੁਹਾਡੇ ਸ਼ੋਜ਼ ਦੇਖੇ ਨੇ, ਸੰਗਤ ਟੀਵੀ ਦੇ ਸ਼ੋਜ਼ ਦੇਖੇ ਨੇ, ਬੜਾ ਭਾਜੀ ਤੁਸੀਂ ਕੰਮ ਕਰ ਰਹੇ ਹੋ ਤੇ ਰੱਬ ਤੁਹਾਨੂੰ ਇਸ ਤਰ੍ਹਾਂ ਚੜ੍ਹਦੀ ਕਲਾ 'ਚ ਰੱਖੇ ਤੇ ਸਿੱਖੀ ਜਿਹੜੀ ਹੈ ਕਿ ਉਹਨਾਂ ਨੂੰ ਕਦੇ ਤੱਤੀ ਵਾਹ ਨਾ ਲੱਗੇ, ਇਹ ਸੰਗਤਾਂ ਜਿਉਂਦੀਆਂ ਵਸਦੀਆਂ ਰਹਿਣ ਤੇ ਇਸੇ ਤਰ੍ਹਾਂ ਗੁਰੂ ਦੇ ਦਰਸ਼ਨ ਕਰਦੀਆਂ ਰਹਿਣ ਤੇ ਸਦਾ ਆਬਾਦ ਰਹਿਣ। ਬਸ ਮੇਰੀ ਇਹੀ ਦੁਆ ਹੈ। ਬਿਲਕੁਲ ਇਹ ਗੱਲ ਕਹੀ ਜਾਂਦੀ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਜੀ ਜੀ ਜੀ। ਔਰ ਜਦੋਂ ਪ੍ਰੋਫੈਸਰ ਪੂਰੂ ਸਿੰਘ ਨੇ ਇਹ ਗੱਲ ਕਹੀ ਸੀਗੀ, ਉਦੋਂ ਪੰਜਾਬ ਵੰਡਿਆ ਨਹੀਂ ਸੀ ਗਿਆ, ਉਦੋਂ ਵਾਘੇ ਵਾਲੀ ਵਾਰ ਸਾਡੇ ਵਿੱਚ ਨਹੀਂ ਸੀ ਆਈ। ਉਦੋਂ ਇਹ ਪ੍ਰੋਫੈਸਰ ਪੂਰੂ ਸਿੰਘ ਨੇ ਗੱਲ ਕਹੀ ਸੀ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਇਹ ਟੈਂ ਨਾ ਮੰਨਣ ਕਿਸੇ ਦੀ, ਖਲੋ ਜਾਣ ਮੋਢੇ ਤੇ ਡਾਂਗਾਂ ਉਲਾਰ ਕੇ, ਪਰ ਪਿਆਰ ਨਾਲ ਇਹ ਕਰਨ ਗੁਲਾਮੀ। ਇਹ ਸਾਡੇ ਪੰਜਾਬ ਦੇ ਖੂਨ ਦੇ ਵਿੱਚ ਹੈ। ਅਸੀਂ ਪਿਆਰ ਨਾਲ ਗੁਲਾਮੀ ਕਰ ਸਕਦੇ ਹਾਂ, ਪਰ ਜਦੋਂ ਕੋਈ ਸਾਨੂੰ ਦਬਕਾ ਮਾਰ ਕੇ ਕਹਿੰਦਾ ਫਿਰ ਮੋਢੇ ਤੇ ਡਾਂਗ ਵੀ ਰੱਖ ਲਈਏ। ਪ੍ਰੋਫੈਸਰ ਪੂਰੂ ਸਿੰਘ ਨੇ ਇਹ ਗੱਲ ਕਹੀ ਸੀ। ਔਰ ਉਹ ਪੰਜਾਬ ਦਾ ਕਲਚਰ, ਉਹ ਬੇਸ਼ੱਕ ਵਾਘੇ ਵਾਲੀ ਵਾਰ ਦੇ ਇਸ ਪਾਸੇ ਆ ਜਾਂ ਉਸ ਪਾਸੇ ਆ, ਬਿਲਕੁਲ ਇੱਕੋ ਜਿਹਾ ਹੈ। ਔਰ ਮੈਂ ਗੱਲ ਕਹਾਂ, ਜਦੋਂ ਕਲਚਰ ਦੀ ਗੱਲ ਕਰਦਾ, ਜਦੋਂ ਪੰਜਾਬੀ ਸੱਭਿਆਚਾਰ ਦੀ ਗੱਲ ਕਰਦਾ, ਪੰਜਾਬੀ ਜਿਹੜਾ ਸੱਭਿਆਚਾਰ ਹੁੰਦਾ ਹੈ ਨਾ, ਇਕੱਲੇ ਪੰਜਾਬੀ ਸੱਭਿਆਚਾਰ ਦੀ ਗੱਲ ਨਹੀਂ, ਕੋਈ ਵੀ ਸੱਭਿਆਚਾਰ ਜਿਹੜਾ ਹੁੰਦਾ ਕਿਸੇ ਖਿੱਤੇ ਦਾ ਹੁੰਦਾ ਹੈ, ਉਹ ਸਾਰਿਆਂ ਦਾ ਸਾਂਝਾ ਹੁੰਦਾ ਹੈ। ਧਰਮ ਕਿਸੇ ਦੀ ਨਿੱਜੀ ਗੱਲ ਹੁੰਦੀ ਹੈ। ਕਿਸੇ ਨੇ ਮੁਸਲਮਾਨ ਹੋਣਾ ਹੈ, ਕਿਸੇ ਨੇ ਸਿੱਖ ਹੋਣਾ ਹੈ, ਕਿਸੇ ਨੇ ਹਿੰਦੂ ਹੋਣਾ ਹੈ, ਉਹਦੀ ਆਪਣੀ ਗੱਲ ਹੈ, ਉਹਦਾ ਆਪਣਾ ਅਕੀਦਾ ਹੈ, ਉਹਦੀ ਆਪਣੀ ਸ਼ਰਧਾ ਹੈ। ਪਰ ਤੁਸੀਂ ਆਪਣਾ ਸੱਭਿਆਚਾਰ ਨਹੀਂ ਬਦਲ ਸਕਦੇ ਹੁੰਦੇ, ਕਿਉਂਕਿ ਸੱਭਿਆਚਾਰ ਤੁਹਾਡਾ ਨਹੀਂ, ਇਕੱਲਾ ਨਿੱਜੀ ਨਹੀਂ ਹੁੰਦਾ, ਉਹ ਤੁਹਾਡੇ ਖਿੱਤੇ ਦਾ ਹੁੰਦਾ, ਸਾਰੇ ਇਲਾਕੇ ਦਾ। ਜਦੋਂ ਪੰਜਾਬੀ ਸੱਭਿਆਚਾਰ ਦੀ ਗੱਲ ਕਰਦੇ, ਪੂਰੇ ਪੰਜਾਬ ਦਾ ਸੱਭਿਆਚਾਰ ਹੈ। ਆਪਾਂ ਉਸ ਪੰਜਾਬ ਦੇ ਸੱਭਿਆਚਾਰ 'ਚ ਜੰਮੇ ਪਲੇ, ਬੇਸ਼ੱਕ ਉਹ ਬਦਰ ਖਾਨ ਹੋਵੇ,
ਬੇਸ਼ੱਕ ਉਹ ਸ਼ਿਵ ਕੁਮਾਰ ਬਟਾਲਵੀ ਹੋਵੇ, ਬੇਸ਼ੱਕ ਉਹ ਰਣਜੀਤ ਸਿੰਘ ਰਾਣਾ ਹੋਵੇ, ਬੇਸ਼ੱਕ ਉਹ ਸਰਦਾਰ ਸ਼ੇਰ ਸਿੰਘ ਹੋਵੇ, ਤੇ ਬੇਸ਼ੱਕ ਸ਼ੇਰ ਖਾਨ ਹੋਵੇ, ਤੇ ਬੇਸ਼ੱਕ ਉਹ ਸ਼ਾਮ ਸਿੰਘ ਹੋਵੇ, ਤੇ ਬੇਸ਼ੱਕ ਉਹ ਮਾਖੇ ਖਾਂ ਹੋਵੇ, ਵਾਹ। ਤੇ ਬੇਸ਼ੱਕ ਮੇਵਾ ਸਿੰਘ ਹੋਵੇ। ਇਹ ਸਾਰਿਆਂ ਦਾ ਸੱਭਿਆਚਾਰ ਸਾਂਝੇ ਹੋਣਾ। ਆਪਾਂ ਉਹ ਸੱਭਿਆਚਾਰ ਦੀ ਸਾਂਝ ਨੂੰ ਕਾਇਮ ਰੱਖਣਾ ਹੈ, ਤੇ ਉਹ ਸੱਭਿਆਚਾਰ ਦੇ ਉੱਤੇ ਜਿਹੜਾ ਪ੍ਰੋਫੈਸਰ ਪੂਰਨ ਸਿੰਘ ਦੇ ਸ਼ਬਦਾਂ 'ਚ ਗੁਰੂ ਦਾ ਪ੍ਰਭਾਵ ਹੈ, ਸਿੱਖੀ ਦਾ ਪ੍ਰਭਾਵ ਹੈ, ਉਹਨੂੰ ਵੀ ਯਾਦ ਕਰਦੇ ਰਹਿਣਾ ਹੈ। ਉਸ ਪ੍ਰਭਾਵ ਨੂੰ ਯਾਦ ਕਰਾ ਰਹੇ ਨੇ ਬਦਰ ਖਾਨ ਜੀ। ਬਦਰ ਖਾਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਪੰਜਾਬੀ ਸੱਭਿਆਚਾਰ ਦੇ ਉੱਤੇ ਸਿੱਖੀ ਦਾ ਜਿਹੜਾ ਪ੍ਰਭਾਵ ਹੈ ਉਹ ਤੁਸੀਂ ਖਾਲਸਾ ਰਾਜ ਦੀ ਗਾਥਾ ਰਾਹੀਂ ਵੀ ਕਹਿ ਰਹੇ ਹੋ, ਉਹ ਸਤਿਗੁਰੂ ਘਰਾਂ ਦੀ ਗਾਥਾ ਰਾਹੀਂ ਵੀ ਕਹਿ ਰਹੇ ਹੋ। ਔਰ ਮੈਂ ਇੱਕ ਵਾਰ ਫਿਰ ਬੇਨਤੀ ਕਰਾਂਗਾ ਸੰਗਤਾਂ ਨੂੰ ਕਿ ਜ਼ਰੂਰ ਇਹ ਗਥਾਵਾਂ ਸੁਣਨ ਦੇ ਲਈ ਉਚੇਚੇ ਪ੍ਰੋਗਰਾਮ ਗੁਰਦੁਆਰਾ ਅਸੀਂ ਡਰਬੀ ਮਿਊਜ਼ੀਅਮ ਦੇ ਵਿੱਚ ਅਰੇਂਜ ਕਰ ਰਹੇ ਹਾਂ ਜੀ। ਜੀ ਸਤਿਗੁਰ ਕਿਰਪਾ ਕਰਿਓ, ਜਦੋਂ ਡੇਟ ਆਈ ਕਦੇ ਆਪਾਂ ਉਹ ਵੀ ਦੱਸਾਂਗੇ ਜ਼ਰੂਰ। ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।